ਦੇਖ ਲਓ ਜੀ ਕੈਸੀ ਗੱਲ ਆ ਵੀ ਤਰੀਕ ਬਦਲੀ ਤੇ ਮਹੀਨਾ ਬਦਲ ਗਿਆ ਤੇ ਨਾਲ ਹਾਲਾਤ ਬਦਲ ਗਏ ਵੀ ਉਹੀ ਟਰੈਕਟਰ ਉਹੀ ਟਰਾਲੀਆਂ ਜਿਹੜੀਆਂ ਕਦੀ ਦਿੱਲੀ ਗਈਆਂ ਸੀਗੀਆਂ ਉਹ ਹੁਣ ਦਿੱਲੀੋਂ ਮੁੜਨੀਆਂ ਤੇ ਅੱਜ ਉਹ ਦਿਨ ਆ ਗਿਆ ਫਾਈਨਲੀ ਮੋੜੇ ਵਾਲਾ ਤੇ ਇਹਦੀ ਗੱਲਬਾਤ ਵੀ ਆਪਾਂ ਅੱਜ ਕਰਨੀ ਆ। ਪ੍ਰੋਗਰਾਮ ਉਹੀ ਹੈ ਜੀ ਪ੍ਰਾਈਮ ਫੋਕਸ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਪਸੰਦ ਕਰਦੇ ਹੋ ਉਹਦੇ ਲਈ ਬੜੇ ਧੰਨਵਾਦੀ ਹਾਂ। ਨਾਲ ਵੀਰ ਪਰਮਵੀਰ ਬਾਠ ਹੋਣੀ ਖੱਟੀ ਟਾਈ ਲਾ ਕੇ ਉਹ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਮਤਲਬ ਅਚਾਨਕ ਅੱਜ ਇੱਦਾਂ ਰੰਗ ਮਤਲਬ ਕੋਈ ਖਾਸ ਕੋਈ ਕਾਰਨ ਕੋਈ ਦੇਖੋ ਰੌਲਾ ਇਹ ਹੁੰਦਾ ਕਿ ਕੋਈ ਬੰਦਾ ਦੂਰ ਬੈਠਾ ਵੀ ਨੇੜੇ ਹੁੰਦਾ, ਕੋਈ ਨੇੜੇ ਬੈਠਾ ਵੀ ਦੂਰ ਹੁੰਦਾ। ਜਿੰਨੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਉਹਨੂੰ ਦੇਖਦੇ ਆ, ਹਫ਼ਤੇ 'ਚ 1 ਜਾਂ 2 ਵਾਰੀ ਆਹਾ ਟਾਈ ਉਹ ਦੇਖਦੇ ਆ, ਦੂਰੋਂ ਬੈਠਿਆਂ ਨੂੰ ਵੀ ਪਛਾਣ। ਤੇ ਜਦੋਂ ਬੰਦੇ ਨੇ ਕਹਿਣਾ ਕੰਮ ਹੀ ਕਰਨਾ ਯਾਰ ਕੋਈ ਗੱਲ ਨਹੀਂ, ਲੀਡਰ ਲੋਕ ਤੁਹਾਡੇ ਵਰਗੇ ਹੁੰਦੇ, ਆਓ ਜੀ ਆਪਣੇ ਬੰਦੇ ਆ, ਗੱਡੀ 'ਚ ਬਹਿੰਦੇ ਭੁੱਲ ਜਾਣਾ। ਤੁਹਾਡਾ ਹਾਲ ਪੱਕਾ ਲੀਡਰਾਂ ਵਰਗਾ, ਹੁਣੇ ਟਿੱਪਣੀਆਂ ਆ ਜਾਣੀਆਂ। ਮੈਂ ਗੱਲ ਘਮਾਉਣੀ ਵੀ ਮੈਂ ਗੱਲ ਢਾਈ ਦੀ ਕਰਨ ਡਿਆ, ਤੁਸੀਂ ਲੀਡਰੀ ਦੇ ਜਾ ਵੜੇ। ਦੱਸੋ ਨਹੀਂ ਢਾਈ ਦੀ ਜਦ ਮੈਂ ਕਹਿੰਦਾ ਵੀ ਰੋਜ਼ ਲਾਉਣਾ ਹੀ ਇਹ ਹੋ ਗਏ, ਤੁਸੀਂ ਤੇ ਬਾਹਰਲੇ ਲੀਡਰਾਂ 'ਚ ਰਹਿੰਦੇ WhatsApp, ਇਹ ਤਾਂ ਫਰਕ ਪੈ ਗਿਆ, ਤਾਂ ਢਾਈ ਟੂਈ ਲਾਉਣੇ। ਠੀਕ ਹੈ, ਦੇਖੋ ਮੈਂ ਉਹਨਾਂ ਜਿੱਦਾਂ ਦੇ ਸਾਡੇ ਲੀਡਰ ਉੱਦਾਂ ਦਾ ਮੈਂ ਨਹੀਂ ਆ ਤਾਂ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਜਿੱਦਾਂ ਦੇ ਉੱਦਾਂ ਦੇ ਦੇਸੀ ਤਾਂ ਮੈਂ ਕਿਹਾ ਤੁਹਾਡੇ ਵਰਗੇ ਘਰ ਹੋਣਾ। ਦੇਸੀਆਂ ਦੇ ਕਰਕੇ ਕੁੱਟ ਪਈ ਸਾਡੇ ਨਿਆਣਿਆਂ ਦੇ ਉੱਥੇ। ਕਿੱਥੇ ਤੁਸੀਂ ਦੇਸੀ ਲੀਡਰ ਉੱਥੇ ਦੇਸੀ ਸਟੇਜ ਦੇ ਉੱਤੇ ਬੈਠੇ ਸੀ, ਕਿਸੇ ਨਿਆਣੇ ਨੇ ਉੱਠ ਕੇ ਨੌਕਰੀ ਮੰਗ ਲਈ ਤਾਂ ਤੁਹਾਨੂੰ ਬਚਾਉਂਦੇ ਨੇ ਵੀ ਕਿਤੇ ਇਹਨਾਂ ਦੀ ਗਾਲ ਨਾ ਕੋ ਪੈ ਜਾਵੇ, ਕਿਤੇ ਇਹਨਾਂ ਦੇ ਮੁਰਦਾਬਾਦ ਨਾ ਕੋ ਕਰ ਦੇਵੇ, ਇਹਨਾਂ ਤੋਂ ਨਾ ਕਿਤੇ ਕੁਛ ਮੰਗ ਲਵੇ। ਤੁਹਾਡੇ ਵਰਗੇ ਦੇਸੀ ਲੀਡਰ ਉੱਥੇ ਬੈਠੇ ਸੀ, ਐਨ ਤੁਹਾਡੇ ਵਰਗੇ ਤਾਂ ਬਸ ਐ ਮਾੜੀ ਜੀ ਅੱਖ ਦੀ ਘੁਰੀ ਜੀ ਵੱਟੀ ਹੋਣੀ ਆ ਤੇ ਅਗਲਿਆਂ ਨੇ ਫਿਰ ਵੱਟ ਕੇ ਸਿੱਟ ਦਿੱਤੇ ਰੱਸਿਆਂ ਨੂੰ। ਆਨੇ ਸੁੱਟੇ ਵੀ, ਇਹ ਵੀ ਪਤਾ ਨਹੀਂ ਹੁਣ ਸੱਚ ਹੈ ਕਿ ਝੂਠ ਹੈ। ਉਹ ਕਹਿੰਦੇ ਗੱਡੀ 'ਚ ਬੈਠਿਆਂ ਨੂੰ ਵੀ ਡੰਡੇ ਮਾਰੇ ਆ। ਨਹੀਂ ਬਿਲਕੁਲ ਨਹੀਂ ਮਾਰੇ ਡੰਡੇ, ਬਿਲਕੁਲ ਨਹੀਂ ਮਾਰੇ। ਹੁੱਜਾਂ ਨਹੀਂ ਮਾਰੀਆਂ, ਜਾਣੀ ਵੀ ਐਂ ਲੱਗਦਾ ਜਿੱਦਾਂ ਹੁੰਦਾ ਨਾ ਕਿ ਭਾਈ ਛੱਡਣੇ ਕੋਈ ਨਹੀਂ। ਅਨਹੋਜੀ ਹੋ ਗਿਆ। ਸੰਧਾਲੀਆ ਸਾਹਿਬ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਿਹਾ ਨਾ ਵੀ ਲੀਡਰ ਮੇਰੇ ਵਰਗੇ ਹੁੰਦੇ। ਅੱਜ ਮੈਂ ਤੁਹਾਡੇ ਤੋਂ ਹੀ 2-4 ਸਵਾਲ ਪੁੱਛਣੇ ਆ। ਆਪਾਂ ਖੇਤੀ ਅੰਦੋਲਨ ਤੇ ਕਹਿੰਦੇ ਜੀ 5-7 ਪੁਆੜੇ ਪਾਇਓ ਆ। ਕਿਹੜੇ 5-7? ਸਿਰਫ 5-7? ਹਾਂ, ਮੈਂ ਨਹੀਂ ਬਣਨ ਲੀਡਰ। ਉਹ ਕਿਹੜਾ ਲੀਡਰ ਹੈ ਜਿਹਦੇ ਪੁਆੜੇ ਹੀ 5-7 ਹੋਣ ਯਾਰ। ਛੋਟਾ ਲੀਡਰ ਉਹ ਘੱਟ 50-60 ਪੁਆੜੇ ਹੋਣ, ਉਹਨੂੰ ਖੁਦ ਨੂੰ ਯਾਦ ਨਾ ਰਵੇ ਵੀ ਇਹ ਵੀ ਆਪਣੇ ਹੀ। ਤੁਸੀਂ ਇਹ ਦੇਖੋ ਕਿ ਮਾਨਸੇ ਦੀ ਧਰਤੀ ਦੇ ਉੱਤੇ ਰੈਲੀ ਹੋਈ, ਅਸੀਂ ਉਹਨੂੰ ਕਾਂਗਰਸ ਦੀ ਰੈਲੀ ਆਖਣਾ ਇਸ ਕਰਕੇ ਕਿ ਸਰਕਾਰ ਉਹਨਾਂ ਦੀ ਹੈ, ਪਰ ਵਿਰੋਧੀ ਪਾਰਟੀਆਂ ਜੇ ਇਕੱਲਾ ਇਹ ਕਹਿ ਕੇ ਡੰਗ ਸਾਰਨਗੀਆਂ ਕਿ ਜੀ ਦੇਖੋ ਕਾਂਗਰਸੀਆਂ ਦੀ ਰੈਲੀ 'ਚ ਹੋਇਆ ਨਾ। ਜਦੋਂ ਪਿਛਲਿਆਂ ਦੀ ਸਰਕਾਰ ਸੀ ਉਦੋਂ ਵੀ ਆਹ ਕੁਛ ਹੁੰਦਾ ਸੀ, ਇੱਕ ਸਾਬਕਾ ਮੰਤਰੀ ਹੱਥੀਂ ਆਪ ਵੀ ਪੈ ਗਏ, ਤੁਹਾਨੂੰ ਯਾਦ ਹੋਣਾ। ਇਸ ਕਰਕੇ ਕੋਈ ਬੰਦਾ ਇਹ ਨਾ ਸਮਝੇ ਕਿ ਅੱਜ ਉਹ ਵਿਰੋਧੀ ਧਿਰ ਦੇ ਵਿੱਚ ਆ ਤਾਂ ਚੱਕ ਲਾਓ ਵੀ ਫਟੇ, ਮੌਕਾ ਆ ਗਿਆ। ਜੇ ਵਿਰੋਧੀ ਧਿਰਾਂ, ਮੈਂ ਉੱਥੋਂ ਸ਼ੁਰੂ ਕਰਨ ਲੱਗਿਆ, ਜੇ ਤੁਹਾਡੀ ਇਹਨਾਂ ਨਿਆਣਿਆਂ ਨਾਲ ਪੱਕੀ ਹਮਦਰਦੀ ਹੈ, 5-7 ਦਿਨ ਰੈਲੀਆਂ ਆਪਣੀਆਂ ਮੁਲਤਵੀ ਕਰ ਦਿਓ, ਇਹਨਾਂ ਨਿਆਣਿਆਂ ਨਾਲ ਬੈਠੋ, ਉਹਨਾਂ ਨੂੰ ਕਹੋ ਕਿ ਭਾਈ ਅਸੀਂ ਇੱਥੇ ਤੁਹਾਡੇ ਨਾਲ ਬੈਠਦੇ ਹਾਂ, ਤੁਹਾਡਾ ਮਸਲਾ ਜਦੋਂ ਤੱਕ ਹੱਲ ਨਹੀਂ ਨਾ ਹੁੰਦਾ ਅਸੀਂ ਨਹੀਂ ਉੱਠਦੇ। ਜੇ ਤੁਸੀਂ ਹਮਦਰਦ ਹੋ, ਹਾਂ, ਜੇ ਇਸ ਦੁੱਧ ਤੋਂ ਮਲਾਈ ਲਾ ਕੇ ਖਾਣੀ ਹੈ ਕਿ ਭਾਈ ਹੁਣ ਤਾਂ ਨਿਆਣਿਆਂ ਦੇ ਕੁੱਟ ਪਈ ਹੈ, ਨੌਕਰੀਆਂ ਮੰਗਦੇ ਆ, ਇਲੈਕਸ਼ਨ ਨੇੜੇ ਹੈ, ਆਪਾਂ ਨੂੰ ਕਰ ਲਈਏ ਫਿਰ ਵੱਖਰੀ ਗੱਲ। ਹੁਣ ਆਉਂਦੇ ਆ ਸੱਤਾਧਾਰੀ ਧਿਰ ਤੇ। ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਆ ਨਾ ਕਿ ਇਹ ਜਿਹੜੇ ਮੁੰਡੇ ਕੁੜੀਆਂ ਸੀ ਇਹਨਾਂ ਦੇ ਕਸੂਰ ਨੇ। ਪਹਿਲੀ ਗੱਲ ਇਹਨਾਂ ਦਾ ਕਸੂਰ ਇਹ ਹੈ ਕਿ ਇਹ ਜੇਬਾਂ ਨਹੀਂ ਕੱਟਦੇ। ਦੂਸਰਾ ਕਸੂਰ ਹੈ ਕਿ ਗੈਂਗਾਂ 'ਚ ਸ਼ਾਮਲ ਨਹੀਂ। ਤੀਸਰਾ ਕਸੂਰ ਹੈ ਕਿ ਨਾ ਨਸ਼ਾ ਕਰਦੇ ਆ ਨਾ ਵੇਚਦੇ ਆ। ਚੌਥਾ ਇਹਨਾਂ ਦਾ ਸਭ ਤੋਂ ਵੱਡਾ ਕਸੂਰ ਹੈ ਕਿ ਇਹਨਾਂ ਨੇ ਪੜ੍ਹਿਆ, ਤੜਕੇ ਉੱਠ ਕੇ ਰਾਤਾਂ ਝਾਕ ਕੇ। ਇਹਦੇ ਤੋਂ ਅਗਲਾ ਕਸੂਰ ਇਹਨਾਂ ਦਾ ਇਹ ਹੈ ਕਿ ਇਹ ਬਾਈ ਚਾਂਸ ਜਿਹੜੇ 2-3-4 ਸਰਕਾਰ ਨੇ ਟੈਸਟ ਰੱਖੇ ਹੁੰਦੇ ਟੀਚਰ ਭਰਤੀ ਹੋਣ ਦੇ ਲਈ, ਉਹ ਵੀ ਪਾਸ ਕਰ ਗਏ। 5-7 ਕਸੂਰ ਕੀਤੇ, ਮੁੜ ਕੇ ਸਰਕਾਰ ਨੇ ਤੁਹਾਨੂੰ ਕਾਰਡ ਥੋੜ੍ਹੀ ਪਾਇਆ ਸੀ ਕਿ ਤੁਸੀਂ ਡਿਗਰੀਆਂ ਕਰੋ। ਗੁਨਾਹ ਕਰ ਲਿਆ ਕਿ ਭਾਈ ਉਹ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਆ, ਡਿਗਰੀਆਂ ਕਰ ਲਈਆਂ, ਮੁੜ ਕੇ ਕਹਿੰਦੇ ਆ ਕਿ ਸਾਨੂੰ ਨੌਕਰੀਆਂ ਦਿਓ, ਨੌਕਰੀਆਂ ਦਿੱਤੀਆਂ ਨਹੀਂ, ਕੋਡ ਆਫ ਕੰਡਕਟ ਲੱਗਣ ਵਾਲਾ ਤੇ ਐਨ ਉਸਲੇ ਜਾ ਕੇ ਜੇ ਅਗਲੇ ਨੇ ਕਹਿ ਦਿੱਤਾ ਜੀ ਅਸੀਂ ਮੁਰਦਾਬਾਦ ਕਰਨੀ ਨੇ ਤਾਂ ਨੌਕਰੀਆਂ ਦਿਓ। ਇੰਨੇ ਕਸੂਰ ਜਿਹੜੇ ਨਿਆਣਿਆਂ ਨੇ ਕੀਤੇ ਆ ਕਿ ਭਾਈ ਮੁੱਖ ਮੰਤਰੀ ਬੈਠਾ ਹੋਵੇ, ਕੈਬਨਿਟ ਮੰਤਰੀ ਬੈਠੇ ਹੋਣ, ਨਵੇਂ ਪਾਰਟੀ ਬਦਲ ਕੇ ਆਏ ਬੰਦੇ ਬੈਠੇ ਹੋਣ, ਕਲਾਕਾਰ ਜਿਹੜੇ ਹੁਣ ਸਿਆਸਤਦਾਨ ਬਣੇ ਉਹ ਬੈਠੇ ਹੋਣ, ਫਿਰ ਇੰਨੇ ਕੁ ਡੰਡੇ ਤਾਂ ਬਣਦੇ ਹੀ ਸੀ ਨਾ, ਕਿਉਂਕਿ ਗੁਨਾਹ ਬੜੇ ਕੀਤੇ ਆ, ਕਸੂਰ ਬੜੇ ਕੀਤੇ ਆ ਕਿ ਭਾਈ ਤੁਸੀਂ ਡਿਗਰੀਆਂ ਕੀਤੀਆਂ ਕਿਉਂ, ਤੁਸੀਂ 2 ਨੰਬਰ ਦੇ ਕੰਮ ਕੀਤੇ ਕਿਉਂ ਨਹੀਂ, ਤੁਸੀਂ ਐਵੇਂ ਹੁਣ ਸਾਡੇ ਗੱਲ ਪਏ ਹੋ। ਗੱਲ ਤਾਂ ਵੈਸੇ ਸੋਚਣ ਵਾਲੀ ਆ ਵੀ ਹੁਣ ਦੇਖੋ ਇੱਕ ਚੀਜ਼ ਹੈ ਵੀ ਜਦੋਂ 4.5 ਸਾਲ ਲੰਘ ਗਏ ਉਦੋਂ ਐਂ ਜਾਪਦਾ ਵੀ ਨਹੀਂ ਵੀ ਇਹ ਸਾਰਾ ਕਸੂਰ ਇਹਨਾਂ ਦਾ। ਵੇਖਿਓ ਹੁਣ ਚੇਂਜ ਕਿੱਦਾਂ ਆਉਂਦੀ, ਤੁਸੀਂ ਤਬਦੀਲੀ ਦੇਖਿਓ। ਮੁੱਖ ਮੰਤਰੀ ਸਾਹਿਬ ਜਦੋਂ ਤੁਰੇ ਨੇ ਉਦੋਂ ਜਿਸ ਹਿਸਾਬ ਨਾਲ ਉਹਨਾਂ ਨੇ, ਮੇਰੇ ਖਿਆਲ ਨਾਲ ਆਪਾਂ ਉਹ ਫੋਟੋਆਂ ਤਸਵੀਰਾਂ ਵੀ ਦੇਖੀਆਂ ਵੀ ਆਪ ਜਾ ਕੇ ਵਿਦਿਆਰਥੀਆਂ ਨੂੰ ਮਿਲੇ, ਹੈ ਨਾ। ਇਹਦਾ ਮਤਲਬ ਜਦੋਂ ਆਪਾਂ ਵਿਦਿਆਰਥੀ ਨੂੰ ਮਿਲਦੇ ਹਾਂ ਤੇ ਸਟਿਲ ਉਹ ਕਹਿੰਦੇ ਵੀ ਮੈਂ ਅਜੇ ਪੜ੍ਹ ਰਿਹਾ। ਸੋ ਮੇਰਾ ਖਿਆਲ ਉਹ ਬੜੇ ਨੇੜੇ ਨੇ ਇਸ ਚੀਜ਼ ਦੇ ਵੀ ਯਾਰ ਵੀ ਪੜ੍ਹਾਈ ਜਾਂ ਪੜ੍ਹਾਈ ਵਾਲਾ ਜੀਵਨ ਉਹ ਕਿੰਨਾ ਔਖਾ ਅਤੇ ਮਿਹਨਤ ਵਾਲਾ ਹੁੰਦਾ। ਹੁਣ ਤੁਸੀਂ ਇਹ ਦੇਖੋ ਵੀ ਉਹ ਮਿਹਨਤ ਜਿਹੜੀ ਆ ਉਹ ਕਰਨੀ ਕਿਉਂ ਆ।
ਇਸੇ ਕਰਕੇ ਕਰਨੇ ਨਾ ਵੀ ਕੁਛ ਨਾ ਕੁਛ ਹਾਸਲ ਹੋਵੇ, ਤੇ ਹਾਸਲ ਹੋਣ ਡੰਡੇ ਤੇ ਹੋ ਜਾਂ ਫਿਰ ਬੰਦਾ ਤੇ ਦੁਖੀ ਹੋਊਗਾ ਹੀ। ਨਹੀਂ, ਸੰਧਾਲੀਆ ਸਾਹਿਬ ਦੁਖੀ ਹੋਊ। ਮੈਂ ਇੱਥੇ ਇੱਕ ਬੇਨਤੀ ਕਰਨੀ ਆ ਕਿ ਉਹਦੇ ਵਿੱਚ ਕਈ ਪੁਲਿਸ ਅਧਿਕਾਰੀ ਸਿਵਲ ਵਰਦੀ ਦੇ ਵਿੱਚ ਡੰਡੇ ਮਾਰਦੇ ਨਜ਼ਰ ਆਉਂਦੇ ਆ, ਤੇ ਇੱਕ ਤਾਂ ਹੁੰਦਾ ਕਿ ਭਾਈ ਵੈਸੇ ਡੰਡੇ ਮਾਰਨੇ ਕਿ ਪਰੇ ਹੋ ਜਾਓ ਯਾਰ, ਤੁਸੀਂ ਖਲਲ ਨਾ ਪਾਓ। ਦੂਜਾ ਹੁੰਦਾ ਠੋਕ ਕੇ ਕਟਾਪਾ ਚਾੜਨਾ। ਉਹ ਠੋਕ ਕੇ ਕਟਾਪਾ ਚਾੜਨ ਵਾਲੀ ਗੱਲ ਸੀ, ਕੋਈ ਚੀਜ਼ ਟ੍ਰਿਗਰ ਕੀਤੀ ਹੋਏਗੀ। ਅਸੀਂ ਕਹਿੰਦੇ ਆ ਕਿ ਕੁਛ ਇਦਾਂ ਦਾ ਹੋਇਆ ਹੋਣਾ ਜਿਹੜਾ ਇੰਨੇ ਗੁੱਸੇ 'ਚ ਆ ਗਿਆ ਅਧਿਕਾਰੀ ਸਾਹਿਬ। ਪਰ ਮੰਦੀ ਭਾਸ਼ਾ ਕੋਈ ਨਾ ਲਿਖੋ ਟਿੱਪਣੀਆਂ 'ਚ, ਕੋਈ ਗਾਲ ਨਾ ਲਿਖੋ, ਕੋਈ ਇਦਾਂ ਦੀ ਕੋਈ ਸ਼ਬਦ ਨਾ ਵਰਤੋ, ਫਿਰ ਸਾਨੂੰ ਹਟਾਉਣੇ ਪੈਂਦੇ ਕਈ ਵਾਰੀ। ਦੂਸਰੀ ਗੱਲ, ਇੱਕ ਮੰਗ ਹੁੰਦੀ ਜੀ ਆ ਬੰਦਾ ਸਸਪੈਂਡ ਕੀਤਾ ਜਾਵੇ, ਫਲਾਨਾ ਬੰਦਾ ਨੌਕਰੀ ਤੇ ਨਹੀਂ ਰਹਿਣਾ ਚਾਹੀਦਾ, ਨੇ ਨਿਆਣੇ ਕੁੱਟੇ, ਪੇਨ ਕਿਲਰ ਹੈ ਇਹ ਗੱਲ। ਸਵਾਲ ਸਭ ਤੋਂ ਵੱਡਾ ਇਹ ਹੈ, ਜੇ ਅਸੀਂ ਚਾਹੁੰਦੇ ਆ ਕਿ ਭਵਿੱਖ 'ਚ ਕਦੇ ਨਿਆਣਿਆਂ ਦੇ ਡਾਂਗ ਨਾ ਫਿਰੇ, ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਕਦੇ ਧਰਨੇ ਮੁਜ਼ਾਹਰੇ ਨਾ ਕਰਨੇ ਪੈਣ, ਇਸ ਤਰੀਕੇ ਮੁੱਖ ਮੰਤਰੀ ਸਾਹਿਬ ਦੀ ਰੈਲੀ 'ਚ ਕਦੇ ਉੱਠ ਕੇ ਕਹਿਣਾ ਨਾ ਪਵੇ ਕੁਛ, ਜੇ ਅਸੀਂ ਉਹ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਗੱਲ ਸਮਝਣੀ ਪਊਗੀ ਕਿ ਭਾਈ ਕਸੂਰ ਤਾਂ ਹੈਗਾ ਜਿਨ੍ਹਾਂ ਨੇ ਡੰਡੇ ਮਾਰੇ ਆ, ਨਹੀਂ ਸੀ ਮਾਰਨੇ ਚਾਹੀਦੇ। ਪਰ ਉੱਪਰੋਂ ਕਿਤੇ ਨਾ ਕਿਤੇ ਹੁਕਮ ਵੀ ਹੋ ਸਕਦਾ, ਜਿਹੜੇ ਬੰਦੇ ਗੱਡੀ 'ਚ ਜਾਂਦੇ ਆ, ਜਿਨ੍ਹਾਂ ਨੂੰ ਨਵੀਂ ਵਿਆਹੀ ਜੋੜੀ ਜਾਂਦੀ ਦਿਸਦੀ ਆ ਕਿ ਮੈਂ ਉਤਰ ਕੇ ਸ਼ਗਨ ਦਿਆਂ, ਤੇ ਉਹਨਾਂ ਨੂੰ ਇੰਨੇ ਨਿਆਣਿਆਂ ਦੇ ਛੱਤਰ ਪੈਂਦੇ ਨਹੀਂ ਦਿਸੇ। ਜਿਨ੍ਹਾਂ ਨੂੰ ਇਹ ਪਤਾ ਕਿ ਭਾਈ ਆਪਾਂ ਖੇਡਦਿਆਂ ਹੋਇਆਂ ਵੀਡੀਓ ਕਿੱਦਾਂ ਬਣਾਉਣੀ ਹੈ, ਕਿਸੇ ਕਿਸਾਨ ਦੇ ਘਰੇ ਜਾ ਕੇ ਜਦੋਂ ਰੋਟੀ ਖਾਣੀ ਹੈ ਤੇ ਉਦੋਂ ਵੀਡੀਓ ਕਿੱਦਾਂ ਬਣਵਾਉਣੀ ਹੈ, ਜੇ ਉਹ ਸਾਰੀਆਂ ਚੀਜ਼ਾਂ ਪਤਾ ਕਿ ਕਿਹੜੇ ਵੇਲੇ ਆਟੋ ਚਾਲਕਾਂ ਦੇ ਵਿਚਾਲੇ ਖੜੇ ਹੋ ਕੇ ਬੈਂਚ ਤੇ ਖੜ ਕੇ ਗੱਲ ਕਰਨੀ ਹੈ, ਜਾਂ ਨਿਆਣੇ ਉੱਥੇ ਭੱਜਦੇ ਨੱਠਦੇ ਦੱਸਦੇ ਆ ਕਿ ਭਾਈ ਹੈਲੀਕਾਪਟਰ ਦੇ ਵਿੱਚ ਝੂਟਾ ਦਵਾਉਣਾ ਹੈ, ਕੀਤਾ ਹੋਊਗਾ ਕਿ ਨਾ ਇਹਨਾਂ ਨੇ ਕਿ ਚੱਲਦੇ ਸਮਾਗਮ ਦੇ ਵਿੱਚ ਵਿਘਨ ਕਾਹਤੋਂ ਪਾਇਆ। ਮਿੰਟ 10 ਲੱਗਣੀ ਸੀ ਸੰਧਾਲੀਆ ਸਾਹਿਬ। ਮੁੱਖ ਮੰਤਰੀ ਸਾਹਿਬ ਕਹਿੰਦੇ ਨਾ ਮੇਰੇ ਸੂਬੇ ਦੇ ਨਿਆਣੇ ਆ, ਮੈਂ ਤਾਂ ਹੁਣੇ ਮੁੱਖ ਮੰਤਰੀ ਬਣਿਆ, ਮੈਂ ਇਹਨਾਂ ਨਾਲ ਗੱਲ ਕਰਨੀ, ਇਹਨਾਂ ਨੂੰ ਕਹਿਣਾ ਕਿਸੇ ਨੇ ਕੁਛ ਨਹੀਂ, ਪੁੱਤ ਦੱਸੋ ਧੀਓ ਦੱਸੋ ਗੱਲ ਕੀ ਹੈ, ਨਹੀਂ ਮਸਲੇ ਹੱਲ ਹੋਏ ਹੱਥ ਜੋੜਦੇ ਆ, 10 ਦਿਨ ਹੋਰ ਦੇ ਦਿਓ, 2 ਦਿਨ ਹੋਰ ਦੇ ਦਿਓ, ਮੈਂ ਕੋਸ਼ਿਸ਼ ਕਰਦਾ। ਸਿਆਸੀ ਪਾਰਟੀ ਦੀ ਰੈਲੀ ਸੀ, ਕਿਤੇ ਘਿਓ ਦਾ ਘੜਾ ਨਹੀਂ ਸੀ ਡੁੱਲ ਚੱਲਿਆ। ਜੇ 10 ਮਿੰਟ ਲੇਟ, ਮੈਂ ਫੇਰ ਦੁਹਰਾਉਣਾ, ਮਾਸਟਰ ਬਲਦੇਵ ਸਿੰਘ 10 ਮਿੰਟ ਲੇਟ ਕਾਂਗਰਸ 'ਚ ਆ ਜਾਂਦੇ, ਕਿਤੇ ਹਨੇਰੀ ਝੁੱਲ ਚੱਲੀ ਸੀ, ਜਾਂ ਮੁੱਖ ਮੰਤਰੀ ਸਾਹਿਬ ਜਾਂ ਰਾਜਾ ਵੜਿੰਗ ਸਾਹਿਬ ਜਾਂ ਕਲਾਕਾਰ ਸਿੱਧੂ ਮੂਸੇਵਾਲਾ ਸਾਹਿਬ 10 ਮਿੰਟ ਲੇਟ ਸੰਬੋਧਨ ਕਰ ਦਿੰਦੇ, ਕੀ ਉਹ ਚੱਲਾ ਸੀ? ਕੁਛ ਵੀ ਨਹੀਂ। ਮੈਂ ਤਾਂ ਖਾਸ ਤੌਰ ਦੇ ਉੱਤੇ ਕਹਿਣਾ ਸਿੱਧੂ ਮੂਸੇਵਾਲਾ ਸਾਹਿਬ ਨੂੰ, ਇਹ ਯੰਗ ਜਨਰੇਸ਼ਨ, ਇਹ ਨੌਜਵਾਨ ਤੁਹਾਡੇ ਗਾਣੇ ਸੁਣਦੇ ਆ, ਇਹਨਾਂ ਦੇ ਕਰਕੇ ਤੁਸੀਂ ਸਟਾਰ ਹੋ, ਇਹਨਾਂ ਦੇ ਕਰਕੇ ਸਿਆਸੀ ਪਾਰਟੀਆਂ ਤੁਹਾਡਾ ਮੁੱਲ ਪਾਉਂਦੀਆਂ। ਜ਼ਰੂਰ ਜਿਹੜੇ ਇਕੱਠ 'ਚ ਤੁਸੀਂ ਸ਼ਾਮਲ ਹੋਵੋ ਨਾ, ਉੱਥੇ ਖੜ ਕੇ ਕਹਿ ਦਿਓ ਕਿ ਭਾਈ ਮੈਂ ਜਿਹੜੇ ਇਕੱਠ 'ਚ ਸ਼ਾਮਲ ਆ, ਕਿਸੇ ਨਿਆਣਿਆਂ ਨੂੰ ਕਿਸੇ ਨੇ ਉਂਗਲ ਨਹੀਂ ਕਰਨੀ, ਫਿਰ ਤਾਂ ਗੱਲ ਬਣਦੀ ਆ। ਤੇ ਮਗਰੋਂ ਜਿਸ ਤਰੀਕੇ ਦੇ ਨਾਲ ਡੰਡੇ ਮਾਰੇ ਗਏ, ਬਿਲਕੁਲ ਉਹ ਚੀਜ਼ਾਂ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ। ਤੁਸੀਂ ਅਫਸਰਾਂ ਨੂੰ ਸਸਪੈਂਡ ਕਰਾਉਣ ਦੀ ਗੱਲ ਕਰਦੇ ਹੋ, ਪਰ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਹੋਇਆ, ਅਫਸਰਾਂ ਨੇ ਨਹੀਂ ਸੀ ਉੱਥੇ ਇਕੱਠ ਕੀਤਾ ਸੀ ਸਿਆਸਤਦਾਨਾਂ ਨੇ। ਤੇ ਜਿਹੜੇ ਸਿਆਸਤਦਾਨਾਂ ਨੂੰ ਕਿਤੇ ਕੋਈ ਕੁਝ ਕਹਿ ਨਾ ਜਾਵੇ, ਉਧਰਲੇ ਪਾਸੇ ਨੂੰ ਕੋਈ ਹੋ ਨਾ ਜਾਵੇ, ਉਹਨਾਂ ਨੂੰ ਬਚਾਉਣ ਦੇ ਲਈ ਕੁਝ ਹੋਇਆ। ਅੱਖ ਦਾ ਇਸ਼ਾਰਾ ਤੋਂ ਉੱਪਰੋਂ ਹੋਇਆ ਹੋਣਾ ਕਿ ਭਾਈ ਮੜ ਜਾ ਇੱਧਰ ਉੱਧਰ ਕਰੋ। ਮੈਨੂੰ ਤਾਂ ਇੱਕ ਹੋਰ ਗੱਲ ਲੱਗਦੀ ਸੀ, ਪਰਾਏ ਦੇ ਨਾਲ ਤਾਂ ਡੀਜੇ ਹੀ ਲਾ ਲੈਂਦੇ, ਆ ਜਿਹੜੇ ਨਿਆਣਿਆਂ ਦੇ ਬਾਜੇ ਵਜਾਏ ਆ ਨਾ, ਜਿੱਦਾਂ ਢੋਲਕੀਆਂ ਨੂੰ ਕੁੱਟੇ ਆ, ਇਹਦੇ ਨਾਲ ਤਾਂ ਰੱਬ ਦਾ ਵਾਸਤਾ ਪਹਿਲੀ ਚਿੱਠੀ ਨਾ ਰੱਦ ਕਰਦੇ। ਉਹਨੇ ਉਹ ਕੰਮ ਫਿਰ ਵੀ ਚਲੋ ਠੀਕ ਸੀਗਾ ਵੀ ਘੱਟੋ ਘੱਟ ਰੌਲੇ ਰੱਪੇ ਦੇ ਵਿੱਚ ਉਹ ਕਹਿ ਦਿੰਦੇ ਵੀ ਹਾਂ ਯਾਰ ਸਾਡੀ ਗੱਲ ਨਹੀਂ ਸੁਣੀ, ਉੱਥੇ ਜੀ ਇੱਦਾਂ ਹੋ ਗਿਆ ਜੀ ਉੱਦਾਂ ਹੋ ਗਿਆ, ਆਹ ਕੰਮ ਨਾ ਹੁੰਦਾ। ਪਰ ਚਲੋ ਆਸ ਕਰਦੇ ਹਾਂ ਵੀ ਹੁਣ ਜੇ ਇਹ ਗੱਲ ਅਖਬਾਰਾਂ 'ਚ ਆਈ ਹੈ, ਜੇ ਉਹ ਚਿੱਠੀ ਜਿੱਦਾਂ ਰੱਦ ਹੋ ਗਈ ਹੈ, ਤੇ ਹੋ ਸਕਦਾ ਵੀ ਇਹ ਗੱਲ ਵੀ ਜਦੋਂ ਪਹੁੰਚੀ ਹੋਗੀ ਤੇ ਦੁਬਾਰਾ ਅਧਿਕਾਰੀ ਸਾਹਿਬ ਜਾਂ ਮੰਤਰੀ ਸਾਹਿਬ ਸੋਚਣ ਵੀ ਚਲੋ ਯਾਰ ਇਹਨਾਂ ਦਾ ਵੀ ਕੁਛ ਨਾ ਕੁਛ ਕਰੀਏ। ਕਿਉਂਕਿ ਹੁਣ ਜਿੱਦਾਂ ਸੁਣਨ 'ਚ ਆਉਂਦਾ ਵੀ ਹਰ ਇੱਕ ਦੂਜੇ ਤੇ ਜਿਸ ਦਿਨ ਬੈਠਕ ਹੋਣੀ ਆ, ਕੀ ਪਤਾ ਕਿਸੇ ਬੈਠਕ ਦੇ ਵਿੱਚ ਉਹ ਕਾਗਜ਼ ਆ ਹੀ ਜਾਵੇ ਜਿਹੜੇ ਕਾਗਜ਼ 'ਤੇ ਲਿਖਿਆ ਹੋਵੇ ਵੀ ਠੀਕ ਹੈ ਯਾਰ ਇਹਨਾਂ ਬੰਦਿਆਂ ਦਾ ਵੀ ਕੋਈ ਨਾ ਕੋਈ ਮਸਲਾ ਹੱਲ ਕਰੋ। ਮੇਰੇ ਖਿਆਲ ਨਾਲ ਜਿੱਦਣ ਉਹਨਾਂ ਦਾ ਮਸਲਾ ਹੱਲ ਹੋ ਗਿਆ, ਉਹਨਾਂ ਨੂੰ ਡਾਂਗਾ ਭੁੱਲ ਜਾਣੀਆਂ। ਨਹੀਂ ਭੁੱਲ ਜਾਣੀਆਂ, ਸਾਨੂੰ ਤਾਂ ਦਿੱਲੀ ਵਾਲਿਆਂ ਦਾ ਮਸਲਾ ਚੇਤੇ ਭੁੱਲ ਗਿਆ 10 ਦਿਨਾਂ 'ਚ ਕਿ ਭਾਈ ਕਿਹਨੇ ਕੀ ਕੀਤਾ। ਤੁਹਾਡਾ ਨਾ ਭੁੱਲਣਗੇ, ਉੱਥੋਂ ਹੀ ਸਿੱਖ ਲਓ। ਇੱਕ ਹੋਰ ਸੰਧਾਲੀਆ ਸਾਹਿਬ, ਮੈਂ ਜ਼ਰੂਰ ਸਮਾਂ ਜ਼ਿਆਦਾ ਲੈ ਰਿਹਾ, ਪਰ ਇੱਕ ਗੱਲ ਕਲੀਅਰ ਕਰਨੀ, ਇੱਥੇ ਬਹੁਤ ਵੱਡਾ ਇੱਕ ਤਰਕ ਹੁੰਦਾ ਜੀ, ਕੋਰਟ 'ਚ ਚਲ ਗਿਆ ਮਾਮਲਾ, ਅਸੀਂ ਤਾਂ ਭਰਤੀ ਕਰਨ ਲੱਗੇ ਸੀ। ਬਿਲਕੁਲ ਠੀਕ ਹੈ, ਕੋਰਟ 'ਚ ਮਾਮਲਾ ਕਿਉਂ ਜਾਂਦਾ? ਪਹਿਲੀ ਗੱਲ ਹੈ ਕਿ ਤੁਸੀਂ ਲੇਟ ਭਰਤੀਆਂ ਕਰਦੇ ਹੋ, ਪਹਿਲੀ ਗੱਲ। ਫਿਰ ਠੇਕੇ ਦੇ ਕਰਨ ਲੱਗ ਪੈਂਦੇ ਹੋ, ਜਦੋਂ ਠੇਕੇ ਵਾਲੇ ਪਹਿਲਾਂ ਭਰਤੀ ਕਰ ਲਿਆ, ਮੁੜ ਕੇ ਇਲੈਕਸ਼ਨ ਲਾ ਕੇ ਜਾ ਕੇ ਪੱਕੀਆਂ ਕਰਨ ਲੱਗ ਪਏ, ਨੂੰ ਠੇਕੇ ਵਾਲੇ ਕੇਸ ਕਰ ਦਿੰਦੇ ਆ। ਜੇ ਪੱਕੀ ਭਰਤੀ ਕਰਦੇ ਹੋ, ਵਿੱਚ ਠੇਕੇ ਵਾਲਿਆਂ ਨੂੰ ਕੰਸੀਡਰ ਕਰਦੇ ਹੋ, ਉਹ ਜਿਹੜੇ ਪਹਿਲੇ ਉਬਰਾਈ ਵਾਲੇ ਹੁੰਦੇ ਉਹ ਕੇਸ ਕਰ ਦਿੰਦੇ ਆ। ਜੇ ਠੇਕੇ ਵਾਲਿਆਂ ਨੂੰ ਵੇਟੇਜ ਨਹੀਂ ਦਿੰਦੇ, ਦੂਜਿਆਂ ਨੂੰ ਦਿੰਦੇ ਹੋ, ਉਹ ਕੇਸ ਕਰ ਦਿੰਦੇ ਆ। ਤੁਸੀਂ ਖੁਦ ਲੂਪ ਹੋਲ ਛੱਡਦੇ ਹੋ, ਤੁਸੀਂ ਕਮਜ਼ੋਰੀਆਂ ਖੁਦ ਛੱਡਦੇ ਹੋ, ਕੇਸ ਤਾਂ ਆਉਂਦੇ। ਨਿਆਣੇ ਕਿੱਥੇ ਕੇਸ ਕਰਨ ਜੋਗੇ ਆ? ਨਿਆਣੇ ਤਾਂ ਕਹਿੰਦੇ ਕਿ ਭਾਈ ਜਿੱਦਾਂ ਖਾਲੀ ਅਸਾਮੀਆਂ ਹੁੰਦੀਆਂ ਨਾਲ ਭਰੀ ਜਾਓ, ਸਾਨੂੰ ਪਤਾ ਹੋਵੇ ਕਿ ਭਾਈ ਇਸ ਸਾਲ ਇੰਨੇ ਕੁ ਬੰਦੇ ਭਰਤੀ ਕਰਨੇ, ਅਸੀਂ ਠੋਕ ਵਜਾ ਕੇ ਮਿਹਨਤ ਕਰੀਏ। ਇਹਨਾਂ ਦੀ ਗਲਤੀ ਸਿਰਫ ਇਹ ਹੈ ਕਿ ਤੁਹਾਡੇ ਦੇਸ਼ ਦੇ ਨੇ, ਤੁਹਾਡੇ ਸੂਬੇ ਦੇ ਨੇ, ਉਹਨੂੰ ਅੱਗੇ ਲੈ ਜਾਣਾ ਚਾਹੁੰਦੇ ਆ, ਡਿਗਰੀਆਂ ਕੀਤੀਆਂ, ਕੁਆਲੀਫਾਈਡ ਨੇ, ਪੜ੍ਹਾਉਣਾ ਚਾਹੁੰਦੇ ਆ, ਪਰ ਜਿਹੜਾ ਡੰਡਾ ਕਦੇ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਸੀ, ਅੱਜ ਉਹਨਾਂ ਦੇ ਉੱਤੇ ਫਿਰਦਾ। ਨਹੀਂ ਗੱਲ ਤੇ ਮਾੜੀ ਆ, ਪਰ ਮੈਨੂੰ ਇਹ ਆ ਵੀ ਇਹ ਨਾ ਹੋਵੇ ਜੇ ਇਦਾਂ ਹੀ ਚੱਲਦਾ ਰਿਹਾ
ਤੇ ਜਿੱਦਾਂ ਇਸ ਵਕਤ ਉਹ ਕਹਿੰਦਾ ਵੀ ਆ ਫੜ ਜਰਾ ਜ਼ੋਰ ਲਾਏ ਹਾਈਸ਼ਾ, ਕਹਿੰਦੇ ਇਹ ਕੀ, ਕਹਿੰਦੇ ਵਾ ਟਰਾਲੀ ਅੰਗੀਰਾਂ ਬੰਨ ਲਓ ਉੱਤੋਂ ਸਮਾਨ ਸਮੂਨ ਵਾਲੀ, ਕਿਉਂਕਿ ਪੰਜਾਬ ਦੂਰ ਆ, ਇਹ ਨਾ ਹੋਵੇ ਰਾਜ ਕੁਝ ਖਿਲਰਦਾ ਜਾਵੇ। ਮੈਨੂੰ ਇਹ ਆ ਵੀ ਇਹ ਨਾ ਹੋਵੇ ਜਿੱਦਾਂ ਉੱਥੋਂ ਉਹਨਾਂ ਨੇ ਆਪਣਾ ਸਾਰਾ ਸਮਾਨ ਸਮੇਟਿਆ ਕਿਸਾਨ ਮੋਰਚੇ ਵਾਲਿਆਂ ਨੇ, ਜਦੋਂ ਗਾਂ ਚਲੋ ਜਨਵਰੀ ਫਰਵਰੀ ਮਾਰਚ ਜਦੋਂ ਵੀ ਇਲੈਕਸ਼ਨ ਹੋਣੀ ਆ, ਇਹ ਜਿਹੜੀ ਸਰਕਾਰ ਹੁਣ ਜਾਂ ਜਿਹੜੇ ਵੀ ਅਧਿਕਾਰੀ ਮਤਲਬ ਮੰਤਰੀ ਸੰਤਰੀ ਜਿਹੜੇ ਵੀ ਇਸ ਵਕਤ ਅੱਖ ਦਾ ਇਸ਼ਾਰਾ ਕਰਦੇ ਨੇ, ਉਹ ਬਾਅਦ ਦੇ ਵਿੱਚ ਮਤਲਬ ਉਹਨਾਂ ਦਾ ਸਮਾਨ ਵੀ ਲੋਕਾਂ ਵੱਲੋਂ ਇੱਦਾਂ ਹੀ ਸਮੇਟਿਆ ਜਾਵੇ। ਮੈਂ ਗੱਲ ਹੀ ਕਰਦਾ ਉੱਦਾਂ। ਮੈਨੂੰ ਹੋਰ ਲੱਗਦਾ ਜਿੱਦਾਂ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਦਿੱਲੀੋਂ ਕਿਹਾ ਸੀ ਨਾ ਕਿ ਹੁਣ ਜਾ ਕੇ ਚੰਨੀ ਸਾਹਿਬ ਨਾਲ ਖਬਰ ਲੈਨੇ ਉਹਨਾਂ ਦੀ, ਉਹਨਾਂ ਨੇ ਹੋ ਸਕਦਾ ਹੈ ਕਿ ਆਹ ਸਾਰਾ ਕੁਝ ਦੇਖਦੇ ਆ ਜੇ ਉਹਨਾਂ ਦੇ ਮਨ 'ਚ ਆ ਗਿਆ, ਉਹਨਾਂ ਨੇ ਕਹਿਣਾ ਮੰਜੇ ਸਭ ਤੋਂ ਥੱਲੇ ਰੱਖੋ, ਉਹਦੇ ਨਾਲ ਕੁਰਸੀਆਂ ਰੱਖੋ, ਉਹਦੇ ਉੱਪਰ ਦਰੀ ਰੱਖੋ, ਤੇ ਸਭ ਤੋਂ ਉੱਪਰ ਟਰਾਲੀ 'ਚ ਟੈਂਟ ਦਾ ਸਮਾਨ ਚਾਹੀਦਾ, ਇੱਦਾਂ ਹੀ ਜਾ ਕੇ ਉੱਥੇ ਲਾਉਣਾ ਹੀ ਵੀ ਜਿਹੜੀ ਪਹਿਲਾਂ ਜਿਹੜੀ ਚੀਜ਼ ਦੀ ਲੋੜ ਆ ਉਹ ਥੱਲੇ ਨਾ ਹੋਵੇ, ਕਿਉਂਕਿ ਜਾਂਦੇ ਹੀ ਆਪਾਂ ਹੁਣ ਕਿਤੇ ਹੋਰ ਮੋਰਚਾ ਕੱਢਣਾ, ਕਿਤੇ ਇੱਦਾਂ ਨਾ ਹੋਵੇ। ਕਿਉਂਕਿ ਬਹੁਤ ਸਾਰੇ ਆਮ ਲੋਕਾਂ ਨੇ ਜਿਨ੍ਹਾਂ ਦਾ ਖੇਤੀਬਾੜੀ ਦੇ ਨਾਲ ਸੰਬੰਧ ਕੋਈ ਨਹੀਂ ਸੀ, ਦਿੱਲੀ ਵਾਲੇ ਕਿਸਾਨ ਅੰਦੋਲਨ ਸਾਥ ਦਿੱਤਾ, ਤੇ ਪਿੱਛੇ ਕਿਸਾਨ ਲੀਡਰ ਵੀ ਨਹੀਂ ਰਹੇ, ਜਿੱਥੇ ਇੱਥੇ ਧਰਨੇ ਲੱਗੇ ਸੀ ਦਿੱਲੀੋਂ ਸਪੈਸ਼ਲ ਆ ਕੇ ਹਾਜ਼ਰੀਆਂ ਲਵਾਉਂਦੇ ਸੀ। ਇਸ ਗੱਲ ਦਾ ਚੇਤਾ ਰੱਖਣ। ਨਹੀਂ ਉਹ ਤਾਂ ਹੈਗੀ ਆ, ਪਰ ਹੁਣ ਆਦੇ ਤੁਸੀਂ ਡਰਾਉਣ ਵਾਲੀਆਂ ਗੱਲਾਂ ਨਹੀਂ ਮੈਂ ਡਰਾਉਣ ਵਾਲੀਆਂ ਗੱਲਾਂ ਨਹੀਂ ਕਰਦਾ, ਹੈ ਤੇ ਗੱਲ ਪੂਰੀ ਡਰਾਉਣ ਵਾਲੀ ਹੈ ਵੀਰ ਜੀ। ਬਾਬਾ ਜੀ ਉਹਨਾਂ ਨੇ ਕਿਹਾ ਸੀ ਤਾਂ ਮੈਂ ਕੋਟ ਕੀਤੀ ਆ। ਨਹੀਂ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਤਾਂ ਕਿਹਾ ਨਾ, ਉਹ ਕਹਿੰਦੇ ਵੀ ਦੇਖੋ ਕਿਸਾਨ ਆ ਰਹੇ ਨੇ ਜਿੱਤ ਕੇ, ਤੇ ਪੰਜਾਬ ਸਰਕਾਰ ਨੇ ਸਵਾਗਤ ਕਰਨਾ ਉਹਨਾਂ ਦਾ। ਭਾਈ ਸਾਹਿਬ ਤੁਸੀਂ ਦੇਖੋਗੇ ਕੈਸਾ ਸਵਾਗਤ ਹੁੰਦਾ ਹੈ, ਮਤਲਬ ਇਹ ਹੈ ਦੇਣਾ। ਹੁਣ ਮੈਨੂੰ ਨਹੀਂ ਸਮਝ ਨਹੀਂ ਆਈ ਵੀ ਉਹ ਕਹਿੰਦੇ ਸਵਾਗਤ ਕਰਨਾ, ਉਧਰੋਂ ਉਗਰਾਹਾਂ ਸਾਹਿਬ ਦਾ ਬਿਆਨ ਵੀ ਸੁਣ ਲਿਆ, 2-3 ਲੀਡਰ ਹੋਰ ਨੇ ਜਿਹੜੇ ਕਿਸਾਨ ਲੀਡਰ, ਉਹ ਕਹਿੰਦੇ ਸਾਡੇ ਨਾਲ ਮੀਟਿੰਗ ਕੀਤੀ ਸੀ ਉਦੋਂ, ਤੇ 18 ਚੋਂ 17 ਤਾਂ ਮੰਨ ਲਈਆਂ ਸੀ, ਜਿਹੜੀ ਮੋਟੀ ਮੰਗ ਸੀਗੀ ਉਹਦੇ ਬਾਰੇ ਕੋਈ ਦੱਸਿਆ ਨਹੀਂ। ਤੁਸੀਂ ਉਦੋਂ ਹਫ਼ਤੇ ਦਾ ਟਾਈਮ ਲਿਆ ਸੀ, ਹੁਣ ਤਾਂ ਵਾਹਵਾ ਹਫ਼ਤੇ ਹੋ ਗਏ। ਉਹ ਕਹਿੰਦੇ ਕਿੱਦਾਂ, ਕਹਿੰਦੇ ਬਸ ਅਜੇ ਤਾਂ ਆਪਾਂ ਪੰਜਾਬ ਜਾਣਾ, ਉਦੋਂ ਬਾਅਦ ਫਿਰ 13 ਨੂੰ ਦਰਬਾਰ ਸਾਹਿਬ ਜਾਣਾ, 15 ਨੂੰ ਆਪਾਂ ਜਿਹੜੇ ਮੋਰਚੇ ਜੀ ਉਹ ਮੁਕਾ ਲਈਏ ਜੀ, 16-17 ਦੇ ਲਾਗੇ ਬੰਨੇ ਫਿਰ ਕਰ ਲੈਂਦੇ ਆ ਵਿਚਾਰ ਜਾ ਕੇ ਵੀ ਕਰਨਾ ਕੀ ਹੈ ਜੀ, ਕਿਉਂਕਿ ਕੈਦ ਦਾ ਕਰਜ਼ਾ ਹੀ ਜਿਹੜਾ ਮਾਫ ਕਰਨਾ ਹੈ। ਨਹੀਂ ਕਿਸੇ ਵੇਲੇ ਵੀ ਕੰਮ ਉਹ ਗਲ ਪੈ ਸਕਦਾ। ਸੰਧਾਲੀਆ ਸਾਹਿਬ ਜੇ ਤੁਸੀਂ ਹੁਣ ਕਿਸਾਨਾਂ ਦਾ ਜ਼ਿਕਰ ਕੀਤਾ ਹੀ ਆ, ਆਪਾਂ ਉਧਰਲੇ ਪਾਸੇ ਨੂੰ ਤੁਰ ਚਲੀਏ। ਨਹੀਂ ਆਪਾਂ ਨੂੰ ਤੁਰਨਾ ਪੈਣਾ, ਕਿਉਂਕਿ ਉਹ ਤੁਰਨ ਵਾਲੇ ਆ, ਉਹ ਤੁਰਨ ਵਾਲੇ ਆ, ਤੇ ਆਪਾਂ ਹੁਣ ਘੰਟਿਆਂ 'ਚ ਗੱਲ ਨਹੀਂ ਕਰਦੇ, ਕੁਝ ਮਿੰਟਾਂ ਬਾਅਦ ਹੀ ਕਹਿ ਲੈਂਦੇ ਆ। ਹੋ ਸਕਦਾ ਹੈ ਕਿ ਆਪਣੇ ਪ੍ਰੋਗਰਾਮ ਸਮਾਪਤ ਕਰਦੇ ਕਰਦੇ ਟਿੱਕਰੀ ਵਾਲੇ ਬਾਰਡਰ ਤੇ ਵੀ ਤੇ ਸਿੰਘੂ ਵਾਲੇ ਬਾਰਡਰ ਤੇ ਵੀ ਟਰਾਲੀਆਂ ਕਤਾਰ 'ਚ ਲੱਗ ਜਾਣੀਆਂ। ਕਿਹੜੀ ਟਰਾਲੀ ਮੋਹਰੇ ਹੋਣੀ ਆ, ਕਿਹੜੀ ਪਿਛਾਂ ਹੋਣੀ ਆ। ਇਸ ਵੇਲੇ ਕਿਸਾਨ ਲੀਡਰ ਜਿਹੜੇ ਉੱਥੇ ਸਪੀਕਰ 'ਚ ਅਨਾਉਂਸਮੈਂਟਾਂ ਕਰਦੇ ਹੋਣੇ, ਇੱਕ ਕਤਾਰ 'ਚ ਜਾਣਾ ਬਈ, ਇਸ ਜਗ੍ਹਾ ਦੇ ਉੱਤੇ ਜਾ ਕੇ ਰੁਕਣਾ ਹੀ, ਹਰਿਆਣੇ ਦੀ ਸੰਗਤ ਨੇ ਚਾਹ ਪਿਆਣੀ ਆ, ਐਂਬੂਲੈਂਸ ਨਾਲ ਚੱਲਣੀ ਆ। ਤੁਸੀਂ ਦੇਖੋ ਕਿ ਜਦੋਂ ਚੱਲੇ ਸੀ ਉਦੋਂ ਵੀ ਇਦਾਂ ਹੀ ਪ੍ਰਬੰਧ ਸੀ, ਪਾਣੀ ਧਾਣੀ ਰਾਸ਼ਨ ਸਾਰਾ ਕੁਛ ਨਾਲ, ਐਂਬੂਲੈਂਸ ਨਾਲ। ਜਿੰਨੀ ਦੇਰ ਮੋਰਚਾ ਚੱਲਿਆ ਐਂਬੂਲੈਂਸ ਨਾਲ। ਐਤਕੀ ਫਿਰ ਕਹਿੰਦੇ ਵਾਪਸ ਜਾਣਾ, ਕੋਈ ਹਵੀ ਨਾ ਵੀ ਹੋ ਸਕਦੀ ਆ, ਬਜ਼ੁਰਗ ਨਾਲ ਨੇ, ਬੱਚੇ ਨਾਲ ਨੇ, ਐਂਬੂਲੈਂਸ ਨਾਲ ਹੋਏਗੀ। ਹਰਿਆਣਾ ਪੁਲਿਸ ਨੇ ਵੀ ਲਾਤੀ ਸੁਰੱਖਿਆ ਕਰਮਚਾਰੀ ਕਿ ਕਿਸੇ ਵੀ ਕੋਈ ਧੂਤ ਨਾ ਹੋਵੇ। ਹੁਣ ਜਿੱਦਾਂ ਆਏ ਸੀ ਉੱਦਾਂ ਹੀ ਮੋੜ ਦਈਏ ਤਾਂ ਵਧੀਆ, ਇਹ ਨਾ ਹੋਵੇ ਕਿ ਜਾਂਦੇ ਜਾਂਦੇ ਕੋਈ ਸਿਆਪਾ ਗਲ ਪੈ ਜਾਏ। ਅਸੀਂ ਉਮੀਦ ਕਰਦੇ ਹਾਂ ਕਿ ਸ਼ਾਂਤੀ ਦੇ ਨਾਲ ਸਭ ਕੁਝ ਆਪੋ ਆਪਣੀ ਥਾਂ ਹੋ ਜਾਵੇ। ਪਰ ਅੱਜ ਫਤਿਹ ਮਾਰਚ ਦੀਆਂ ਹੁਣ ਤੋਂ ਥੋੜ੍ਹੇ ਮਿੰਟਾਂ ਦੇ ਬਾਅਦ ਜਿਹੜੀਆਂ ਉਹ ਤਿਆਰੀਆਂ ਨੇ, ਟਿੱਕਰੀ ਤੇ ਸਿੰਘੂ ਦੋਨਾਂ ਬਾਰਡਰਾਂ ਤੋਂ ਪੰਜਾਬ ਨੂੰ ਕਾਫਲੇ ਜਿਹੜੇ ਉਹ ਚਾਲੇ ਪਾਉਣਗੇ, ਤਾਂ ਫਿਰ ਜਲੌ ਕਿੱਦਾਂ ਦਾ ਹੋਣਾ ਆਪਾਂ ਸਾਰਿਆਂ ਨੂੰ ਪਤਾ ਹੈ। ਵੈਸੇ ਤਾਂ ਖਬਰਾਂ ਇਹ ਵੀ ਆਉਂਦੀਆਂ ਸੀ ਵੀ ਇਹ ਸਮੇਂ ਤੋਂ ਪਹਿਲਾਂ ਹੀ ਕੁਛ ਟਰਾਲੀਆਂ ਕੁਛ ਲੋਕ ਤੁਰ ਵੀ ਪਏ ਨੇ, ਕਿਉਂਕਿ ਕਾਰਨ ਇਹ ਹੁੰਦਾ ਨਾ ਵੀ ਮੰਨ ਲਓ ਹੁਣ ਅਗਲਿਆਂ ਦੀ ਜਥੇਬੰਦੀ ਉਹ ਕਹਿੰਦੇ ਵੀ ਯਾਰ ਆਪਣੇ ਕੋਲੇ ਤਾਂ 3 ਟਰਾਲੀਆਂ ਸਮਾਨ ਦੀਆਂ, ਇੱਥੇ ਕਿਹੜਾ ਕੋਈ ਬੰਦਾ, ਨਾਲੇ ਸਾਨੂੰ ਜਾਣਾ ਵੀ ਥੋੜ੍ਹਾ ਹੌਲੀ ਪੈਣਾ, ਮੁੜ ਕੇ ਫਿਰ ਜਾਮ ਜੂਮ ਲਾਇਆ, ਉਹ ਕੋਈ ਚੰਗਾ ਫਿਰ ਤੁਸੀਂ ਖਿੱਚੋ, ਕੋਈ ਨਹੀਂ ਅਸੀਂ ਆਉਣੇ ਮਗਰ, ਹੈ ਨਾ ਵੀ ਆਹ ਜਿਹੜੀਆਂ 2-3 ਟਰਾਲੀਆਂ ਬੰਦੇ ਆਪਾਂ ਇਹਦੇ 'ਚ ਭਾ ਲੈਂਦੇ ਹਾਂ, ਸਮਾਨ ਵਾਲੀਆਂ ਤੁਸੀਂ ਪਹਿਲਾਂ ਤੋਰ ਲਓ। ਸੋ ਉਸ ਹਿਸਾਬ ਨਾਲ ਵੀ ਕੰਮ ਕੁਛ ਤੁਰ ਪਿਆ। ਤੇ ਹੁਣ ਤਾਂ ਵੈਸੇ ਇਹ ਸੁਣਨ 'ਚ ਆ ਰਿਹਾ, ਬਾਕੀ ਚਲੋ ਟਿੱਪਣੀਆਂ ਕਰਨ ਵਾਲੇ ਟਿੱਪਣੀਆਂ ਆਪਣੀਆਂ ਕਰ ਦੇਣਗੇ ਵੀ ਜਿਹੜਾ ਇਸ ਵਕਤ ਦੋਵੇਂ ਸੜਕਾਂ ਨੇ, ਮੁੱਖ ਸੜਕਾਂ, ਇੱਕ ਜਿਹੜੀ ਮਾਲਵੇ ਵੱਲ ਨੂੰ ਜਾ ਜੁੜਦੀ ਹੈ ਅਤੇ ਇੱਕ ਜਿਹੜੀ ਧਰਮਵਾਲੇ ਸ਼ੰਭੂ ਵੱਲ ਨੂੰ ਆ ਜਾਂਦੀ ਹੈ, ਉਹਨਾਂ ਦੇ ਕਹਿੰਦੇ ਲੰਮੀਆਂ ਕਤਾਰਾਂ ਨੇ ਇਸ ਵਕਤ ਵਾਪਸੀ ਦੀਆਂ, ਅਤੇ ਜਿਹੜੀਆਂ ਗੱਡੀਆਂ ਕੋਟਰਾਂ ਦੀਆਂ ਰਫ਼ਤਾਰਾਂ ਉਹ ਥੋੜ੍ਹੀਆਂ ਘੱਟਦੀਆਂ, ਫਿਰ ਜਾਮ 'ਤੇ ਲੱਗਣਗੀਆਂ। ਸੰਧਾਲੀਆ ਸਾਹਿਬ ਇਹ ਪੱਕੇ ਜਾਮ ਤੋਂ ਰਾਹਤ ਮਿਲ ਜਾਣੀ ਇੱਕ ਦਿਨ ਦੇ ਜਾਮ ਨਾਲ। ਜਿਹੜੀਆਂ ਟਰਾਲੀਆਂ ਦਾ ਤੁਸੀਂ ਜ਼ਿਕਰ ਕੀਤਾ ਜਾਂ ਚਰਚਾ ਚੱਲਦੀ ਆ ਪਹਿਲਾਂ ਚਲੇ ਗਈਆਂ, ਉਹਦੇ ਪਿੱਛੇ 2 ਕਾਰਨ ਨੇ। ਸਵਾਗਤ ਵੀ ਹੋਣੇ ਆ। ਮੁੱਖ ਪ੍ਰਬੰਧਕ ਤਾਂ ਸਾਲ ਹੋ ਗਿਆ ਇੱਥੇ ਬੈਠੇ ਸੀ, ਉਹ ਕਹਿੰਦੇ ਕੋਈ ਗੱਲ ਨਹੀਂ 5 ਟਰਾਲੀਆਂ ਇਲਾਕੇ ਦੀਆਂ, ਇੱਕ ਚੱਲ ਜਾਓ ਬਈ ਆਹ ਸਮਾਨ ਜਿਹੜਾ, ਕਿਉਂਕਿ ਕਈ ਸਮਾਨ ਟੁੱਟਣ ਵਾਲਾ, ਉਹ ਕਹਿੰਦੇ ਇਹਨੂੰ ਹੌਲੀ ਲਿਜਾਣਾ ਪੈਣਾ, ਤੁਸੀਂ ਪਹਿਲਾਂ ਤੁਰੋ। ਇਹਦੇ ਨਾਲ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅੱਗੋਂ ਜਾ ਕੇ ਅੰਮ੍ਰਿਤਸਰ ਜਾਣ ਦਾ ਵੀ ਪ੍ਰਬੰਧ ਕਰਨਾ ਹੈ, ਕਿ ਤੁਸੀਂ ਚਲੋ ਜਾ ਕੇ ਟਰਾਲੀ ਧੋਵੋ, ਆਪਣਾ ਜਿਹੜਾ ਕੰਮ ਕਰਨਾ, ਪਿੰਡ ਵਾਲਿਆਂ ਦੇ ਜਾ ਕੇ ਅਨਾਉਂਸਮੈਂਟ ਕਰੋ ਕਿ ਆਪਣੀਆਂ ਆਹ ਚੀਜ਼ਾਂ ਨੇ, ਸਾਰੀਆਂ ਚੀਜ਼ਾਂ ਦੱਸੋ। ਇਹਦੇ ਨਾਲ ਨਾਲ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜੇ ਧਰਨੇ ਲੱਗੇ ਹੋਏ ਨੇ, ਉਹਨਾਂ ਨੂੰ ਜਾ ਕੇ ਜੱਫੀਆਂ ਵੀ ਪਾਉਣੀਆਂ ਕਿ ਧਰਨੇ ਵਾਲਿਓ ਅਸੀਂ ਤੁਹਾਡੀ ਜਗ੍ਹਾ 2-4 ਘੰਟੇ ਬੈਠੇ, ਤੁਸੀਂ ਨੂੰ ਨਹਾ ਧੋ ਕੇ ਆਓ, ਆਪਾਂ ਇੱਦਾਂ ਦੇ ਜਿਹੜੇ ਉਹ ਪ੍ਰਬੰਧ ਕਰਨੇ ਆ। ਅਸਲ ਸੁਨੇਹੇ ਵੀ ਜਾ ਕੇ ਦੇਣੇ ਆ। 1000 ਕੁ ਟਰਾਲੀ ਕਹਿੰਦੇ ਆ ਕਿ ਭਾਈ ਚਲੇਗੀ, ਹਜ਼ਾਰਾਂ ਟਰਾਲੀਆਂ ਅੱਜ ਜਾਣੀਆਂ, ਪਰ ਜਿਹੜਾ ਬੀਤੇ ਕੱਲ੍ਹ ਦਾ ਦਿਨ ਤੇ ਸਾਰੀ ਰਾਤ ਜਿਹੜੀ ਲੰਘੀ ਹੈ,
ਉਹ ਸੰਧਾਲੀਆ ਸਾਹਿਬ ਬਹੁਤ ਹੈਰਾਨੀਜਨਕ ਸੀ। ਇੱਕ ਬੀਬੀ ਜੀ ਟਿੱਕਰੀ ਬਾਰਡਰ ਦੇ ਉੱਤੇ ਆਪਣੇ ਪ੍ਰਤੀਨਿਧ ਉਹਨਾਂ ਦੇ ਕੋਲੇ ਗਏ, ਬੀਬੀ ਦੀ ਸਮੋਸਿਆਂ ਦੀ ਹਲਵਾਈ ਦੀ ਦੁਕਾਨ ਛੋਟੀ ਜੀ। ਜਦੋਂ ਕੋਈ ਬੰਦਾ ਪੁੱਛਦਾ ਨਾ ਕਿ ਕਿਸਾਨ ਅੰਦੋਲਨ ਦਾ ਹਾਸਲ ਕੀ ਹੈ, ਖੇਤੀ ਅੰਦੋਲਨ ਰੱਦ ਹੋਏ, ਛੋਟੇ ਰਹਿ ਜਾਂਦੇ ਆ ਜਿਹੜੇ ਆਖਰੀ ਮੰਗਾਂ ਪ੍ਰਵਾਨ ਕੀਤੀਆਂ ਛੋਟੀਆਂ ਰਹਿ ਜਾਂਦੀਆਂ। ਉਹ ਬੀਬੀ ਨੇ ਪਤਾ ਕੀ ਕਿਹਾ, ਉਹ ਕਹਿੰਦੀ ਕੋਵਿਡ ਆ ਗਿਆ ਸੀ ਤਾਂ ਸਾਲ ਹੋ ਗਿਆ ਸੀ, ਸਾਡਾ ਕੰਮ ਨਹੀਂ ਸੀ ਚੱਲਦਾ, ਹੌਲੇ ਹੋ ਗਿਆ ਸੀ ਆਰਥਿਕ ਤੌਰ ਤੇ, ਬਹੁਤ ਛੋਟੀ ਜਿਹੀ ਦੁਕਾਨ। ਫਿਰ ਕਹਿੰਦੀ ਕਿਸਾਨ ਆ ਗਏ ਬੜੇ ਅਗਰੈਸਿਵ, ਇਹਨਾਂ ਦੇ ਨਾਲ ਵੀ ਸਰਕਾਰ ਵੀ ਮੋਹਰੇ ਬੜੀ ਤੱਤੀ, ਅਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬਿਸ਼ਾਰਾਂ, ਕਹਿੰਦੇ ਟਰਾਲੀਆਂ ਲੱਗ ਗਈਆਂ ਮੋਹਰੇ, ਕੰਮ ਦਾ ਬੜਾ ਨੁਕਸਾਨ ਹੋਇਆ। ਪਰ ਉਹ ਕਹਿੰਦੀ 1 ਸਾਲ ਦੇ ਵਿੱਚ, ਉਹ ਬੀਬੀ ਦੀ ਵਰਡਿੰਗ ਸੀ ਇਹ, ਹਿੰਦੀ ਬੋਲਦੀ ਹੈ ਬੀਬੀ, ਕਿਸੇ ਹੋਰ ਸੂਬੇ ਦੀ ਹੈ, ਸਿਰਫ ਉੱਥੇ ਦੁਕਾਨ ਕਰਦੇ, ਕਮਰੇ ਦਾ ਘਰ ਲੈ ਕੇ ਰਹਿੰਦੇ ਆ। ਉਹ ਕਹਿੰਦੀ ਕਿ 1 ਸਾਲ ਦੇ ਵਿੱਚ ਇਹ ਕਮੇਟੀ, ਕਿਸਾਨਾਂ ਦੀ ਕਮੇਟੀ ਵਾਲਿਆਂ ਨੇ ਮੈਨੂੰ ਧੀ ਸਮਝਿਆ, ਮੈਨੂੰ ਭੈਣ ਸਮਝਿਆ, ਬੜੀਆਂ ਦਿੱਕਤਾਂ ਕਹਿੰਦੇ ਆਈਆਂ, ਨਾਲ ਖੜਦੇ ਸੀ। ਤੇ ਮੈਂ ਕਹਿੰਦੇ ਇੰਨੇ ਕੁ ਜੋਗੀ ਹੋ ਗਈ ਆ ਕਿ ਸਾਰੀ ਉਮਰ ਮੇਰੇ ਤੇ ਮੇਰੇ ਟੱਬਰ ਤੇ ਕੋਈ ਮੁਸੀਬਤ ਆ ਜਾਵੇ, ਮੈਨੂੰ ਹੁਣ ਸਹਿਣਾ ਤੇ ਲੜਨਾ ਆ ਗਿਆ ਕਿ ਉਸ ਮੁਸੀਬਤ ਦੇ ਵਿੱਚੋਂ ਬਾਹਰ ਕਿੱਦਾਂ ਨਿਕਲਣਾ, ਇਹਨਾਂ ਨੇ ਸਿਖਾਤਾ ਹੀ। ਹੋਰ ਦੇਖੋ, ਉਹ ਬੀਬੀ ਕਹਿੰਦੀ ਰਾਤ ਨੂੰ 11 ਵਜੇ ਤੱਕ ਮੈਂ ਦੁਕਾਨ ਤੇ ਇਕੱਲੀ ਹੁੰਦੀ ਸੀ, ਤੇ ਐਨ ਮੇਨ ਰੋਡ ਤੇ ਦੁਕਾਨ, ਘਰ ਵਾਲਾ ਕਈ ਵਾਰੀ ਮਹੀਨਾ ਪਿੰਡ ਚਲੇ ਜਾਂਦਾ ਸੀ, 1 ਵੀ ਰੁਪਈਆ ਨਹੀਂ ਕਿਸੇ ਦਾ ਕਹਿੰਦੀ ਦੇਣ ਵਾਲਾ, ਜਿਹੜਾ ਕਿਸੇ ਨੇ ਮੇਰਾ ਦੇਣਾ ਹੋਵੇ ਹਿਸਾਬ ਸਾਰਾ ਕਰਤਾ। ਮੈਨੂੰ ਇੱਕ ਵਾਰੀ ਵੀ ਮਹਿਸੂਸ ਹੀ ਨਹੀਂ ਹੋਇਆ ਕਿ ਮੈਨੂੰ ਕੋਈ ਖਤਰਾ ਹੋ ਸਕਦਾ ਕਿ ਬਾਹਰਲੇ ਬੰਦੇ ਆ ਕੇ ਬੈਠੇ। ਕਹਿੰਦੀ ਇਹਨਾਂ ਨੇ ਆਣ ਕੇ ਪਿੰਡ ਵਸਾਇਆ ਤੇ ਸਾਨੂੰ ਲੱਗਾ ਕਿ ਅਸੀਂ ਇਹਨਾਂ ਦੇ ਪਿੰਡ ਰਹਿੰਦੇ ਆ। ਜਦੋਂ ਕੋਈ ਓਪਰਾ ਬੰਦਾ ਇਹ ਕਵੇ ਕਿ ਮੈਨੂੰ ਧੀਆਂ ਵਾਂਗੂ ਰੱਖਿਆ, ਮੈਂ ਰਾਤ 11 ਵਜੇ ਤੱਕ ਇਕੱਲੀ ਦੁਕਾਨ ਕਰਦੀ ਸੀ, ਇਹਦਾ ਮਤਲਬ ਕੀ ਹੈ ਕਿ ਤੁਹਾਡਾ ਹਿਸਾਬ ਵੀ ਕਹਿੰਦੀ ਰੁਪਈਆ ਕੋਈ ਨਹੀਂ ਰਹਿੰਦਾ ਕਿਸੇ ਵੱਲ, ਤੇ ਮੈਨੂੰ ਲੜਨਾ ਆ ਗਿਆ। ਇਹਦਾ ਮਤਲਬ ਪਤਾ ਕੀ ਹੈ, ਇਹਦਾ ਮਤਲਬ ਇਹ ਹੈ ਕਿ ਅਸੀਂ ਉਹ ਨਹੀਂ ਹੈਗੇ ਬੰਨਿਆਂ ਦੇ ਲੜਨ ਵਾਲੇ। ਇਹ ਜਿੱਡੀ ਕੁਰਸੀ ਉਸ ਬੀਬੀ ਦਾ ਇੱਕ ਬਿਆਨ ਦੇ ਕੇ ਗਿਆ, ਇਹ ਸਰਪੰਚੀ ਦੀ ਕੁਰਸੀ ਕੁਛ ਨਹੀਂ, ਜਿਹੜੀ ਲੰਬੜਦਾਰੀ ਦੇ ਲਈ, ਸਕੂਲ ਦੀ, ਗੁਰੂ ਘਰ ਦੀ ਪ੍ਰਧਾਨਗੀ ਦੀ ਕੁਰਸੀ ਲਈ ਲੜਦੇ ਆ। ਇਸ ਬੀਬੀ ਦੁਆਰਾ ਦਿੱਤੇ ਗਏ ਮੈਡਲ ਦੇ ਸਾਹਮਣੇ ਸਾਰੀਆਂ ਚੀਜ਼ਾਂ ਜਿਹੜੀਆਂ ਬੌਣੀਆਂ ਨੇ, ਉਹ ਬੀਬੀ ਦੇ ਸ਼ਬਦ ਦੱਸਦੇ ਆ ਕਿ ਭਾਈ ਅਸਲ ਤੁਸੀਂ ਆਓ, ਪਿੰਡ ਜਾ ਕੇ ਆਹੀ ਰਹੋ। ਨਹੀਂ, ਇਹ ਤਾਂ ਹੈ, ਬਿਲਕੁਲ ਹਾਸਲ ਹੈਗਾ। ਦੇਖੋ ਗੱਲ ਇਹ ਆ ਬਾਟ ਸਾਹਿਬ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤੇ ਇੱਕ ਕਹਾਣੀ ਹੋ ਗਈ। ਇਹੋ ਜਿਹੀਆਂ ਕਈ ਕਹਾਣੀਆਂ ਨੇ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਉੱਥੋਂ ਨਿਕਲਣਗੀਆਂ, ਤੇ ਹੌਲੀ ਹੌਲੀ ਹੋ ਸਕਦਾ ਵੀ ਜਦੋਂ ਆਪਾਂ ਇੱਕ ਕਹਾਣੀ ਸੁਣੀਏ ਤੇ ਆਪਾਂ ਲੱਗੇ ਵੀ ਉਹ ਤੇਰਾ ਭਲਾ ਹੋ ਜੇ, ਤੇ ਪਹਿਲੀ ਨਾਲੋਂ ਵੀ ਮਤਲਬ ਜ਼ਿਆਦਾ ਉੱਦਾਂ ਦੀ ਹੈ। ਫਿਰ ਜੇ ਅਗਲੀ ਕਹਾਣੀ ਸੁਣੀਏ ਤੇ ਹੋ ਸਕਦਾ ਵੀ ਉਹ ਕਹਾਣੀ ਰਵਾ ਹੀ ਦੇਵੇ ਵੀ ਯਾਰ ਉਹ ਤੇਰਾ ਭਲਾ ਹੋ ਜੇ, ਆ ਵੀ ਉੱਥੇ ਕੁਝ ਵਾਪਰਿਆ। ਇੱਕ ਮੈਂ ਮੇਰਾ ਖਿਆਲ ਪੜ੍ਹ ਰਿਹਾ ਸੀ ਇੱਕ ਪੋਸਟ ਜੀ, ਉਹਦੇ 'ਚ ਸੀਗਾ ਕਿ ਵੀ ਛੋਟੇ ਛੋਟੇ ਨਿਆਣੇ, ਜਿੱਦਾਂ ਆਪਾਂ ਉੱਥੇ ਵਿਖਾਇਆ ਕਿ ਵੀ ਬਹੁਤ ਸਾਰੇ ਆਪਣੇ ਹੀ ਉੱਥੇ ਕਿਸਾਨ ਜਥੇਬੰਦੀਆਂ ਦੇ 'ਚੋਂ ਨੌਜਵਾਨ ਕੁੜੀਆਂ ਜਿਹੜੀਆਂ ਸੀ ਉਹਨਾਂ ਨੂੰ ਪੜ੍ਹਾਉਣ ਲੱਗ ਪਈਆਂ ਜੀ। ਉਹ ਸ਼ਾਇਦ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਇਹਨੇ ਚਲੇ ਜਾਣਾ, ਦੀਦੀ ਨੇ ਚਲੀ ਜਾਣਾ, ਤੇ ਉਹ ਉਹਦੇ ਤੱਕ ਇਹ ਕਹਿਣ ਲਈ ਆਏ ਵੀ ਹੁਣ ਫਿਰ ਅਸੀਂ ਪੜ੍ਹਾਂਗੇ ਕਿੱਦਾਂ। ਇੱਦਾਂ ਹੀ ਹੈ ਨਾ। ਹੁਣ ਤੁਸੀਂ ਇਹ ਦੇਖੋ ਵੀ ਉਹ ਜਵਾਕ ਜਿਨ੍ਹਾਂ ਨੂੰ 1 ਸਾਲ ਪਹਿਲਾਂ ਤੱਕ ਇਹ ਪਤਾ ਵੀ ਨਹੀਂ ਸੀ ਵੀ ਇਹ ਪੜ੍ਹਨਾ, ਤੇ 1 ਸਾਲ 'ਚ ਉਹਨਾਂ ਦੀ ਇੰਨੀ ਕੁ ਸਾਂਝ ਬਣ ਗਈ ਵੀ ਯਾਰ ਇਹਨੇ ਸਾਨੂੰ 4 ਅੱਖਰ ਦੱਸੇ, ਤੇ ਹੁਣ ਇਹਨੇ ਚਲੇ ਜਾਣਾ, ਫਿਰ ਅਸੀਂ ਪੜ੍ਹਾਂਗੇ ਕਿੱਦਾਂ। ਮਤਲਬ ਮੈਂ ਇਹ ਸੋਚਦਾ ਵੀ ਯਾਰ ਉਹ ਜਿਹੜੇ ਜਵਾਕ ਨੇ ਜਦੋਂ ਵੱਡੇ ਵੀ ਹੋ ਗਏ, ਉਹ ਯਾਦਾਂ ਤੁਸੀਂ ਕਿੱਦਾਂ ਉਹਨਾਂ ਦੇ ਮਨਾਂ 'ਚੋਂ ਕੱਢ ਲਓਗੇ? ਸਵਾਲ ਹੀ ਨਹੀਂ ਪੈਦਾ, ਜੋ ਮਰਜ਼ੀ ਕੱਢ ਲਓ। ਮੈਂ ਕਹਿੰਦਾ ਉਹ ਤਾਂ ਉਕਰੀਆਂ ਗਈਆਂ, ਹੈ ਨਾ। ਤੁਸੀਂ ਸੀਮੈਂਟ ਗਿੱਲਾ ਹੁੰਦਾ ਨਾ, ਕੇਰੀ ਲਿਖ ਦਿੰਦੇ ਹੁੰਦੇ ਐ ਇੰਨੀ ਤਰੀਕ, ਮਿਸਤਰੀ ਲਿਖਦਾ ਹੁੰਦਾ ਆਹੋ 1900 ਇੰਨੇ ਦਾ ਘਰ, ਸਾਰਾ ਘਰ ਟਹਿ ਜਾਂਦਾ ਹੁੰਦਾ, ਕੋਲਾ ਨਹੀਂ ਢਹਿੰਦਾ ਕਈ ਵਾਰੀ, ਤੇ ਉੱਥੇ ਤਰੀਕ ਲਿਖੀ ਹੋ ਰਹਿ ਜਾਂਦੀ ਹੈ, ਲਿਖੀ ਹੁੰਦੀ ਬਤਨ ਸਿੰਘ ਸਾਲ, ਹੈ ਨਾ। ਇਦਾਂ ਆ ਕਈ ਵਾਰ ਨਿਆਣੇ ਇਹ ਨਾ ਸਾਡੇ ਦਾਦਾ ਜੀ ਦਾ ਨਾਮ ਲਿਖਿਆ ਆ ਸਰਦਾਰ ਕੋਨਣ ਸਿੰਘ 1967। ਉਹ ਚੀਜ਼ਾਂ ਜਿਹੜੀਆਂ ਉੱਥੇ ਸੀਮੈਂਟ 'ਚ ਲਿਖੀਆਂ ਗਈਆਂ, ਜਿਹੜਾ ਤੁਹਾਡੇ ਦਿਮਾਗ ਦਾ, ਤੁਹਾਡੇ ਦਿਲ ਦਾ ਸੀਮੈਂਟ ਹੈ। ਮੈਂ ਇੱਥੇ ਇੱਕ ਐਗਜ਼ਾਮਪਲ ਦਿੰਦਾ ਸੰਧਾਲੀਆ ਸਾਹਿਬ, ਮੈਂ ਇਸ ਚੀਜ਼ ਨੂੰ ਪੰਜਾਬ ਦੇ ਭਵਿੱਖ ਨਾਲ ਜੋੜ ਕੇ ਵੇਖਣਾ। ਪੰਜਾਬ ਦੇ ਭਵਿੱਖ ਨਾਲ ਜੋੜ ਕੇ ਇਸ ਕਰਕੇ ਵੇਖਣਾ, ਉੱਥੇ ਕੁਝ ਬੱਚੀਆਂ, ਕਿਉਂਕਿ ਫੈਕਟਰੀਆਂ ਨੇ ਟਿੱਕਰੀ ਬਾਰਡਰ ਵਾਲੇ ਪਾਸੇ ਵੀ, ਸਿੰਘੂ ਵਾਲੇ ਪਾਸੇ ਵੀ, ਉੱਥੇ ਕੰਮ ਕਰਨ ਜਾਂਦੀਆਂ ਨੌਜਵਾਨ ਕੁੜੀਆਂ, ਸਥਾਨਕ ਕੁੜੀਆਂ। ਉਹਨਾਂ ਕੁੜੀਆਂ ਨੇ ਕਿਹਾ ਕਿ ਪਹਿਲਾਂ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਘਟਨਾ, ਛੇੜਖਾਨੀ ਦੀ ਜਾਂ ਇੱਧਰ ਉੱਧਰ ਹੋ ਜਾਂਦੀ ਸੀ, ਮਾੜੀ ਮੋਟੀ ਕਿਤੇ ਪੰਜਾਬ 'ਚ ਹੁੰਦੀਆਂ। ਜਦੋਂ ਤੁਸੀਂ ਆਏ ਹੋ ਨਾ, ਅਸੀਂ ਲੇਟ ਆਈਏ, ਅਸੀਂ ਵੇਲੇ ਸਿਰ ਆਈਏ, ਅੱਜ ਤੱਕ ਛੇੜਖਾਨੀ ਦੀ ਘਟਨਾ ਨਹੀਂ ਘਟੀ। ਕੁੜੀਆਂ ਨੇ ਦੱਸਿਆ, ਉਹ ਕਹਿੰਦੀਆਂ ਸਵੇਰੇ ਆਉਂਦੀਆਂ ਸੀ ਤਾਂ ਬਾਪੂ ਬਾਜਾ ਮਾਰਦੇ, ਪੁੱਤ ਚਾਹ ਪੀ ਕੇ ਜਾਇਓ, ਫਿਰ ਕਹਿੰਦੇ 15 ਮਿੰਟ ਪਹਿਲਾਂ ਹੀ ਤੁਰਨਾ ਪਈਆਂ ਕਰੋ ਕਿ ਬਾਪੂਆਂ ਨੇ ਚਾਹ ਦਾ ਪੜਾ ਕੇ ਹੀ ਦੂਰ ਨਹੀਂ। ਸ਼ਾਮ ਨੂੰ ਜਦੋਂ ਆਉਣਾ, ਕਈ ਵਿਆਹੀਆਂ ਬੀਬੀਆਂ ਵੀ ਕੰਮ ਤੇ ਜਾਂਦੀਆਂ ਫੈਕਟਰੀਆਂ 'ਚ, ਬਹੁਤ ਆਰਥਿਕ ਤੌਰ ਤੇ ਲੋਹ ਪੱਧਰ ਜਿਹੜਾ, ਕਹਿੰਦੇ ਰਾਤ ਨੂੰ ਜਦੋਂ ਅਸੀਂ ਸ਼ਾਮ ਨੂੰ ਆਉਣਾ, ਤੁਰ ਕੇ ਤਾਂ ਆਉਣਾ ਕਿਉਂਕਿ ਬੈਰੀਕੇਡ ਲੱਗੇ ਹੋ ਸੀ, ਸਾਨੂੰ ਰੋਕਣਾ, ਰੋਟੀ ਖਵਾ ਕੇ ਭੇਜਣੀ, ਨਿਆਣਿਆਂ ਦੀ ਪੂਣੇ 'ਚ ਬੰਨ੍ਹ ਕੇ ਦੇਣੀ ਕਿ ਤੁਸੀਂ ਘਰ ਨੂੰ ਚਲੀਆਂ, ਜਾ ਕੇ ਕਿੱਥੇ ਪੁੱਤ ਪਕਾਉਂਦੀਆਂ ਰਹੋਗੀਆਂ। ਤੇ ਉਹਨਾਂ ਬੀਬੀਆਂ ਨੇ ਕਿਹਾ ਕਿ ਅਸੀਂ ਤਾਂ ਬੰਦੇ ਹੀ ਇੱਦਾਂ ਦੇ ਪਹਿਲੀ ਵਾਰੀ ਦੇਖਿਆ ਕਿ ਸਾਨੂੰ ਸਾਲ ਇੱਕ ਡਰ ਡੁੱਕਰ ਹੀ ਨਹੀਂ ਸੀ ਰਿਹਾ ਕਿ ਸਾਡੇ ਵੱਲ ਕੋਈ ਤੱਕ ਵੀ ਕਿੱਦਾਂ ਜਾਊ। ਤੇ ਜਦੋਂ ਹੁਣ ਅਸੀਂ ਪੰਜਾਬ ਨੂੰ ਮੁੜਨਾ, ਤੇ ਸੰਧਾਲੀਆ ਸਾਹਿਬ ਇੱਥੇ ਕੋਈ ਰੇਪ ਦੀ ਘਟਨਾ, ਕੋਈ ਛੇੜਖਾਨੀ ਦੀ ਘਟਨਾ, ਕੋਈ ਜਿਹੜਾ ਕੰਨ ਦੇ ਵਿੱਚੋਂ ਕੋਈ ਬਾਲੀਆਂ ਲਾਉਣ ਦੀ ਘਟਨਾ, ਕਿਸੇ ਦੇ ਪਰਸ ਖੋਹਣ ਦੀ ਘਟਨਾ,
ਹੋ ਹੀ ਨਹੀਂ ਸਕਦੀ। ਜਿਹੜਾ ਕਿਰਦਾਰ ਆਪਾਂ 1 ਸਾਲ ਦੇ ਵਿੱਚ ਉੱਥੋਂ ਬਣਾ ਲਿਆ, ਜਿਹਦੇ ਉੱਤੇ ਧੂੜ ਮਿਲ ਗਈ ਸੀ, ਉਹਨੂੰ ਝਾੜ ਕੇ ਦੁਬਾਰਾ ਉਹ ਆਪਣੇ ਉੱਪਰ ਲੋਈ ਜਿਹੜੀ ਲੈ ਲਈ ਹੈ, ਹੁਣ ਪੰਜਾਬ ਦੇ ਪਿੰਡਾਂ ਜਾ ਕੇ ਲਾਹ ਨਹੀਂ ਦੇਣੀ, ਉਹਨੂੰ ਉਦਾਂ ਹੀ ਰੱਖਣਾ, ਕਿਉਂਕਿ ਮੈਡਲ ਮਿਲਿਆ, ਉਹਨੂੰ ਸਾਂਭ ਕੇ ਰੱਖਣਾ ਜ਼ਰੂਰੀ ਹੈ। ਨਹੀਂ, ਮੇਰਾ ਖਿਆਲ ਇੱਕ ਚੀਜ਼ ਆਪਾਂ ਹੋਰ ਐਡ ਕਰੀਏ, ਹੋ ਸਕਦਾ ਵੀ ਉਹ ਕਈ ਵਾਰ ਆਪਾਂ ਇੱਧਰ ਉੱਧਰ ਪੋਸਟਾਂ 'ਚ ਈਵਨ ਜੇ ਆਪਾਂ ਗੱਲ ਕਰੀਏ ਤੇ ਬਾਲੀਵੁੱਡ ਵਾਲੇ ਪਾਸੇ ਨਾ ਕਈ ਵਾਰ ਉਹ ਚੀਜ਼ਾਂ ਦਰਸਾਈਆਂ ਜਾਂਦੀਆਂ ਸੀ ਵੀ ਇੱਕ ਕੋਈ ਸਿੱਖ ਦਾ ਕਿਰਦਾਰ ਸਿਰਜਿਆ ਜਾਂਦਾ ਸੀ ਫਿਲਮਾਂ ਦੇ ਹਿਸਾਬ ਨਾਲ ਜਾਂ ਛੋਟੀਆਂ ਸਟੋਰੀਜ਼ ਦੇ ਹਿਸਾਬ ਨਾਲ। ਫਿਰ ਉਹ ਜਿਹੜਾ ਕਿਰਦਾਰ ਹੋਣਾ ਨਾ, ਤੇ ਉਹ ਪਹਿਲਾਂ ਉਹਨੂੰ ਬੜਾ ਇਮਾਨਦਾਰ ਜਿਹਾ ਦਿਖਾਇਆ ਜਾਣਾ ਹੈ ਨਾ, ਯਾਰ ਉਹ ਬੰਦਾ ਵਾਹ ਕਿਆ ਬਾਤ ਹੈ ਯਾਰ, ਉਹਦੇ ਅੰਦਰ ਮਤਲਬ ਉਹ ਅਣਖ ਵੀ ਹੈਗੀ ਆ, ਇਮਾਨਦਾਰੀ ਵੀ ਆ, ਜੇ ਤੁਸੀਂ ਉਹਦੇ ਕੋਲ ਆ ਨਾ ਤਾਂ ਫਿਰ ਤੁਸੀਂ ਮਤਲਬ ਆਪਣੇ ਆਪ ਨੂੰ ਸੇਫ ਸਮਝੋ। ਪਰ ਪਿਛਲਾ ਜਿਹਾ ਕੁਝ ਵਕਤ ਆਇਆ ਸੀ ਜਦੋਂ ਆਪਾਂ ਉਹ ਸਮਾਂ ਦੇਖਿਆ ਵੀ ਜਿਸ ਸਮੇਂ ਦੇ ਵਿੱਚ ਜੇ ਕੋਈ ਚੁਟਕਲਾ ਬਣਾਉਣਾ ਤਾਂ ਅਗਲਾ ਕਹਿੰਦਾ ਇੱਥੇ ਬਣਾਓ। ਆਪਾਂ ਉਹ ਸਾਰੇ ਕੁਛ ਨੂੰ ਦੇਖਿਆ ਵੀ ਜਦੋਂ ਡੈਲੀਬਰੇਟਲੀ ਲੱਗਣ ਲੱਗ ਪਿਆ ਵੀ ਯਾਰ ਇੱਦਾਂ ਕਿਉਂ ਹੋਣ ਲੱਗ ਪਿਆ। ਸ਼ਾਇਦ ਹੋ ਸਕਦਾ ਕਿ ਵੀ ਆਹ ਜੋ ਅਜੇ ਤਾਂ ਸ਼ਾਇਦ ਉਹ ਗੱਲਾਂ ਨਾ ਸਾਹਮਣੇ ਆਉਣ, ਪਰ ਕਿਉਂਕਿ ਜਦੋਂ ਇੱਕ ਘਟਨਾ ਵਾਪਰਦੀ ਹੈ, ਮੈਂ ਜਾਣਬੁੱਝ ਕੇ ਨਾਂ ਨਹੀਂ ਲੈ ਰਿਹਾ ਵੀ ਕਿਸ ਘਟਨਾ ਤੋਂ ਬਾਅਦ ਇਹ ਸਾਰਾ ਕੁਝ ਡੈਲੀਬਰੇਟਲੀ ਕੀਤਾ ਗਿਆ, ਪਰ ਹੁਣ ਇਸ ਘਟਨਾ ਤੋਂ ਬਾਅਦ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਆਪਾਂ ਦੁਬਾਰਾ ਉਹੋ ਜਿਹੀ ਹਿਸਟਰੀ, ਦੁਬਾਰਾ ਉਹੋ ਜਿਹੀਆਂ ਗੱਲਾਂ ਉਹ ਸੁਣਨ ਲੱਗ ਪਈਏ ਵੀ ਯਾਰ ਉਹ ਬੰਦੇ ਸੀਗੇ ਅਸਲੀ ਸਰਦਾਰ ਜਿਹੜੇ ਆਏ ਸੀ, ਉਹ ਸੀਗੇ ਬਜ਼ੁਰਗ, ਇਹਨਾਂ ਨੇ ਪੱਗ ਬੰਨ੍ਹੀ ਹੁੰਦੀ ਸੀ, ਚਿੱਟੀ ਦਾੜੀ ਹੁੰਦੀ ਸੀ, ਇੱਥੇ ਲੋਈ ਲੈ ਕੇ ਬੈਠੇ ਹੁੰਦੇ ਸੀ, ਉਹ ਇੱਦਾਂ ਦੇ ਸੀ ਯਾਰ। ਸੰਧਾਲੀ ਸਾਹਿਬ, ਇਹਦੇ ਵਿੱਚ ਕੋਈ ਦੂਰ ਆਈ ਨਹੀਂ। ਇੱਕ ਨਾ ਬੜਾ ਅਜੀਬ ਜਿਹਾ ਵਾਤਾਵਰਣ ਪੈਦਾ ਹੋ ਗਿਆ ਸੀ ਕਿ ਅਸੀਂ ਸਭ ਤੋਂ ਚੰਗੇ ਹਾਂ, ਅਸੀਂ ਪੰਜਾਬੀ ਸਭ ਤੋਂ ਚੰਗੇ ਹਾਂ, ਜਾਂ ਉਹ ਕਹਿੰਦਾ ਅਸੀਂ ਹਰਿਆਣਵੀ ਸਭ ਤੋਂ ਚੰਗੇ ਹਾਂ, ਯੂਪੀ ਵਾਲੇ ਕਹਿੰਦੇ ਸਾਡੇ ਤੋਂ ਵੱਡਾ ਕੌਣ। ਇੱਦਾਂ ਹੀ ਧਰਮ ਦੇ ਪੱਖ ਤੋਂ ਹੋ ਗਿਆ ਸੀ। ਆਹ ਜਿਹੜਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਦੂਸਰੇ ਨੂੰ ਸਤਿਕਾਰ ਦੇਣ ਦੀ ਭਾਵਨਾ ਸੀ ਸਿੱਖ ਲਈ ਨਾ, ਇਹਦਾ ਕੋਈ ਮੁੱਲ ਨਹੀਂ। ਬਿਲਕੁਲ ਸਹੀ। ਇਹ ਇਸੇ ਕਰਕੇ ਹੁਣ ਅਸੀਂ ਪੰਜਾਬ 'ਚ ਧੜਿਆਂ 'ਚ ਵੰਡ ਹੋਣ ਤੋਂ ਬਚਣਾ ਹੀ। ਸਿਆਸਤਦਾਨ ਆਉਣ ਵਾਲੇ ਆ, ਬਸ ਉਹਨਾਂ ਨੇ ਆਪਦੇ ਟਰੈਕਟਰਾਂ ਦੀਆਂ ਰੇਸਾਂ ਰੂਸਾਂ ਕਰਦੇ ਨੇ ਖੜੇ ਥਰ, ਉਹਨਾਂ ਨੇ ਇਦਾਂ ਕਰਾਤੀ ਆ। ਤੁਸੀਂ ਆਪਦੇ ਫੱਟੇ ਫੁੱਟੇ ਤਿਆਰ ਰੱਖਣੇ ਆ ਕਿ ਭਾਈ ਨਾਲੀ 'ਚ ਟਾਇਰ ਨਾ ਉਹਨਾਂ ਦਾ ਪੈ ਜਾਊ, ਆਓ ਸਰਦਾਰ ਜੀ ਚਾਹ ਪਿਲਾਉਂਦੇ ਆ, ਗੱਲ ਕਿਹੜੀ ਆ, 2 ਸਵਾਲ ਹੈ ਜਵਾਬ ਦੇ ਕੇ ਜਾਓ। ਹੁਣ ਆਮ ਬੰਦੇ ਦੇ ਲਈ ਜਿਹੜੇ ਦੂਰ ਬੈਠੇ ਨੇ, ਜਿਹੜੇ ਉਸ ਅੰਦੋਲਨ ਦਾ ਹਿੱਸਾ ਨਹੀਂ, ਉਹਨਾਂ ਦੇ ਲਈ ਇੱਕ ਗੱਲ ਸਮਝਣ ਵਾਲੀ, ਉਹ ਕਹਿੰਦੇ ਜੀ ਹੁਣ ਫਤਿਹ ਮਾਰਚ ਸ਼ੁਰੂ ਹੋਣਾ ਹੀ, ਹੁਣ ਵਾਪਸੀ ਹੋ ਜਾਣੀ ਹੈ। ਸਖਾਲੀ ਹੈ ਹੀ ਨਹੀਂ ਸੀਗੀ। ਇੱਕ ਤਾਂ ਇਹ ਸੀ ਕਿ ਇਮੋਸ਼ਨ, ਭਾਵਨਾਵਾਂ ਜੁੜੀਆਂ, ਦੂਸਰਾ 36 ਘੰਟੇ ਸੀ ਸਮਾਨ ਸਾਂਭਣ ਦੇ ਲਈ ਤੇ ਸਾਂਭਿਆ ਨਹੀਂ ਗਿਆ। ਕੋਈ ਟਰੱਕ ਨਹੀਂ ਕਿਰਾਏ ਤੇ ਮਿਲਦਾ ਲਾਗਿਓ, ਕੋਈ ਟਰਾਲੀ ਨਹੀਂ ਕਿਰਾਏ ਤੇ ਮਿਲਦੀ। ਸਾਲ ਹੋ ਗਿਆ ਇਹ ਸਮਾਨ ਇਕੱਠਾ ਕਰਦਿਆਂ ਨੂੰ, ਇੱਕ ਟਰਾਲੀ ਤਾਂ ਨਹੀਂ ਜਾਣ ਲੱਗਾ, ਲੋਕਾਂ ਨੂੰ ਵੀ ਬਿਠਾਉਣਾ ਹੀ। ਤੁਸੀਂ ਇਹ ਦੇਖੋ ਕਿ ਜਿਹੜਾ ਆਪਾਂ ਸੁਨੇਹਾ ਲਾਉਂਦੇ ਸੀ ਰੋਜ਼ ਕਿ ਭਾਈ ਉੱਥੇ ਕੋਈ ਟੋਆ ਨਾ ਰਹਿ ਜਾਵੇ, ਉੱਥੇ ਕੋਈ ਇੱਟਾਂ ਨਾ ਰਹਿ ਜਾਣ, ਉੱਥੇ ਕੋਈ ਕਚਰਾ ਨਾ ਰਹਿ ਜਾਵੇ, ਉੱਥੇ ਕੋਈ ਕਿੱਲ ਨਾ ਗੱਡਿਆ ਰਹਿ ਜਾਵੇ, ਘੱਟੇ ਨਾ ਭਰੇ ਮੁੰਡੇ ਬਜ਼ੁਰਗ ਸਾਡੇ ਹੱਥ ਲਿਬੜੇ, ਉਹ ਮਿੱਟੀ। ਪੁੱਛਿਆ ਕੀ ਆ, ਕਹਿੰਦੇ ਜੀ ਸਾਲ ਹੋ ਗਿਆ ਘੱਟਾ ਹੀ ਤਾਂ ਪਈ ਜਾਂਦਾ, ਨਵੀਂ ਤਰਪਾਲ ਪਾ ਦੀ, ਪੁਰਾਣੀ ਦੇ ਉੱਤੇ ਘੱਟਾ ਪਿਆ ਹੁੰਦਾ ਸੀ, ਕੱਲੀ ਕੱਲੀ ਜਦੋਂ ਲਾਉਂਦੇ ਆ ਤਾਂ ਗਰਦ ਉੱਡਦੀ ਆ। ਪਰ ਇਹਦੇ ਬਾਵਜੂਦ ਵੀ ਜਿੰਨੇ ਕੱਚੇ ਪੱਕੇ ਮਕਾਨ ਸੜਕ ਤੇ ਬਣਾਏ ਸੀ ਸਾਰਿਆਂ ਨੂੰ ਢਾਹ ਰਿਹਾ ਸੀ, ਇੱਟਾਂ ਸਾਫ਼ ਕਰ ਰਿਹਾ ਸੀ। ਕੁਛ ਉੱਥੇ ਲੋਕਾਂ ਨੂੰ ਦੇ ਆਏ, ਪੱਖੇ ਵੀ ਦੇ ਆਏ, ਬਹੁਤ ਕੁਝ ਦੇ ਕੇ ਆਏ, ਤੇ ਕੁਛ ਥੋੜ੍ਹੀਆਂ ਥੋੜ੍ਹੀਆਂ ਇੱਟਾਂ ਉਹਨਾਂ ਨੇ ਟਰਾਲੀਆਂ 'ਚ ਰੱਖ ਲਈਆਂ। ਕਾਹਦੇ ਲਈ? ਉਹ ਕਹਿੰਦੇ ਜੀ ਇਹ ਪਿੰਡ 'ਚ ਸਾਂਝੇ ਥਾਂ ਦੇ ਉੱਤੇ ਰੱਖਾਂਗੇ, ਸੀਮੈਂਟ ਲਾਵਾਂਗੇ ਤੇ ਲਿਖਾਂਗੇ ਦਿੱਲੀ ਦੀਆਂ ਇੱਟਾਂ, ਕਿ ਇਹਨਾਂ ਇੱਟਾਂ ਵਾਲੇ ਕੱਚੇ ਪੱਕੇ ਮਕਾਨਾਂ ਦੇ ਵਿੱਚ ਅਸੀਂ 1 ਸਾਲ ਗੁਜ਼ਾਰਿਆ ਸੀ। ਜਾਣੀ ਜਿੰਨਾ ਔਖੇ ਹੋ ਕੇ ਮੁੰਡੇ ਉੱਥੇ ਸਫਾਈ ਕਰ ਰਹੇ ਨੇ ਕਿ ਭਾਈ ਪਿੱਛੇ ਨਕਸ਼ ਨਹੀਂ ਕੋਈ ਇਦਾਂ ਦਾ ਛੱਡ ਕੇ ਜਾਣਾ ਕਿ ਸਾਡੇ ਉੱਤੇ ਕੋਈ ਉਂਗਲੀ ਚੱਕੇ। ਜਾਣੀ ਕਹਿ ਦੇਣਾ ਸੁਖਾਲਾ ਹੈ ਕਿ ਫਤਿਹ ਮਾਰਚ ਸ਼ੁਰੂ ਹੋਣ ਲੱਗਿਆ, ਹੁਣ ਦਿੱਲੀ ਵਾਲੇ ਅੰਦੋਲਨ ਦੇ ਵਿੱਚੋਂ ਘਰ ਵਾਪਸੀ ਹੋਣ ਲੱਗੀ ਹੈ, ਪਰ ਸਾਰਾ ਸਮਾਨ ਸਮੇਟਣਾ, ਉਹਨੂੰ ਥਾਂ ਸਿਰ ਕਰਕੇ ਜਾਣਾ ਸੁਖਾਲਾ ਨਹੀਂ ਸੀ। ਜਿਹੜੀ ਇਹ ਤਾਂ ਗੱਲ ਹੈਗੀ ਆ। ਇੱਕ ਮੇਰਾ ਖਿਆਲ ਆਪਾਂ ਇੱਥੇ ਜ਼ਿਕਰ ਜ਼ਰੂਰ ਕਰ ਦਈਏ, ਮੈਂ ਸੁਣ ਰਿਹਾ ਸੀ ਕਿਉਂਕਿ ਕਿਸਾਨ ਲੀਡਰ ਬੰਗਲਾ ਸਾਹਿਬ ਗਏ, ਗੁਰਦੁਆਰਾ ਬੰਗਲਾ ਸਾਹਿਬ ਜੀ, ਉੱਥੇ ਮੱਥਾ ਟੇਕਣ ਗਏ ਤੇ ਦੇਖੋ ਵੱਡੀ ਗੱਲ, ਹੁਣ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ ਨਾ ਕੰਮ, ਉਦੋਂ ਕੁਝ ਲੋਕਾਂ ਲੱਗਾ ਯਾਰ ਇਹ ਟਕੈਤ ਬੰਦਾ ਸਕੀਮੀ ਹੋ, ਇਹਨੂੰ ਪਤਾ ਵੀ ਜਦੋਂ ਇਹਨਾਂ ਨਾਲ ਜਾਣਾ ਉਦੋਂ ਪੱਗ ਜੀ ਬੰਨ੍ਹ ਲੈਂਦਾ ਏ। ਉਹ ਪੱਗ ਜੀ ਬੰਨ੍ਹ ਲੈਂਦਾ ਤੋਂ ਹੌਲੀ ਹੌਲੀ ਇਹ ਕਿਰਦਾਰ ਪਤਾ ਲੱਗਾ 1 ਸਾਲ ਦੇ ਵਿੱਚ ਵੀ ਨਹੀਂ ਯਾਰ ਇਹ ਬੰਦਾ ਤਾਂ ਸਤਿਕਾਰ ਕਰਦਾ। ਐਂਡ ਹੁਣ ਜਦੋਂ ਉਹਦੇ ਬੱਝੀ ਹੁੰਦੀ ਆ ਤੇ ਕਿਸੇ ਨੂੰ ਇਹ ਨਹੀਂ ਲੱਗਦਾ ਵੀ ਇਹਨੇ ਜਾਣਬੁੱਝ ਕੇ ਬੱਧੀ, ਹਰੇਕ ਨੂੰ ਇਹ ਲੱਗਦਾ ਵੀ ਇਹਦਾ ਬੰਨ੍ਹਦਾ ਹੀ ਆ ਯਾਰ, ਇਹਦੇ 'ਚ ਕਿਹੜੀ ਗੱਲ ਹੈ। ਉਹ ਬੰਦੇ ਦੀ ਮੈਂ ਵਰਡਿੰਗ ਸੁਣ ਰਿਹਾ, ਉਹ ਕਹਿੰਦਾ ਵੀ ਦੇਖੋ ਬਾਕੀ ਮੈਨੂੰ ਨਹੀਂ ਪਤਾ ਵੀ ਇਹਦਾ ਕੁਝ ਹਾਸਲ ਹੈਗਾ ਕਿ ਨਹੀਂ ਹੈਗਾ, ਪਰ 300 350 400 ਸਾਲ ਪਹਿਲਾਂ ਵਾਲੀ ਸਾਂਝ ਜਿਹੜੀ ਸਾਡੀ ਗਵਾਚ ਗਈ ਸੀ, ਸਾਨੂੰ ਉਹ ਲੱਭ ਗਈ ਜੀ। ਵੀ ਇੰਨੇ 100 ਸਾਲ ਪਹਿਲਾਂ ਗਵਾਚੀ ਸਾਂਝ ਜਿਹੜੀ ਸੀ ਉਹ ਸਾਡੀ ਇਸ 1 ਸਾਲ ਨੇ ਲਭਾਤੀ। ਜਿਹੜਾ ਸਾਡਾ ਇੱਕ ਕਿਰਦਾਰ ਗਵਾਚ ਗਿਆ ਸੀ ਉਹ ਕਿਰਦਾਰ ਸਾਡਾ ਲੱਭ ਗਿਆ, ਜਿਹੜੇ ਸਾਡੇ ਭਰਾ ਗਵਾਚੇ ਸੀ ਉਹ ਭਰਾ ਲੱਭ ਗਏ। ਫਿਰ ਉਹ ਕਹਿੰਦੇ ਵੀ ਮੇਰਾ ਬਾਪੂ ਯਾਨੀ ਕਿ ਟਕੈਤ ਸਾਹਿਬ ਦੇ ਵੱਡੇ ਬਾਪੂ ਜੀ ਮਹਿੰਦਰ ਸਿੰਘ ਟਕੈਤ ਹੋਰੀ ਕਹਿੰਦੇ ਹੁੰਦੇ ਸੀ ਵੀ ਯਾਰ ਜਿੱਦਣ ਕਿਤੇ ਹਰਿਆਣਾ, ਪੰਜਾਬ ਤੇ ਯੂਪੀ ਇਕੱਠਾ ਹੋ ਗਿਆ ਨਾ, ਉਦਣ ਦੇਖਿਓ ਬਦਲਾਅ ਆਉਂਦਾ। ਤੇ ਉਹ ਆ ਗਈ। ਉਹ ਕਹਿੰਦੇ ਵੀ ਮੈਂ ਨਹੀਂ ਮੰਨਦਾ ਵੀ ਇੱਦਾਂ ਹੋਊ, ਵੀ ਬਾਪੂ ਕਹਿੰਦਾ ਹੈ, ਹੋ ਸਕਦਾ ਵੀ ਬਾਪੂ ਨੂੰ ਕਿਤੇ ਦੀਦਾ ਹੋਏ ਉਦੋਂ ਉਸ ਹਿਸਾਬ ਨਾਲ। ਉਹ ਕਹਿੰਦੇ ਵੀ ਯਾਰ ਉਹ ਕਹਿੰਦਾ ਸੀ ਬਜ਼ੁਰਗ, ਤੇ ਦੇਖ ਲਓ ਅੱਜ ਉਹ ਹੋ ਗਿਆ, ਜੇ ਨਹੀਂ ਤਬਦੀਲੀ ਇਹਦੇ ਤਾਂ ਦੱਸੋ। ਨਹੀਂ ਸੰਧਾਲੀਆ ਸਾਹਿਬ ਬਹੁਤ ਸਾਰੇ ਹਾਸਲ ਨੇ, ਤੇ ਮੈਨੂੰ ਇੱਕ ਗੱਲ ਕਹਿੰਦਿਆਂ ਕੋਈ ਦਚਿੱਤੀ ਨਹੀਂ ਕਿ ਜਦੋਂ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ
ਇੱਕਦਮ ਜਿਹੜੇ ਕੌੜੇ ਬੋਲ ਸੀ ਐਂ ਕੱਟ ਗਏ। ਹੈ ਹੀ ਨਹੀਂ ਕਿਤੇ। ਇੱਕ ਵਾਰੀ ਵੀ ਕੋਈ ਮਾੜਾ ਚੰਗਾ ਨਹੀਂ ਕਹਿੰਦਾ, ਜਿੱਥੇ ਮਰਜ਼ੀ ਮੀਟਿੰਗਾਂ ਕਰੋ, ਜਿੱਥੇ ਮਰਜ਼ੀ ਰੈਲੀਆਂ ਕਰੋ। ਤੇ ਸਭ ਤੋਂ ਵੱਡੀ ਗੱਲ ਕਿ ਉਹ ਲੋਕ ਜਿਹੜੇ ਸੜਕਾਂ ਤੇ ਰਾਤਾਂ ਕੱਟ ਸਕਦੇ, ਅਸੀਂ ਫਿਰ ਬੇਨਤੀ ਕਰਦੇ ਹਾਂ, ਬਹੁਤ ਧੰਨਵਾਦ ਕੇਂਦਰ ਸਰਕਾਰ ਦਾ ਕਿ ਉਹਨਾਂ ਨੇ ਵਾਪਸ ਲਏ ਕਾਨੂੰਨ। ਇਮਾਨਦਾਰੀ ਦੇ ਨਾਲ ਚੱਲੋ, ਇਹਨਾਂ ਨੂੰ ਯਕੀਨ ਵਿਸ਼ਵਾਸ ਚ ਲਾਓ। ਜਿਹੜੇ ਇਦਾਂ ਰਹਿ ਸਕਦੇ ਆ, ਇਦਾਂ ਸਫਾਈ ਕਰ ਸਕਦੇ ਆ, ਸਾਰਾ ਕੁਝ ਇਦਾਂ ਕਰ ਸਕਦੇ ਆ, ਉਹ ਤੁਸੀਂ ਦੇਖੋ ਦੇਸ਼ ਨੂੰ ਕਿੱਥੇ ਲੈ ਕੇ ਜਾਣਗੇ। ਚਾਹੇ ਉਹ ਯੂਪੀ ਦੇ ਬੰਦੇ ਆ, ਚਾਹੇ ਹਰਿਆਣੇ ਦੇ ਆ, ਚਾਹੇ ਰਾਜਸਥਾਨ ਦੇ ਆ, ਚਾਹੇ ਪੰਜਾਬ ਦੇ ਆ, ਕਿੱਥੇ ਲੈ ਕੇ ਜਾ ਸਕਦੇ ਦੇਸ਼ ਨੂੰ। ਫਿਰ ਉਹ ਖਿੱਤਾ ਜਿਹੜਾ ਉਹਨਾਂ ਦੋ ਗੁਆਂਢ, ਅਸੀਂ ਤਾਂ ਕਹਿੰਦੇ ਉਹਨਾਂ ਨੂੰ ਵੀ ਸਮੱਤ ਬਖਸ਼ੇ ਪ੍ਰਮਾਤਮਾ, ਪਾਕਿਸਤਾਨ ਤੇ ਚੀਨ ਵਾਲਿਆਂ ਨੂੰ ਵੀ, ਚਾਹੇ ਵਪਾਰ ਦੇ ਪੱਖ ਤੋਂ, ਚਾਹੇ ਸੁਰੱਖਿਆ ਦੇ ਪੱਖ ਤੋਂ, ਜੋ ਮਰਜ਼ੀ ਕਹਿ ਲਓ। ਪਰ ਇਹ ਲੋਕ ਉੱਥੇ ਵਸਦੇ ਆ, ਯੂਪੀ ਵਾਲੇ ਵੀ, ਹਰਿਆਣੇ ਵਾਲੇ ਵੀ, ਪੰਜਾਬ ਵਾਲੇ ਵੀ, ਰਾਜਸਥਾਨ ਵਾਲੇ ਵੀ, ਬਾਰਡਰਾਂ ਦੇ ਨਾਲ। ਤੁਸੀਂ ਇਹਨਾਂ ਨੂੰ ਯਕੀਨ 'ਚ ਤਾਂ ਲਾਓ, ਤੁਹਾਡੇ ਅੱਧੇ ਕੰਮ ਉੱਦਾਂ ਹੀ ਹੱਲ ਹੋ ਜਾਣੇ। ਇਹ ਮੇਰਾ ਖਿਆਲ ਉਹ ਕੱਲ੍ਹ ਵਾਲੀ ਸਪੀਚ ਨੇ, ਪਰਸੋਂ ਵਾਲੀ ਸਪੀਚ 'ਚ ਤਾਂ ਕਿਹਾ ਸੀ, ਈਵਨ ਉਹ ਸਟਾਰਟਿੰਗ ਦੇ ਵਿੱਚ ਵੀ ਆਪਾਂ ਕਿਹਾ ਸੀ ਵੀ ਜਦੋਂ ਪ੍ਰਾਈਮ ਮਿਨਿਸਟਰ ਦੇ ਸਭ ਤੋਂ ਪਹਿਲੀ ਵਾਰ ਆਉਂਦੇ ਨੇ ਰਾਜੇਵਾਲ ਸਾਹਿਬ, ਜਦੋਂ ਆਪਣੀ ਉਹ ਘਟਨਾ ਦੀ ਗੱਲ ਕਰਦੇ ਵੀ ਉਹ ਜਿਹੜੀ ਮੀਟਿੰਗ ਸਭ ਤੋਂ ਪਹਿਲੀ, ਉਸ ਮੀਟਿੰਗ ਦਾ ਫਿਰ ਜ਼ਿਕਰ ਸੀ ਨਾ ਵੀ ਯਾਰ ਚਰਚਾ ਤਾਂ ਇੱਥੋਂ ਚੱਲੀ ਨਾ ਵੀ ਖੇਤੀ ਮੇਂ ਖੜੋਤ ਹੈ ਕਿਉਂਕਿ ਪੈਸਾ ਨਹੀਂ ਹੈ। ਉੱਥੇ ਬਹਿ ਕੇ ਟੇਬਲ 'ਤੇ ਗੱਲਾਂ ਕਰਨਾ ਨਾ, ਖੇਤੀ ਮੇਂ ਖੜੋਤ ਹੈ ਪੈਸਾ ਨਹੀਂ ਹੈ। ਵੀ ਉਹਨਾਂ ਨੂੰ ਐਂ ਲੱਗਦਾ ਵੀ ਜਿੱਦਾਂ ਇਹ ਜਿਹੜੇ ਲੋਕ ਹੈ ਤਾਂ ਪੈਸੇ ਦੇ ਭੁੱਖੇ ਨੇ, ਵੀ ਸਾਡੇ ਕੋਲੇ ਪੈਸਾ, ਜੇਬ ਅਸੀਂ ਢਿੱਲੀ ਕਰਨੀ ਆ। ਉਹ ਕਹਿੰਦੇ ਬਸ ਇਹ ਦਖਲ ਮਤ ਦੇ ਹਮ ਖੁਦ ਕਰ ਲੈਂਗੇ। ਉਹ ਕਹਿੰਦੇ ਵੀ ਉਦੋਂ ਮੈਨੂੰ ਸਮਝ ਲੱਗ ਗਈ ਵੀ ਮੈਂ ਨਿਕਲ ਆਇਆ। ਮੇਰਾ ਖਿਆਲ 1 ਸਾਲ 'ਚ ਉਹਨਾਂ ਨੇ ਇਹ ਚੀਜ਼ ਦਿਖਾ ਦਿੱਤੀ ਵੀ ਵੀਰ ਖੇਤੀ ਪੈਸੇ ਨਾਲ ਨਹੀਂ ਹੁੰਦੀ ਜੀ। ਵੀ ਖੇਤੀ ਕਰਨ ਵਾਲੇ ਲੋਕ ਉਹ ਮਿੱਟੀ ਹੋਰ ਆ ਜਿਹੜੀ ਮਿੱਟੀ ਦੇ ਉਹ ਬਣੇ ਨੇ, ਅਤੇ ਉਹਨਾਂ ਨੂੰ ਤੁਸੀਂ 1 ਸਾਲ ਦੇਖ ਲਿਆ। ਸੋ ਮੇਰੇ ਖਿਆਲ ਨਾਲ ਹੁਣ ਜਦੋਂ ਅਗਲੀ ਨੀਤੀ ਬਣਾਉਣੀ, ਉਦੋਂ ਇਹ ਸੋਚਿਆ ਜਾਵੇ ਵੀ ਯਾਰ ਇਹ ਉਹ ਬੰਦੇ ਨੇ, ਇਹਨਾਂ ਬੰਦਿਆਂ ਦੇ ਲਈ ਕੁਛ ਨਾ ਕੁਛ ਕਰ ਦਈਏ, ਬਾਕੀ ਇਹਨਾਂ ਨੇ ਮਿੱਟੀ ਦੇ ਵਿੱਚੋਂ ਆਪਣੇ ਆਪ ਜੋ ਕੱਢਣਾ ਉਹ ਕੱਢ ਲੈਣਾ। ਨਹੀਂ, ਇਹਨਾਂ ਨੂੰ ਲੋੜ ਨਹੀਂ ਪੈਸੇ ਦੀ, ਲੋੜ ਨਹੀਂ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇੱਕ ਨਾ ਹੋਰ ਮਨ ਦੇ ਵਿੱਚ ਆਉਂਦਾ ਕਿ ਕਿਸੇ ਦੇ ਪ੍ਰਤੀ ਨਫ਼ਰਤ ਵਾਲਾ ਬੋਲ ਨਾ ਹੁਣ ਬੋਲਿਓ ਜੀ, ਐਂ ਪਿੱਠ ਲਵਾਤੀ, ਧੌਣ ਗੋਡਾ ਰੱਖਤਾ ਫਲਾਨਾ। ਤੇ ਜਦੋਂ ਪਿੰਡਾਂ 'ਚ ਜਾਣਾ ਹੈ ਜੀ, ਹੁਣ ਪੰਜਾਬ ਬਚਾਉਣ ਦੀ ਗੱਲ ਹੈ, ਤੇ ਸਿੱਧੇ ਪਿੰਡਾਂ 'ਚ ਜਾ ਕੇ, ਇੱਕ ਤਾਂ ਜਿਹੜੇ ਆਪਾਂ ਕਿਹਾ ਸੀ ਕਿ ਜਾਨਾਂ ਗਵਾ ਚੁੱਕੇ ਲੋਕ, ਉਹਨਾਂ ਦੇ ਘਰੀ ਜਾਣਾ। ਦੂਸਰਾ ਜਿਹੜਾ ਮਜ਼ਦੂਰ ਵਰਗ ਹੈ, ਉਹਨਾਂ ਕੋਲ ਜ਼ਰੂਰ ਜਾਣਾ ਹੈ। ਥੋੜਾ ਸਾਥ ਦਿੱਤਾ, ਬਹੁਤਾ ਸਾਥ ਦਿੱਤਾ, ਕਿਸੇ ਨੇ ਐ ਨਹੀਂ ਕਹਿਣਾ ਕਿ ਤੁਸੀਂ ਤਾਂ ਸਾਡੇ ਨਾਲ ਤੁਰੇ ਨਹੀਂ, ਤੁਹਾਡੇ ਨਾਲ ਕਿੱਦਾਂ ਤੁਰੀਏ ਨਾ। ਹੁਣ ਤੁਹਾਨੂੰ ਵੰਡਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਣੀਆਂ ਪੰਜਾਬ 'ਚ, ਬਿਲਕੁਲ ਵੰਡਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਣੀਆਂ। ਕਈ ਬੰਦਿਆਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਭਾਈ ਸਾਡਾ ਤਾਂ ਤੋਰੀ ਫੁਲਕਾ ਬੰਦ ਹੋ ਜਾਣਾ, ਉਹ ਸਿਆਸੀ ਵੀ ਹੋ ਸਕਦੇ, ਗੈਰ ਸਿਆਸੀ ਵੀ, ਉਹਨਾਂ ਨੇ ਉਹਨਾਂ ਦੇ ਕੰਨਾਂ 'ਚ ਜਾ ਫੂਕਾਂ ਮਾਰਨੀਆਂ ਕਿ ਤੁਹਾਨੂੰ ਕੀ ਮਿਲਿਆ, ਤੁਹਾਨੂੰ ਤਾਂ ਨਹੀਂ ਕੱਖ ਵੀ ਮਿਲਿਆ, ਤੁਹਾਡਾ ਕੀ ਹੋਇਆ। ਇਸ ਕਰਕੇ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਾਉਣਾ ਹੀ। ਬਿਲਕੁਲ ਕੋਈ ਬੰਦਾ ਇਦਾਂ ਨਾ ਆਖੇ ਸਾਡੇ ਨਾਲ ਨਹੀਂ ਜੀ ਤੁਰੇ, ਉਹ ਤੁਰਨ ਜੋਗੇ ਹੁੰਦੇ ਹੀ ਨਹੀਂ ਕਈ ਵਾਰੀ। ਇਸ ਕਰਕੇ ਉਹਨਾਂ ਦਾ ਸਾਥ ਲੈਣਾ, ਜਿੱਥੇ ਉਹਨਾਂ ਦਾ ਕੋਈ ਮਸਲਾ ਹੋਇਆ ਉਹਨਾਂ ਦੇ ਨਾਲ ਤੁਰਨਾ ਹੀ। ਉਹਨਾਂ ਦੇ ਕਿਸੇ ਵੀ ਮਸਲੇ ਦੇ ਉੱਤੇ ਜਿੱਥੇ ਸੰਘਰਸ਼ ਦੀ ਲੋੜ ਹੈ, ਜਿੱਥੇ ਨਾਲ ਤੁਰਨ ਦੀ ਲੋੜ ਹੈ, ਟਰਾਲੀ ਲੈ ਕੇ ਨਾਲ ਖੜਨੇ। ਕਿਉਂਕਿ ਤੁਸੀਂ ਤਾਂ ਬਚਣਾ ਜੇ ਉਹ ਬਚੇ, ਉਹਨਾਂ ਨੇ ਤਾਂ ਬਚਣਾ ਜੇ ਤੁਸੀਂ ਬਚੇ, ਤੁਸੀਂ ਸਾਰਿਆਂ ਨੇ ਤਾਂ ਬਚਣਾ ਜੇ ਇਕਜੁੱਟ ਰਹੇ। ਇਸ ਕਰਕੇ ਕਿਸੇ ਵੀ ਪਿੰਡ 'ਚ ਇਸ ਮਸਲੇ ਤੇ ਦੁਫਾੜ ਨਾ ਪੈ ਜਾਏ। ਕਈ ਬੰਦਿਆਂ ਦੀਆਂ ਗੱਲਾਂ ਨੂੰ ਯਾਰ ਸਾਡੇ ਪਿੰਡੋਂ ਨਹੀਂ ਨਾਲ ਤੁਰੇ, ਕੋਈ ਗੱਲ ਨਹੀਂ, ਹੋ ਸਕਦਾ 9 ਤੇ ਪਾਉਣ ਜੋਗੇ ਤੁਰੇ ਹੋਣ, ਹੋ ਸਕਦਾ ਇੱਕੋ ਹੀ ਬੰਦਾ ਤੁਰਿਆ ਹੋਵੇ, ਪਰ ਤੁਸੀਂ ਸਾਰਿਆਂ ਦਾ ਸਤਿਕਾਰ ਕਰਨਾ ਹੈ। ਹਰ ਉਹ ਬੰਦਾ ਜਿਹੜਾ ਪੰਜਾਬ ਦੇ ਪਿੰਡਾਂ 'ਚ ਮਜ਼ਦੂਰ ਤੇ ਕਿਸਾਨ ਦੇ ਵਿਚਾਲੇ ਵੰਡੀ ਪਾਉਣਾ ਚਾਹੂਗਾ, ਉਹਦਾ ਤੁਸੀਂ ਅਗਾਊਂ ਹੀ ਪ੍ਰਬੰਧ ਕਰ ਲਿਓ। ਮੈਂ ਅੱਜ ਚੇਤਾਵਨੀ ਦੇ ਕੇ ਚੱਲਿਆ, ਅੱਜ ਹੁਣ ਇੱਥੇ, ਕਿ ਇਹ ਕੰਮ ਸ਼ੁਰੂ ਹੋ ਜਾਣਾ ਹੈ। ਉਹਨਾਂ ਦੇ ਕੰਨਾਂ 'ਚ ਫੂਕਾਂ ਵੱਜਣੀਆਂ, ਕਿਉਂਕਿ ਜਿਹਨਾਂ ਦਾ ਤੋਰੀ ਫੁਲਕਾ ਨਹੀਂ ਚੱਲਦਾ ਹੁੰਦਾ। ਮੈਂ ਇਹ ਵੀ ਗੱਲ ਹੈ, ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਲੋੜ ਹੋਵੇ, ਉਹਨਾਂ ਦਾ ਕੋਈ ਨਿਆਣਾ ਪੜ੍ਹਨ ਵਾਲਾ ਹੋਵੇ, ਦਿਓ ਫੀਸਾਂ, ਕੋਈ ਗੱਲ ਨਹੀਂ। ਉਹਨਾਂ ਨੂੰ ਵੀ ਆਪਾਂ ਬਰਾਬਰ ਜਿਹੜੇ ਉਹ ਖੜੇ ਕਰਨਾ। ਉਹਨਾਂ ਦਾ ਦੇਸ਼ ਹੈ, ਉਹਨਾਂ ਦਾ ਵੀ ਹੱਕ ਹੈ, ਉਹ ਵੀ ਮਨੁੱਖ ਨੇ। ਜੇ ਤੁਸੀਂ ਇਸ ਪਾੜੇ ਤੋਂ ਆਪਣੇ ਪਿੰਡਾਂ ਨੂੰ ਬਚਾ ਗਏ, ਤੁਹਾਨੂੰ ਕੋਈ ਕਿਸੇ ਵੀ ਥਾਂ ਤੇ ਹਰਾ ਨਹੀਂ ਸਕਦਾ। ਇਹ ਮੈਨੂੰ ਲੱਗਦਾ ਵੱਜਣਾ WhatsApp। ਦੇਖੋ ਨਾ, ਕਾਰਨ ਇਹ ਆ ਵੀ ਉਹ ਹੁਣ 1 ਸਾਲ ਦਾ ਇਤਿਹਾਸ ਹੋ ਗਿਆ ਨਾ ਕਿ ਜਮਾ। ਉਸ 1 ਸਾਲ ਦੇ ਵਿੱਚ ਦੇਖੋ ਕਿੰਨੀਆਂ ਉਦਾਹਰਨਾਂ, ਬਹੁਤ ਸਾਰੀਆਂ ਵੀਡੀਓਜ਼ ਨੇ, ਈਵਨ ਜਿਹੜੀਆਂ ਦਿੱਲੀ ਮੋਰਚੇ ਨਾਲ ਰਿਲੇਟਡ। ਆਪਾਂ ਪਹਿਲਾਂ ਤਾਂ ਇਹ ਦੱਸਦਾ ਵੀ ਜਿਹੜਾ ਉੱਥੇ ਆਸੇ-ਪਾਸੇ ਰਹਿਣ ਵਾਲਾ ਗਰੀਬ ਮਾਤਰ ਤਬਕਾ ਜੀ, ਉਹਨਾਂ ਦੇ ਕੀ ਪ੍ਰਭਾਵ ਆ। ਜੇ ਆਪਾਂ ਧਰਮ ਦੇ ਪੱਖ ਤੋਂ ਦੇਖੀਏ, ਤੇ ਧਰਮ ਦੇ ਪੱਖ ਤੋਂ ਜਿਹੜੇ ਹਿੰਦੂ ਕਿਸਾਨ ਉੱਥੇ ਬੈਠੇ ਸੀ, ਚਾਹੇ ਯੂਪੀ ਦੇ ਚਾਹੇ ਹਰਿਆਣੇ ਦੇ, ਉਹਨਾਂ ਤੋਂ ਕਿੰਨੀ ਕੁ ਮਤਲਬ ਭੇਟ ਮਹਿਸੂਸ ਕੀਤੀ ਆਪਣੇ ਵਾਲਿਆਂ ਨੇ ਉੱਥੇ ਬੈਠੇ ਵੀ ਲੈ ਯਾਰ ਇਹ ਵੇ ਚੌਧਰੀ ਸਾਹਿਬ ਤੇ ਇੱਥੇ ਕੀ ਕਰ ਰਹੇ ਨੇ ਬੈਠੇ, ਕਿਸੇ ਨੇ ਕੀਤੀ। ਜੇ ਕੋਈ ਇੱਧਰ ਆ ਕੇ ਪੰਜਾਬ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਨੂੰ ਜਾਪੇ ਵੀ ਓਕੇ ਯਾਰ ਇਹ ਕਿਹੜਾ ਕਾਰਡ ਧਰਮ ਵਾਲਾ ਕੱਢੀਏ, ਫਿਰ ਉਹ ਜ਼ਰੂਰ ਉਸ ਬੰਦੇ ਨੂੰ ਭਾਈ ਸਾਹਿਬ ਦੱਸੋ ਵੀ ਮਹਾਰਾਜ, ਕਿਉਂਕਿ ਉਹਨਾਂ ਦੇ ਦਿਮਾਗ 'ਚੋਂ ਧਰਮ ਵਾਲਾ ਕਾਰਡ ਏਡੀ ਛੇਤੀ ਐਲੀਮੀਨੇਟ ਨਹੀਂ ਹੋਣਾ। ਕਿਉਂਕਿ ਮੋਦੀ ਸਾਹਿਬ ਨੇ ਖੇਤੀ ਕਾਨੂੰਨ ਰੱਦ ਕੀਤੇ, ਕਾਰਡ ਰੱਦ ਥੋੜ੍ਹਾ ਆਇਆ ਦਿਮਾਗ 'ਚੋਂ, ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਉਹ ਚੀਜ਼ ਕਰਨੀ ਹੈ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੇ ਆਪਣੇ ਇੱਥੋਂ ਦੇ, ਕਿਉਂਕਿ ਲੋਕਲ ਭਾਈਚਾਰਾ ਆਪਾਂ ਜਦੋਂ ਸ਼ੁਰੂ ਦੀ ਗੱਲ ਕਰਦੇ ਹਾਂ, ਕਿੰਨੇ ਸੀਗੇ ਸ਼ਹਿਰੀ ਭਾਵੇਂ ਤਬਕਾ ਹੋ ਗਿਆ, ਦੁਕਾਨਦਾਰ ਭਾਈਚਾਰਾ ਹੋ ਗਿਆ, ਹਰੇਕ ਧਰਮ ਨਾਲ ਜੁੜਿਆ ਬੰਦਾ ਹੋ ਗਿਆ, ਉਹਨੂੰ ਇਹ ਲੱਗਦਾ ਸੀ ਯਾਰ ਵੀ ਇਹ ਸਾਰੇ ਕੁਝ ਦੀ ਇਕੋਨਮੀ, ਰੋਟੀ ਖਾਣੀ ਹਰੇਕ ਨੇ, ਭਾਵੇਂ ਕੋਈ ਕਾਰੋਬਾਰ ਜਿਹੜਾ ਮਰਜ਼ੀ ਕਰੇ,
ਜੇ ਇਕਨੋਮੀ ਇੱਕ ਖੇਤੀ ਤੋਂ ਚੱਲਦੀ ਇੱਕ ਸੂਬੇ ਦੀ, ਤੇ ਉਸ ਖੇਤੀ ਨੂੰ ਕਰਨ ਵਾਲੇ ਆਸੇ-ਪਾਸੇ ਜੁੜੇ ਲੋਕਾਂ ਨਾਲ ਜੇ ਆਪਾਂ ਲੜਾਈ ਪਾ ਕੇ ਬਹਿ ਜਾਈਏ, ਭਾਵੇਂ ਕੋਈ ਵੀ ਕਰਦਾ ਹੋਵੇ, ਮੰਨ ਲਓ ਵੀ ਕਿਸਾਨ ਆ, ਕਿਸਾਨ ਆਖੇ ਮੈਂ ਮਜ਼ਦੂਰ ਨਾਲ ਲੜਨਾ ਹੀ, ਉਹ ਆਖੇ ਮੈਂ ਆੜ੍ਹਤੀ ਨਾਲ ਜਾਂ ਦੁਕਾਨਦਾਰ ਨਾਲ ਲੜਨਾ ਹੀ, ਰੇੜਕਾ ਤੇ ਪੈ ਗਿਆ ਨਾ, ਸਿਆਪਾ ਤੇ ਉਹੀ ਹੈ। ਤੇ ਮੇਰੇ ਖਿਆਲ ਨਾਲ ਉਹ ਵਾਲਾ ਜਿਹੜਾ ਇਤਿਹਾਸ ਆ, ਜਿਹੜੀ ਉੱਥੇ ਸਾਂਝ ਬਣੀ ਸੀ, ਉਸ ਸਾਂਝ ਦਾ ਛਿੱਟਾ ਜੇ ਪੰਜਾਬ 'ਚ ਦੇ ਲਿਆ ਜਾਵੇ, ਹੈ ਤੇ ਬੀਜਣਾ, ਜੇ ਉਹਨੂੰ ਫਸਲਾਂ ਦੇ ਬੀਜਣੇ ਆ, ਉਹਦੇ ਦੇਸ਼ ਚੀਜ਼ ਦਾ ਵੀ ਤੇ ਬੀਜਿਆ ਜਾ ਸਕਦਾ। ਇਹ 'ਚ ਕੀ ਹੈ ਸੰਧਾਲੀ ਸਾਹਿਬ, ਉਹ ਤਾਂ ਬੀਜਿਆ ਜਾਣਾ, ਇਹਦੇ ਵਿੱਚ ਕੋਈ ਦੋਏ ਨਹੀਂ। ਪਰ ਕਈ ਵਾਰੀ ਕੀ ਹੁੰਦਾ ਕਿ ਕਈ ਚੀਜ਼ਾਂ ਤੁਹਾਨੂੰ ਪੁਆਇੰਟ ਹੀ ਨਹੀਂ ਕਰਦੀਆਂ ਕਿ ਆਹ ਵੀ ਹੋ ਸਕਦਾ ਹੈ। ਇਸੇ ਕਰਕੇ ਆਪਾਂ ਅਗਲੋਂ ਦੱਸਿਆ ਕਿ ਤੁਸੀਂ ਅੱਜ ਪੰਜਾਬ ਮੁੜਨਾ ਹੈ, ਪਰਸੋਂ ਕਿਸਾਨ ਲੀਡਰਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਮੱਥਾ ਟੇਕਣਾ ਹੈ, 15 ਤਰੀਕ ਨੂੰ 116 ਥਾਵਾਂ ਤੋਂ ਮੋਰਚੇ ਚੱਕਣੇ ਆ ਜਿਹੜੇ ਪੰਜਾਬ 'ਚ ਚੱਲਦੇ ਆ। ਇਹਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਆਪੋ ਆਪਣੇ ਥਾਂ ਹੋਣੀਆਂ, ਮਹੀਨੇ ਬਾਅਦ ਹੀ ਮਿਲਣਾ ਹੈ। ਅੱਗੇ ਇੱਕ ਥਾਂ ਬੈਠੀਆਂ ਸੀ, ਇੱਕ ਸਟੇਜ ਸੀ, ਇੱਕ ਜਗ੍ਹਾ ਤੋਂ ਅਨਾਉਂਸਮੈਂਟ ਹੁੰਦੀ ਸੀ, ਹੁਣ ਉਹਨਾਂ ਨੇ ਕੱਲੀਆਂ ਹੋ ਜਾਣਾ। ਉਹਨਾਂ ਦੇ ਬਾਬਤ ਵੀ ਬਹੁਤ ਸਾਰੇ ਦੁਸ਼ਪ੍ਰਚਾਰ ਹੋਣਗੇ। ਇਲੈਕਸ਼ਨ ਹੈ ਨਾ, ਤੇ ਜਦੋਂ ਉਹਨਾਂ ਨੇ ਦੇਖਣਾ ਯਾਰ ਆਹ ਤਾਂ ਇੱਕ ਨਵੀਂ ਧਿਰ ਖੜੀ ਹੋ ਗਈ, ਸਵਾਲ ਪੁੱਛਦੀ ਹੈ, ਐਂ ਕਰੋ, ਇਹਨਾਂ ਨੂੰ ਐਂ ਪੜੋ, ਉਹਨਾਂ ਨੇ ਯਤਨ ਕਰਨੇ ਆ। ਤੁਸੀਂ ਆਪਦੇ ਪਿੰਡ ਦਾ ਵਿਚਾਰਾਂ ਵਾਲਾ ਕਿਲਾ ਕਿੰਨਾ ਕੁ ਮਜ਼ਬੂਤ ਕਰਦੇ ਹੋ। ਕਈ ਬੰਦੇ ਸੁਣੇ ਜੀ, ਉਹਨਾਂ ਨੇ ਸਾਡਾ ਸਾਥ ਦਿੱਤਾ, ਭੁੱਲ ਜਾਓ। ਜੇ ਉੱਥੇ ਉਹ ਬੰਦੇ ਭੁੱਲ ਸਕਦੇ ਆ ਜਿਨ੍ਹਾਂ ਨੇ ਪਰਿਵਾਰਾਂ ਦੇ ਜੀ ਕੁਰਬਾਨ ਕਰ ਦਿੱਤੇ, ਤੁਸੀਂ ਕਿਉਂ ਨਹੀਂ ਭੁੱਲ ਸਕਦੇ? ਇਸ ਕਰਕੇ ਉਹ ਚੀਜ਼ ਪਰੇ ਕਰ ਦਿਓ, ਫੁੱਟ ਪਾਉਣ ਦਾ ਯਤਨ ਕਰਨਗੇ, ਤੁਸੀਂ ਕਰਨ ਨਹੀਂ ਦੇਣਾ। ਉਹ ਆਪਣਾ ਹਿਸਾਬ ਕਿਤਾਬ ਲਾ ਕੇ ਰੱਖੋ। ਉਹ ਗੱਲ ਪਤਾ ਕੀ ਇੱਕ ਵਾਰ ਹੋਰ ਵੀ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰ ਆਪਾਂ ਬਹੁਤ ਵੱਡੀ ਸੋਚਣ ਲੱਗ ਪੈਂਦੇ, ਏਡੀ ਹੁੰਦੀ ਨਹੀਂ। ਮੰਨ ਲਓ ਵੀ ਇੱਕ ਮਾਤੜ ਬੰਦਾ ਆਪਣੇ ਸਾਥੀ ਰਹਿੰਦਾ ਲਾਗੇ, ਉਹ ਰਹਿੰਦਾ ਤੇ ਉਹ ਵੀ ਉਸੇ ਪਿੰਡ 'ਚ ਹੀ ਆ। ਜੇ ਤੁਸੀਂ ਉਹਦੇ ਬਾਪ ਦਾਦੇ ਤੱਕ ਚਲੇ ਜਾਓ ਤੇ ਸਾਂਝ ਤੇ ਪੁਰਾਣੀ ਆ ਨਾ। ਜਿਹੜਾ ਇਹ ਮੰਨ ਲਓ ਵੀ ਇੱਕ ਦੂਸਰੇ ਨਾਲ ਕੜੱਤਣ ਬਣਨ ਵਾਲੀ ਗੱਲ, ਉਹ ਹੋਣੀ ਕਿਹੜੀ ਗੱਲ ਤੋਂ ਵੀ ਫਲਾਨੇ ਨੇ ਉਦੋਂ ਇਦਾਂ ਦੇਖਿਆ ਸੀ, ਫਲਾਨੇ ਨੂੰ ਮੈਂ ਫਲਾਨਾ ਕੰਮ ਕਿਹਾ ਸੀ, ਇਹਨੇ ਕੀਤਾ ਨਹੀਂ ਜਾਂ ਇਹਨੇ ਕਰਾਇਆ ਨਹੀਂ, ਜਾਂ ਉਦੋਂ ਮੈਨੂੰ ਲੋੜ ਸੀ, ਇਹਨੇ ਮੇਰੀ ਲੋੜ ਜਾਂ ਕਰਜ਼ ਨਹੀਂ ਪੂਰੀ ਕੀਤੀ, ਹੈ ਨਾ। ਹੋਰ ਉੱਥੇ ਕਿਹੜਾ ਵੀ ਉੱਥੇ ਆਖਣਾ ਵੀ ਆਪਾਂ ਬੁਰਜ ਖਲੀਫਾ ਪਿੰਡ 'ਚ ਬਣਾਉਣਾ ਸੀ, ਲੈ ਵੀ ਇਹਨੇ ਨਹੀਂ ਉਹ ਬਣ ਦਿੱਤਾ, ਉੱਡੀ ਤਾਂ ਕੋਈ ਲੜਾਈ ਹੁੰਦੀ ਨਹੀਂ। ਉਹ ਮੇਰੇ ਖਿਆਲ ਨਾਲ ਜੇ ਸਮਝਦਾਨੀ ਨਾਲ ਥੋੜ੍ਹਾ ਜਿਹਾ ਵਰਤ ਕੇ, ਨਿੱਘੀ ਜਿਹੀ ਗੱਲ ਆ ਵੀ ਯਾਰ ਕੋਈ ਗੱਲ ਨਹੀਂ ਫਲਾਨਾ ਸੀ, ਆਪਾਂ ਤੇਰੇ ਨਾਲ ਖਲੋਤੇ, ਯਾਰ ਗੱਲ ਕਿਹੜੀ। ਅਗਲੇ ਨੂੰ ਜੇ ਪਤਾ ਲੱਗਦਾ ਵੀ ਜਿਹੜਾ ਕੰਧ ਦੇ ਨਾਲ ਬੰਦਾ ਰਹਿੰਦਾ, ਇਹ ਨੇਰੇ ਸਵੇਰੇ ਵੀ ਮੇਰਾ, ਤੇ ਉਹਨੇ ਕੀ ਲੈਣਾ ਜਿਹੜਾ 5 ਸਾਲੀ ਆਉਣ ਵਾਲਾ ਉਹਦੀ ਗੱਲ ਸੁਣ ਕੇ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਇਸੇ ਕਰਕੇ $5 ਐਤਕੀ ਜਿੱਤਿਆ ਕਿ ਕੁਛ ਨਹੀਂ ਹੋਣਾ, ਪਰ ਇੱਕ ਕਮੇਟੀ ਬਣਾ ਲੈਣ। ਉਹ ਕਮੇਟੀ ਬਣਾ ਲੈਣ, ਕਿਸੇ ਨੂੰ ਕੋਈ ਜ਼ਰੂਰਤ ਇਤਰਾਜ਼ ਹੋਵੇ, ਆਪਸ ਦੇ ਵਿੱਚ ਬਿਸ ਨਹੀਂ ਘੁੱਲਣੀ ਵੀ ਉਹਨਾਂ ਨੂੰ ਆਣ ਕੇ ਦੱਸਣਾ ਕਿ ਤਾਇਆ ਜੀ ਆਹ ਗੱਲ ਹੋਈ ਸੀ, ਤਾਇਆ ਜੀ ਸਾਡਾ ਵੀ ਕੋਈ ਧਰਨਾ, ਅਸੀਂ ਵੀ ਜਾਣਾ, ਸਾਡੀ ਆ ਮੰਗ ਆ, ਟਰਾਲੀ ਨਹੀਂ ਹੈਗੀ। ਉਹਨਾਂ ਨੂੰ ਟਾਂਪੂ ਕਿਰਾਏ ਤੇ ਨਾ ਕਰਨਾ ਪਵੇ, ਕਿਉਂਕਿ ਜੇ ਉਹ ਇਕੱਲੇ ਚਲੇ ਗਏ ਨਾ ਤੇ ਉੱਥੇ ਭਾਸ਼ਣ ਪਤਾ ਨਹੀਂ ਕਿੱਦਾਂ ਦੇ ਹੋਣੇ ਆ। ਤੁਸੀਂ ਇਕੱਲੇ ਚਲੇ ਗਿਆ, ਤੁਹਾਡੇ ਭਾਸ਼ਣ ਕਿੱਦਾਂ ਨੇ, ਇਕੱਠੇ ਰਹਿਣੇ। ਪਿੰਡ ਇਕਾਈ ਆ ਤੇ ਆਪਾਂ ਉਹਨੂੰ ਇਕਾਈ ਬਣਾ ਕੇ ਰੱਖਣਾ ਹੀ। ਉਹ ਮੰਨਣਗੇ ਹੌਲੀ ਹੌਲੀ। ਹੁਣ ਤੁਸੀਂ ਹੁਣ ਕਾਲੇ ਪਏ ਨੇ। ਨਹੀਂ, ਮੈਂ ਕਾਲਾ ਨਹੀਂ, ਮੈਨੂੰ ਸੀ ਵੀ ਇਹਦੇ ਤੋਂ ਪਹਿਲਾਂ ਕਿ ਅਗਲਾ ਗਰਮ ਲੋਹੇ ਤੇ ਸੱਟ ਮਾਰਦਾ, ਤੂੰ ਇਹ ਲੋਹਾ ਸਾਂਭਣਾ ਹੀ। ਤੁਸੀਂ ਟਾਈਮ ਨਾਲ ਹੀ, ਮਤਲਬ ਉਹ ਕਹਿੰਦੇ ਇਹਨੂੰ ਠੰਡਾ ਵੇਲਾ ਥੋੜਾ ਜਿਹਾ ਇਹਨੂੰ ਰੱਖ ਪਾਣੀ 'ਚ ਥੋੜਾ ਜਿਹਾ ਛੂਹ ਦੇਣੀ ਹੋਵੇ ਪਾਣੀ ਅੰਦਰ ਪਾਈਏ। ਚਲੋ, ਉਮੀਦ ਕਰਦੇ ਹਾਂ ਸਾਰੇ ਸੁਰੱਖਿਅਤ ਹੋਣ। ਟਰੈਕਟਰ ਭਜਾਉਣੇ ਨਹੀਂ ਹੈ, ਇੱਕ ਦੂਜੇ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ, ਆਪਣੇ ਘਰਾਂ ਨੂੰ ਜਾਣਾ ਹੈ। ਇੱਕ ਵਾਰੀ ਫਿਰ ਜਾਣ ਲੱਗੇ ਉੱਥੇ ਗੇੜਾ ਮਾਰ ਲਿਓ, ਕਾਗਜ਼ ਦਾ ਟੁਕੜਾ ਬਣਾ ਖਿਲ ਰਿਹਾ ਹੋਵੇ। ਨਹੀਂ, ਉਹ ਤਾਂ ਨਹੀਂ ਰਹਿੰਦਾ ਹੁਣ, ਕਿਉਂਕਿ ਜਿੰਨੇ ਦਿਨ ਉੱਥੋਂ ਲੱਗਣੇ ਹੌਲੀ ਹੌਲੀ ਆਉਂਦੇ ਉਹ ਆਪਣੇ ਆਪ ਹੀ ਮਸਲਾ ਸਾਰਾ ਹੱਲ ਹੋ ਜਾਣਾ। ਦੂਜੀ ਗੱਲ ਹੁਣ ਆਪਾਂ ਕਰੀਏ ਵੀ ਤੁਸੀਂ ਯਾਰ ਉਹ ਵਿੱਚ ਰਹਿਣ ਦੀ ਗੱਲ ਇੱਦਾਂ ਕਿੱਦਾਂ ਯਾਰ, ਏਡੇ ਵੱਡੇ ਬੰਦੇ ਦੇਖੋ ਮਤਲਬ ਪਾਰਟੀ 'ਚ ਗਏ ਨੇ। ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਕਿਉਂਕਿ ਮੰਗਣੀ ਪੈਣੀ ਤੁਹਾਨੂੰ ਰੌਲਾ ਇਹ ਹੁੰਦਾ ਯਾਰ। ਮਤਲਬ ਮਹਾਰਾਜ ਸਾਡੇ ਕਾਲਮ ਮੁੱਕ ਜਾਂਦੇ ਆ, ਜਿੰਨੇ ਉਹਨਾਂ ਨੇ ਗੇੜੇ ਮਾਰ ਲਏ ਨਾ ਇੱਧਰ ਉੱਧਰ ਕਰਕੇ। ਆਹੋ ਜੇ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਵੀ ਯਾਰ ਮਾਸਟਰ ਬਲਦੇਵ ਜੈਤੋ ਹੋਰੀ ਅਸਤੀਫਾ ਦੇ ਗਏ ਯਾਰ ਆਮ ਆਦਮੀ ਪਾਰਟੀ ਤੋਂ, ਕਿਉਂਕਿ ਤੁਸੀਂ ਗੱਲ ਕਲੀਅਰ ਕੀਤਾ ਸੀ ਵੀ ਪੰਜਾਬ ਏਕਤਾ ਪਾਰਟੀ ਤੋਂ ਪਹਿਲਾਂ ਹੀ ਆ ਗਏ ਸੀ ਉਹ ਜੀ, ਤੇ ਹੁਣ ਉਹ ਦੁਬਾਰਾ ਇੱਕ ਦਿਨ ਵੀ ਨਹੀਂ ਲਾਇਆ ਉਹਨਾਂ ਨੇ ਤੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਉਹ ਫੇਰ ਵੀ ਲੇਟ ਨੇ, ਉਹ ਰਫਤਾਰ ਨਾਲ ਨਹੀਂ ਮੈਂ ਦੇਖਿਆ, ਸਮੇਂ ਨਾਲ ਚੱਲ ਹੀ ਨਹੀਂ ਸਕਦੇ, ਕਦਮ ਤਾਲ ਨਹੀਂ ਮਿਲਦੀ। ਕਿਉਂਕਿ ਸਿਰਸਾ ਸਾਹਿਬ ਨੂੰ ਨਿੱਜੀ ਰੁਝੇਵੇਂ 15 ਮਿੰਟਾਂ 'ਚ ਹੀ ਖਤਮ ਹੋ ਗਿਆ ਸੀ ਉਹਨਾਂ ਦੇ, ਜਦੋਂ ਇੱਧਰਲੇ ਪਾਸੇ ਭਾਜਪਾ ਦਫ਼ਤਰ ਆ ਗਿਆ ਸੀ। ਇਹਨਾਂ ਨੂੰ ਫੇਰ ਇੱਕ ਦਿਨ ਲੱਗ ਗਿਆ, ਕਿੱਥੋਂ ਇਹਨਾਂ ਨੇ ਹੁਣ MLA ਬਣਨਾ। ਨਹੀਂ, MLA ਤਾਂ ਉਹਨਾਂ ਨੇ ਬਣਨਾ ਜ਼ਿਆਦਾ, ਕਿਉਂਕਿ ਦੇਖੋ ਇਹ ਗੱਲ ਤੇ ਕਲੀਅਰ ਹੈ ਵੀ ਜਿਹੜਾ ਇੰਨੀ ਛੇਤੀ ਨਿੱਜੀ ਰੁਝੇਵਿਆਂ 'ਚੋਂ ਅਸਤੀਫਾ ਦੇ ਕੇ ਬੰਦਾ ਉੱਥੇ ਜਾਂਦਾ ਸਟੇਜ ਤੇ, ਉਹ ਵੀ ਦੇਖੋ ਜੈਤੋ ਨਹੀਂ ਆ, ਉਹ ਮਾਨਸੇ ਰੈਲੀ ਸੀ, ਉੱਥੇ ਜਾ ਕੇ ਸ਼ਾਮਲ ਹੋਏ। ਮਤਲਬ ਜੈਤੋਂ ਤਾਂ ਪਤਾ ਨਹੀਂ ਕਦ ਰੈਲੀ ਹੋਣੀ ਆ, ਕੀ ਪਤਾ ਨਾ ਉਦੋਂ ਤਾਂ ਲੇਟ ਹੋ ਜਾਵੇ ਕੰਮ, ਕੋਡ ਆਫ ਕੰਡਕਟ ਲੱਗ ਜਾਵੇ, ਟਾਈਮ ਨਾ। ਕੱਲ੍ਹ ਨੂੰ ਲੋਕ ਇਹ ਵੀ ਨਹੀਂ ਕਹਿ ਸਕਦੇ ਯਾਰ ਕੱਲ੍ਹ ਆਇਆ ਨੂੰ ਟਿਟਕ ਦੇ ਦਾਅਵੇਦਾਰ ਬਣ ਗਿਆ, ਉਹ 15 ਦਿਨ ਹੋ ਗਿਆ ਇਹਨੂੰ ਯਾਨੀ 15 ਦਿਨਾਂ ਦੀ ਸੇਵਾ ਹੈ। ਆਹੋ ਇਹ ਤਾਂ ਗੱਲ ਤੁਸੀਂ ਇੱਕ ਹੋਰ ਦੇਖੋ। ਹਾਂ, ਤਜਰਬਾ ਜਿਹੜਾ ਨਾ ਬੜੀ ਵੱਡੀ ਚੀਜ਼ ਹੁੰਦੀ ਹੈ। ਹੁਣ ਤੁਸੀਂ ਹੋ ਇੱਕ ਹੀ ਪਾਰਟੀ 'ਚ ਉਦੋਂ ਦੇ, ਅਗਲੇ ਕਹਿੰਦੇ ਕਰੀਅਰ ਸ਼ੁਰੂ ਕੀਤਾ ਹੀ ਆਮ ਆਦਮੀ ਪਾਰਟੀ ਤੋਂ, ਉਹਦੇ ਤੋਂ ਬਾਅਦ ਪੰਜਾਬ ਏਕਤਾ ਪਾਰਟੀ 'ਚ ਗਏ ਆ, ਫਿਰ ਆਮ ਆਦਮੀ ਪਾਰਟੀ 'ਚ ਆਏ ਆ, ਫਿਰ ਕਾਂਗਰਸ ਪਾਰਟੀ 'ਚ ਗਏ ਆ। ਜਾਣੀ ਕਿ 70% ਸਿਆਸਤ ਦਾ ਸਵਾਦ ਕਿੱਦਾਂ ਦਾ ਉਹਨਾਂ ਨੇ ਚੱਖ ਲਿਆ ਹੀ, ਅਤੇ ਜਦੋਂ ਸਵਾਦ ਚੱਖ ਲਿਆ ਫਿਰ ਤਜਰਬਾ ਬੜਾ ਹੋ ਜਾਂਦਾ ਕਿ ਕਿਹੜੇ ਬੰਦੇ ਨਾਲ ਹੁਣ ਭਲਕ ਨੂੰ ਆਮ ਆਦਮੀ ਪਾਰਟੀ ਕਿਤੇ ਸ਼ਕਤੀ ਮਿਲ ਜਾਏ
ਬੰਦੇ ਆਪਦੇ ਹੁਣੇ ਕੰਮ ਕਰਾਉਣਗੇ। ਕੱਲ ਨੂੰ ਹੁਣ ਪੰਜਾਬ ਏਕਤਾ ਪਾਰਟੀ ਤਾਂ ਹੈ ਨਹੀਂ, ਕਿਤੇ ਘੁੰਮ ਘੁਮਾ ਕੇ ਜੇ ਲੋਕ ਭਲਾਈ ਪਾਰਟੀ ਪੁਨਰ ਸੁਰਜੀਤ ਹੋ ਸਕਦੀ ਹੈ, ਉਹਦੇ ਪੁਨਰ ਸੁਰਜੀਤ ਹੋਣ ਨੂੰ ਵੀ ਕਿਹੜਾ ਗੋਡੇ ਆ, ਉਹਨਾਂ ਨੂੰ ਕਿਤੇ ਕੋਈ ਤਾਕਤ ਮਿਲ ਜੇ ਉੱਥੋਂ ਕੰਮ ਹੋ ਜਾਣਗੇ। ਕਾਂਗਰਸ ਦੇ ਵਿੱਚ ਉਹ ਹੈਗੇ ਨੇ। ਨਹੀਂ ਜੇ ਇਹਦਾ ਮਤਲਬ ਹੁਣ ਤੁਸੀਂ ਪੰਜਾਬ ਲੋਕ ਕਾਂਗਰਸ ਦਾ ਨਾਂ ਨਹੀਂ ਲਾਉਂਗੇ। ਨਹੀਂ ਕਿਉਂ ਨਹੀਂ, ਅਸੀਂ ਤਾਂ ਅਕਾਲੀ ਦਲ ਦਾ ਵੀ ਨਹੀਂ ਲਿਆ ਜੀ। ਨਹੀਂ ਉਹਦਾ ਤਾਂ ਨਾਂ ਲੈਣ ਦੀ ਲੋੜ ਨਹੀਂ ਹੈ ਨਾ, ਨਵਾਂ ਨਾਂ ਲੈਣ ਦੀ ਲੋੜ ਆ ਜਿਹੜੇ ਆ ਰਹੇ ਨੇ। ਉਹ ਤਾਂ ਕਹਿੰਦੇ ਅਸੀਂ ਹੈਗੇ ਆ ਇੱਥੇ, ਅਸੀਂ ਤਾਂ ਕਿਤੇ ਗਏ ਨਹੀਂ, ਸਾਨੂੰ ਤਾਂ ਮਤਲਬ ਸਦੀ ਹੋ ਗਈ ਇੱਕ ਇੱਥੇ। ਤੁਸੀਂ ਦੇਖੋ ਨੀਤੀਆਂ ਕਿੰਨੀ ਛੇਤੀ ਐਡਜਸਟ ਹੋ ਜਾਂਦੀਆਂ ਨਾ, ਯਾਨੀ ਕਿੰਨੀ ਛੇਤੀ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਇੱਧਰ ਆ ਕੇ ਕਾਂਗਰਸ ਦੀਆਂ ਨੀਤੀਆਂ, ਜਿਹੜੀ ਡਾਈਜੈਸ਼ਨ ਸਿਸਟਮ ਕਿੰਨਾ ਤਕੜਾ ਆ। ਕੋਈ ਏਡੀ ਨਹੀਂ ਗੱਲ ਬਾਟ ਸਾਹਿਬ, ਤੁਸੀਂ ਫੋਟੋ ਧਿਆਨ ਨਾਲ ਦੇਖੋ, ਆਹ ਉੱਥੇ ਮਾਨਸ਼ਾਹੀਆ ਸਾਹਿਬ ਸੀਗੇ ਆਲਰੇਡੀ। ਉਹ ਕਹਿੰਦੇ ਆਇਆ ਯਾਰ ਮੈਨੂੰ ਪਤਾ ਹੀ ਠੀਕ ਨਹੀਂ। ਉਹ ਹੋ ਸਕਦਾ ਵੀ ਉਹਨਾਂ ਨੇ ਯਾਰ ਹੋ ਸਕਦਾ ਬਣੇ ਮਾਸਟਰ ਜੀ ਆਓ ਤੇ ਸਹੀ, ਤੁਹਾਨੂੰ ਮੈਂ ਦੱਸਦਾ ਵੀ ਚੂਰਨ ਤੁਸੀਂ ਆਹ ਖਾਣਾ ਮਾੜਾ ਜਿਹਾ ਨਾਲ ਹੀ ਸੈੱਟ ਹੋ ਜਾਣਾ ਕੰਮ। ਉਹਨਾਂ ਹੋ ਸਕਦਾ ਵੀ ਉਸ ਤੋਂ ਬਾਅਦ 5 ਮਿੰਟ ਬਿਠਾਇਆ ਹੋਵੇ, ਕਿੱਦਾਂ ਹੁਣ ਮਹਿਸੂਸ ਹੁੰਦਾ, ਕਹਿੰਦੇ ਯਾਰ ਹਾਂ ਕਾਂਗਰਸ ਪਾਰਟੀ ਦੇ ਵਧੀਆ, ਕਹਿੰਦੇ ਆਓ ਫਿਰ ਸਰੋਪਾ ਪਵਾਈਏ। ਨਹੀਂ ਉਹ ਇੱਦਾਂ ਵੀ ਕਹਿੰਦੇ ਉਹਨੇ ਉੱਠਣਾ ਆ, ਪਰ ਉੱਠਣਾ ਨਹੀਂ। ਜਦੋਂ ਨੀਂਦ 'ਚ ਉੱਠਣਾ ਸਵੇਰੇ ਨਾ ਚਾਦਰ ਗੋਡਿਆਂ ਤੱਕ ਲੈ ਕੇ ਰੱਖਣੀ ਆ, ਉੱਥੇ ਮੰਜੇ ਦੇ ਉੱਤੇ ਬਹਿ ਕੇ ਲੱਕ ਸਿੱਧਾ ਕਰਕੇ ਸਾਹ ਲੈਣਾ ਪੂਰਾ 3 ਵਾਰੀ, ਫੇਰ ਉੱਠਣਾ, ਫੇਰ ਦੇਖਿਓ ਫਰਕ। ਉਹ ਚਲੋ ਇਹ ਫਰਕ ਤਾਂ ਉਦੋਂ ਪਤਾ ਲੱਗਣਾ ਵੀ ਜਿੱਦਣ, ਕਿਉਂਕਿ ਜੇ ਆਪਾਂ ਉਹ ਗੱਲ ਕਰਦੇ ਸੀ ਵੀ ਸ਼ਾਇਦ ਮਾਸਟਰ ਬਲਦੀਪ ਸਿੰਘ ਜੈਤੋ ਇਲੈਕਸ਼ਨ ਨਹੀਂ ਲੜ ਸਕਦੇ, ਇਲੈਕਸ਼ਨ ਤੋਂ ਲੜ ਸਕਦੇ ਇਹਦਾ ਮਤਲਬ ਫਿਰ ਜੈਤੋ ਵਾਲੇ ਪਾਸੋਂ ਕੋਈ ਬੰਦਾ ਵੀ ਅਜੇ ਕਾਂਗਰਸ ਪਾਰਟੀ ਦਾ ਕੋਈ ਬਹੁਤਾ ਨਜ਼ਰ ਆਉਂਦਾ ਨਹੀਂ, ਕਿਉਂਕਿ ਪਹਿਲਾਂ ਹੁੰਦੇ ਸੀ ਆਪਣੇ ਸਦੀਕ ਸਾਹਿਬ ਜੀ, ਉਹ MP ਬਣ ਗਏ ਨੇ। ਨਹੀਂ ਹੁੰਦੇ ਹੈਗੇ ਨੇ ਉਹ, ਯਾਰ MLA ਦੀ ਗੱਲ ਕਰਦਾ। ਜੇ ਉਹ ਵੈਸੇ ਵੀ ਉਹਨਾਂ ਦੇ ਸਰੀਰ ਦਾ ਕੋਈ ਜੋੜ ਢਿੱਲਾ ਆਹੋ ਵੀ ਹੁਣ ਮਾਸਟਰ ਜੀ ਨੂੰ ਹੋ ਸਕਦਾ ਥੋੜੀ ਬਹੁਤ ਹਾਮੀ ਭਰੀ ਹੋਵੇ ਤਾਂ ਹੀ ਹੈ। ਦੇਖੋ ਉਹ ਜਿੱਥੇ ਸੀਗੇ ਉੱਥੇ ਪਤਾ ਨਹੀਂ ਟਿਕਟ ਮਿਲਦੀ ਨਾ ਮਿਲਦੀ ਇੱਕ ਬਰਾਬਰ ਸੀਗੀ, ਹੁਣ ਇੱਥੇ ਆ ਕੇ ਮਾੜੀ ਮੋਟੀ ਤਾਂ ਆਸ ਹੋਈ ਆ ਨਾ। ਨਹੀਂ ਅਗਲਿਆਂ ਟਿਕਟਾਂ ਦਿੱਤੀਆਂ, ਦੇਖੋ ਕਾਰਨ ਇਹ ਆ ਵੀ 30 ਬੰਦਿਆਂ ਦੇ ਨਾਂ ਆਏ ਨੇ ਹੋਰ। ਵਾਹ। ਬਾਕੀ ਸਾਰੇ ਨਾਵਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਨਾਂ ਦੀ ਗੱਲ ਕਰਨੀ ਚਾਹੁੰਦਾ। ਕਰੋ। ਰਾਮਪੁਰਾ ਫੂਲ ਚੋਂ ਦੁਬਾਰਾ ਟਿਕਟ ਮਿਲੀ ਹੈ ਬਲਕਾਰ ਸਿੱਧੂ ਰਨ, ਹੈ ਉਹ ਵੀ ਕਲਾਕਾਰ ਨੇ, ਤੇ ਇਹ ਮੈਨੂੰ ਅੱਜ ਹੀ ਕਲੀਅਰ ਹੋਇਆ ਬਲਕਾਰ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਜੀ ਨੇ ਹੁਣ ਫਿਰ। ਨਹੀਂ ਮਹਾਰਾਜ ਤੁਸੀਂ ਦੇਖੋ ਬਲਕਾਰ ਸਿੱਧੂ ਸਾਹਿਬ ਜਦੋਂ ਬੜੇ ਮਸ਼ਹੂਰ ਸੀ ਕਲਾਕਾਰ, ਇੱਕ ਵਧੀਆ ਆਵਾਜ਼ ਸੀ, ਹਿੱਕ ਦੇ ਜ਼ੋਰ ਤੇ ਗਾਉਣ ਵਾਲੇ ਸੀਗੇ, ਤੇ ਜਦੋਂ ਮੈਨੂੰ ਤੁਸੀਂ ਗਾਣਾ ਨਾ ਚੇਤੇ ਕਰਾ ਦਿਓ ਜਿਹੜਾ ਤੁਹਾਡੇ ਮਨ ਚ ਆ ਗਿਆ। ਨਹੀਂ ਹੈ ਨਾਲੇ ਤੁਹਾਡਾ ਆ ਨਾ, ਥੋੜਾ ਗਾਓ। ਇਹ ਚੇਤਾ ਤੁਹਾਨੂੰ ਆ ਕਿਹੜਾ? ਤੁਹਾਡੇ ਇਲਾਕੇ ਦਾ ਗਾਣਾ। ਚਲੋ ਕੋਈ ਗੱਲ ਨਹੀਂ। ਹੁਣ ਬਲਕਾਰ ਸਿੱਧੂ ਸਾਹਿਬ ਦੇਖੋ ਪਹਿਲਾਂ ਆਮ ਆਦਮੀ ਪਾਰਟੀ 'ਚ ਆਏ। ਮੈਂ ਮੋਮਬੱਤੀ ਵਾਲਾ ਨਹੀਂ ਚਾਹੁੰਦਾ, ਮੈਂ ਪੂਣੀ ਵਾਲਾ ਚਾਹੁੰਦਾ। ਭਿੱਜ ਗਈਆਂ ਕਿਉਂਕਿ ਮੀਂਹ ਪੈਂਦਾ ਨਾ ਇੱਥੇ ਆਪਣੇ ਵੈਨਕੂਵਰ ਦੇ ਸਾਹਮਣੇ। ਉਹਨਾਂ ਨੂੰ ਕੋਈ ਇੱਕ ਦਿਨ ਰੁਕ ਜਾਓ, ਆਪਾਂ ਕਿਸਾਨਾਂ ਤੋਂ ਤੁਹਾਨੂੰ ਤਰਪਾਲ ਲੈ ਦਿੰਦੇ ਹਾਂ। ਬਥੇਰੀਆਂ ਨੇ ਉਹ ਤਾਂ ਦਿੱਲੀ ਬਣ ਕੇ ਆਉਂਦੇ। ਚਲੋ ਦੇਖੋ ਆਮ ਆਦਮੀ ਪਾਰਟੀ ਨੇ 10 ਉਮੀਦਵਾਰ ਪਹਿਲਾਂ ਐਲਾਨੇ ਸੀ, 30 ਹੁਣ ਟੋਟਲ 40 ਹੋ ਗਿਆ 117 ਦੇ ਵਿੱਚੋਂ, ਬਾਕੀ ਕਿੰਨੇ ਰਹਿ ਗਿਆ ਤੁਸੀਂ ਜਮ੍ਹਾਂ ਘਟਾਓ ਕਰਿਓ। ਹੁਣ ਆਮ ਆਦਮੀ ਪਾਰਟੀ ਚੰਗੀ ਹੋਈ ਸੋਚ ਵਿਚਾਰ ਕੇ ਟਿਕਟਾਂ ਦਿੰਦੀ ਹੋਣੀ, ਸਾਨੂੰ ਇਤਰਾਜ਼ ਕੋਈ ਨਹੀਂ, ਪਰ ਐਤਕੀ ਉਹਨਾਂ ਨੇ ਨਾ ਕੁਝ ਤਜਰਬੇ ਕੀਤੇ ਹੈ। ਬਲਕਾਰ ਸਿੱਧੂ ਸਾਹਿਬ ਆਮ ਆਦਮੀ ਪਾਰਟੀ 'ਚ ਆਏ, ਫਿਰ ਚਲੇ ਗਏ, ਇਲੈਕਸ਼ਨ ਲੜੀ ਕਾਂਗਰਸ 'ਚ, ਕਾਂਗਰਸ 'ਚੋਂ ਫਿਰ ਆਮ ਆਦਮੀ ਪਾਰਟੀ 'ਚ ਪਿਛਲੇ ਦਿਨੀ ਇੰਚਾਰਜ ਬਣਾ ਦਿੱਤੇ ਸੀ, ਕੁਝ ਵਿਰੋਧ ਵੀ ਹੋਇਆ, ਚਲੋ ਟਿਕਟ ਦੇ ਦਿੱਤੀ, ਕੋਈ ਗੱਲ ਨਹੀਂ। ਇਹਦੇ ਨਾਲ ਨਾਲ ਕਈ ਹੋਰ ਬੰਦਿਆਂ ਨੂੰ ਟਿਕਟ ਦਿੱਤੀ। ਜ਼ੀਰੇ ਤੋਂ ਨਰੇਸ਼ ਕਟਾਰੀਆ ਹੋਰਾਂ ਨੂੰ ਉਮੀਦਵਾਰ ਬਣਾਇਆ। ਦੇਖੋ ਇਲਾਕੇ ਦੇ ਵਿੱਚ ਕੰਮ ਕਰਦੇ ਆ, ਵੈਸੇ ਆਮ ਤੌਰ ਤੇ ਮੰਨਿਆ ਜਾਂਦਾ ਕਿ ਭਾਈ ਕੋਈ ਥੋੜੇ ਲੀਡਰ ਹੁੰਦੇ ਆ ਜਿਨ੍ਹਾਂ ਨੇ ਇਲੈਕਸ਼ਨਾਂ ਲੜਦੇ ਲੜਦੇ ਆਪ ਬਹੁਤ ਕੁਝ ਗਵਾ ਲਿਆ। ਉਹ ਕਹਿੰਦੇ ਆ ਕਿ ਉਹਨਾਂ ਦੀ ਵੀ ਵਾਹਵਾ ਜ਼ਮੀਨ ਉਹਨਾਂ ਨੇ ਇੱਦਾਂ ਹੀ ਬੇਕਬੂਕ ਗਈ ਹੈ। ਹੋ ਸਕਦਾ ਕਿ ਲੋਕਾਂ ਦੇ ਵਿੱਚ ਪਕੜ ਹੋਵੇ। ਇਹਦੇ ਨਾਲ ਨਾਲ ਖਰੜ ਤੋਂ ਬੀਬੀ ਅਨਮੋਲ ਗਗਨ ਮਾਨ ਨੂੰ ਟਿਕਟ ਦਿੱਤੀ ਗਈ ਹੈ, ਜਿੱਥੋਂ ਕੰਵਰ ਸੰਧੂ ਹੋਰੀ MLA ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਕਿਹਾ ਸੀ ਇਲੈਕਸ਼ਨ ਲੜਨੀ ਨਹੀਂ। ਸੋ ਹੁਣ ਖਰੜ ਤੋਂ ਚੰਡੀਗੜ੍ਹ ਦੇ ਬਿਲਕੁਲ ਗੁਆਂਢੋਂ ਉਹ ਬੀਬੀ ਜੀ ਆਪਣੇ ਬੋਲਾਂ ਦੇ ਨਾਲ ਲੋਕਾਂ 'ਚ ਕਿੰਨਾ ਕੁ ਵਿਸ਼ਵਾਸ ਭਰੋਸਾ ਪੈਦਾ ਕਰ ਸਕਣਗੇ, ਉਹ ਦੇਖਣ ਵਾਲੀ ਗੱਲ ਹੋਏਗੀ। ਇੱਕ ਮੈਨੂੰ ਸਮਝ ਨਹੀਂ ਆਈ ਵੀ ਉਹ ਖਰੜ ਤੋਂ ਉਹਨਾਂ ਨੂੰ ਟਿਕਟ ਦੇਣੀ ਆ, ਤੇ ਜਿਹੜਾ ਮੋਹਾਲੀ ਵਾਲੀ, ਅੱਛਾ ਉਹ ਮੋਹਾਲੀ ਸੀ, ਓਕੇ ਹਾਂ ਦੇਖਿਆ। ਨਹੀਂ ਮੈਨੂੰ ਮੇਰੇ ਦਿਮਾਗ 'ਚ ਆਇਆ ਵੀ ਅਨਮੋਲ ਗਗਨ ਮਾਨ, ਹਾਂਜੀ ਇੱਕ ਹੋਰ ਮਾਨ, ਉਹ ਵੀ ਬੀਬੀ। ਨਹੀਂ ਇਹ ਤੁਸੀਂ ਆਪਸ ਵਿੱਚ ਐਂ ਕਰ ਦੇਣਗੇ। ਮੈਨੂੰ ਇਹ ਸੀ ਵੀ ਕਿਤੇ ਇਦਾਂ ਦੇ ਨਹੀਂ ਵੀ ਉੱਥੇ ਜ਼ਿਆਦਾ ਕਲਾਕਾਰਾਂ ਦੇ ਹੀ। ਨਹੀਂ ਇਦਾਂ ਨਹੀਂ ਹੈ। ਉਹ ਇਦਾਂ ਹੋ ਸਕਦਾ ਕਿ ਇੱਕ ਪਿੰਡ ਦੇ ਵਿੱਚ ਜੇ ਭਲਕ ਨੂੰ ਉਹ ਬੀਬੀ ਜੀ ਦਾ ਵੀ ਦਾ ਲੱਗ ਜਾਏ, ਇੱਧਰਲੇ ਪਿੰਡ ਦੇ ਵਿੱਚ ਉਹ ਸੰਬੋਧਨ ਕਰਦੇ ਹੁਣ ਆਹ ਹੱਦਬੰਦੀ ਹੋਵੇ, ਤਾਂ ਇੱਧਰਲੇ ਪਿੰਡ 'ਚ ਉਹ ਸਪੀਕਰਾਂ 'ਚ ਆਵਾਜ਼ ਖੜਕਦੀ ਹੋਵੇ। ਹਾਂ ਤੇ ਉਹ ਬੰਦੇ ਗੱਲਾਂ ਕਰਾਂ ਕਿਧਰੋਂ ਆਇਆ, ਕਹਿੰਦਾ ਮੈਂ ਬੀਬੀ ਮਾਨ ਨੂੰ ਸੁਣ ਕੇ ਆਇਆ, ਕਹਿੰਦਾ ਕਿਹੜੀ ਹੋਈ। ਹਾਂ ਉਹ ਕਹਿੰਦੇ ਮੈਂ ਵੀ ਬੀਬੀ ਮਾਨ ਨੂੰ ਸੁਣ ਕੇ ਆਇਆ। ਚਲੋ ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਕਈ ਟਿਕਟਾਂ ਹੋਰ ਦਿੱਤੀਆਂ, ਕਿਉਂਕਿ ਕਬੱਡੀ ਖਿਡਾਰੀਆਂ ਨੂੰ ਵੀ ਦਿੱਤੀਆਂ। 2 ਟਿਕਟਾਂ ਕਲਾਕਾਰਾਂ ਦੀਆਂ ਬਣੀਆਂ ਟੋਟਲ ਕੁੱਲ ਮਿਲਾ ਕੇ। ਨਹੀਂ ਅਜੇ ਹੋਰ ਬਣਨੀਆਂ, ਇਹ 40 ਮਿਲੀਆਂ ਯਾਰ, ਕੀ ਕਰਦੇ ਹੋ ਯਾਰ। ਅਜੇ ਕਲਾਕਾਰ ਭਾਈਚਾਰਾ ਜਿਹੜਾ ਉਹ ਦਿਲ ਨਾ ਛੱਡੇ। ਤੇ ਜਗਰੂਪ ਸਿੰਘ ਸੇਖਵਾ ਹੋਰਾਂ ਨੂੰ ਵੀ ਕਾਦੀਆਂ ਤੋਂ ਟਿਕਟ ਦੇਤੀ ਆ ਕਿ ਭਾਈ ਤੁਸੀਂ ਲੜੋ, ਨਹੀਂ ਤਾਂ ਸੇਵਾ ਸਿੰਘ ਸੇਖਵਾ ਹੋ ਸਕਦਾ ਕਿ ਉਹ ਲੜਦੇ। ਇਹਦੇ ਤੋਂ ਇਲਾਵਾ ਹੋਰ ਜਿਹੜੇ ਆਪਣੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ SIT ਵਾਲੇ ਸੀ, ਕੁੰਵਰ ਵਿਜੇ ਪ੍ਰਤਾਪ ਹੋਰੀ, ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ ਹੋਰਾਂ ਦੇ ਨਾਲ ਲੂਹਾ
ਉਹ ਵੀ ਲੈਣਗੇ। ਸੋ ਕੁੱਲ ਮਿਲਾ ਕੇ 30 ਟਿਕਟਾਂ ਹੋਰ ਆਮ ਆਦਮੀ ਪਾਰਟੀ ਨੇ ਅਨਾਉਂਸ ਕਰ ਦਿੱਤੀਆਂ। ਇੱਕ ਚੁਟਕਲਾ ਵੀ ਬਣ ਗਿਆ ਕੀ ਉਹ ਕਹਿੰਦੇ ਜੀ ਪਹਿਲਾਂ ਇੱਕ ਐਮਐਲਏ ਸਾਹਿਬ ਗਏ ਸੀ, ਬੀਬੀ ਰੂਬੀ ਜੀ 10 ਅਨਾਉਂਸ ਹੋਈਆਂ, ਹੁਣ ਇੱਕ ਸਾਬਕਾ ਐਮਐਲਏ ਮਾਸਟਰ ਬਲਦੇਵ ਸਿੰਘ ਹੋਰੀ ਗਏ 30 ਹੋਈਆਂ, ਇੱਕ ਅੱਧਾ ਜੇ ਕਿਤੇ ਹੋਰ ਚਲਾ ਗਿਆ ਤਾਂ 117 ਕਰ ਦੇਣੀਆਂ ਉਹਨਾਂ ਨੇ। ਉਹ ਬੰਦਾ ਡੀਕਦੇ ਨੇ ਵੀ ਯਾਰ ਹੁਣ ਇੱਕ ਅੱਧਾ ਕੋ ਹੋਰ ਉੱਠੋ, ਇੱਕ ਰਾਂ ਦਿਓ ਅਸਤੀਫਾ ਤੇ ਫਿਰ ਬਾਕੀ ਟਿਕਟਾਂ ਅਨਾਉਂਸ ਕਰੀਏ। ਸਾਈਨ ਹੋਏ ਆ ਚਿੱਠੀ ਤੇ ਭਗਵੰਤ ਮਾਨ ਹੋਰਾਂ ਦੇ, ਕਰਨਗੇ ਅਗਲੇ ਪ੍ਰਧਾਨ ਨੇ ਯਾਰ, ਕਮਾਲ ਕਰਦੇ ਹੁੰਦੇ। ਨਾਲ ਜਰਨੈਲ ਸਿੰਘ ਹੋਰਾਂ ਦੇ, ਜਰਨੈਲ ਸਿੰਘ ਹੁਣੀ ਇੰਚਾਰਜ ਨੇ। ਮੈਂ ਕਹਿੰਦਾ ਵਿਚਾਲੇ ਥਾਂ ਹੋਰ ਖਾਲੀ ਆਪਣੇ ਰਾਘਵ ਦੁਆਲੇ ਚੱਡਾ ਕਰਾ ਲੈਂਦੇ। ਨਹੀਂ ਮੈਂ ਕਹਿੰਦਾ ਵਿਚਾਲੇ ਥਾਂ ਖਾਲੀ ਰਾਘਵ ਚੱਡਾ ਸਾਹਿਬ ਦੇ ਵੀ ਕਰਾਉਣੇ ਚਾਹੀਦੇ ਸੀ, ਸਹਾਇਕ ਇੰਚਾਰਜ ਨੇ। ਹਾਂ ਨਹੀਂ ਇਦਾਂ ਦੇ ਨਹੀਂ ਆ ਦੇਣ ਦੇ ਲੜਾਉਣ ਵਾਲੀਆਂ ਗੱਲਾਂ ਕਰਦੇ ਮੈਂ ਨਹੀਂ ਕਹਿੰਦਾ। ਪਰ ਚਲੋ ਆਮ ਆਦਮੀ ਪਾਰਟੀ ਇਸ ਹਿਸਾਬ ਨਾਲ ਹੀ, ਪਰ ਰਾਘਵ ਚੱਡਾ ਸਾਹਿਬ ਨੇ ਜਿਹੜਾ ਮੁੱਦਾ ਉਹ ਚੁੱਕਿਆ ਸੀ ਨਾ, ਉਹ ਮੁੱਦਾ ਉਹਨਾਂ ਨੇ ਛੱਡਿਆ ਨਹੀਂ। ਕਿਵੇਂ? ਇੱਕ ਤੇ ਆਪਾਂ ਜੇ ਕੱਲ੍ਹ ਹੀ ਗੱਲ ਕਰਦੇ ਸੀ ਵੀ ਭਾਈ ਸਾਹਿਬ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਵੀ ਜਿੱਥੇ ਕਿਤੇ ਨਜਾਇਜ਼ ਰੇਤੇ ਵਾਲਾ ਰੌਲਾ ਪੈਂਦਾ, ਵੀਰ ਟਰਾਲੀ ਨਜਾਇਜ਼ ਬਾਰੇ ਤੁਸੀਂ ਦੱਸਣਾ, ਵੀਡੀਓ ਤੁਸੀਂ ਬਣਾਉਣੀ ਹੈ, ਟਰਾਲੀ ਰੇਤਾ ਦੀ ਭਾਵੇਂ ਜਿੱਦਾਂ ਮਰਜ਼ੀ ਲੈ ਲਿਓ, ਪਰ 25,000 ਇਨਾਮ ਅਸੀਂ ਦਿਆਂਗੇ ਤੁਹਾਨੂੰ। ਉਹ ਕਹਿੰਦੇ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਸੀਐਮ ਚੰਨੀ ਸਾਹਿਬ ਨੂੰ 25,000 ਇਨਾਮ ਦੇਣਾ, ਪੂਰਾ ਗਿਣ ਕੇ ਕਹਿੰਦੇ ਨੋਟ ਜਿਹੜੇ ਕਹਿਣ ਉਹ ਦਿਆਂਗੇ, ਪਰ ਉਹ ਰੇਤ ਵਾਲਾ ਕੰਮ ਬੰਦ ਕਰਾ ਦਿਓ। ਤੁਸੀਂ ਇਹ ਦੇਖੋ, ਇੱਕ ਗੱਲ ਤਾਂ ਕਲੀਅਰ ਹੋ ਗਈ ਨਾ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜੇ ਮੁੱਖ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਪੈਂਦਾ ਕਿ 25,000 ਇਨਾਮ, ਇਹਦਾ ਮਤਲਬ ਕਿਤੇ ਨਾ ਕਿਤੇ ਰੇਤਾ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਨਿਖਰੀ ਜੀ ਨਹੀਂ ਹੈਗੀ, ਸਾਫ਼ ਨਹੀਂ ਹੈਗੀ, ਇਹਨਾਂ ਨੂੰ ਛਾਨਣਾ ਪੈਂਦਾ ਕਿਸੇ ਰੇਤਾ ਨੂੰ। ਇਹਦੇ ਵਿੱਚ ਵੀ ਛਾਣ ਕੇ ਰੋਲਣਾ ਦਾ ਮਤਲਬ ਇਹ ਨਹੀਂ ਕਿ ਰੋਲ ਕੇ ਰੱਖ ਦੇਣਾ, ਉੱਪਰੋਂ ਵੀ ਰੋਲਣੀ ਹੁੰਦੀ ਕਈ ਵਾਰੀ। ਅਰੇ ਰੇਤਾ ਇਹ ਮਿੱਟੀ ਹੈ, ਮਿੱਟੀ ਹੈ ਯਾਰ, ਇਹ ਖਰੀ ਨਹੀਂ, ਇਹ ਪਲਸਤਰ ਵਾਲੀ ਨਹੀਂ ਹੈਗੀ। ਹੁਣ ਸੰਧਾਲੀਆ ਸਾਹਿਬ, ਰੇਤਾ ਵਾਲੇ ਮਸਲੇ ਤੇ ਕੀ ਹੁੰਦਾ ਸਾਨੂੰ ਨਹੀਂ ਪਤਾ, ਪਰ ਜੇ ਆਹੀ ਹਾਲਾਤ ਰਹੇ ਨਾ ਤਾਂ ਸਰਕਾਰ ਨੇ ਆਪਣਾ ਆਪ ਰੇਤਾ ਜ਼ਰੂਰ ਲੈਣਾ ਹੀ। ਰੌਲਾ ਪੈ ਗਿਆ ਕਿ ਪੰਜਾਬ ਕੈਬਨਿਟ ਦੀ ਬੈਠਕ ਹੋਈ, ਅਧਿਕਾਰੀ ਕਈ ਮੌਜੂਦ ਸੀ ਤੇ ਉੱਥੇ ਤੂੰ ਮੈਂ ਹੋ ਗਈ ਦੋ ਮੰਤਰੀਆਂ ਦੇ ਵਿਚਾਲੇ, ਤੇ ਫਿਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਧਿਕਾਰੀ ਸਾਹਿਬ ਤੁਸੀਂ ਮੜ ਜਾ ਬਾਹਰ ਜਾਓ ਤੇ ਦਰਵਾਜ਼ਾ ਲਾ ਲਓ, ਹੁਣ ਲੜੋ ਵੀ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ, ਉਪ ਮੁੱਖ ਮੰਤਰੀ ਹੈ, ਉਹਨਾਂ ਨੇ ਕਹਿੰਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਕਿਹਾ, ਬਾਜਵਾ ਸਾਹਿਬ ਕੀ ਉਹ ਤੁਸੀਂ ਕਹਿੰਦੇ ਸੀਗੇ ਵੀ ਉਹ ਕਿੱਥੇ ਬਦਲੀਆਂ ਦੇ ਪੈਸੇ ਪੂਏ ਲੈਂਦੇ ਨਿਯੁਕਤੀਆਂ ਦੇ? ਉਹ ਕਹਿੰਦੇ ਜੀ ਪਤਾ ਲੱਗਾ ਕਿ ਉਹਨਾਂ ਨੇ ਕਪੂਰਥਲੇ ਦੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਨੇ ਉਧਰ ਨੂੰ ਕਹਤਾ ਜੀ ਉਹ ਰਾਣਾ ਸਾਹਿਬ ਗੱਲ ਕਰਦੇ ਸੀ। ਉੱਥੇ ਫਿਰ ਐਸਐਸਪੀ ਤੇ ਨਾਲ ਡੀਐਸਪੀ ਜਾਂ ਹੋਰ ਲਾ ਲਓ ਸਾਰੇ ਪਾਸੇ ਨਾ, ਇਹ ਵੱਡੇ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਚਰਚਾ ਹੋਈ ਕਿ ਰੁਪਈਏ ਚੱਲਦੇ ਆ। ਉਹਨਾਂ ਨੇ ਮੋਹਰਿਓ ਕਹਿਤਾ, ਕਹਿੰਦੇ ਫਿਰ ਬੇਅਦਬੀ ਵਾਲੇ ਕੇਸ ਤੇ ਰੰਧਾਵਾ ਸਾਹਿਬ ਕੀ ਬਣਿਆ, ਨਸ਼ੇ ਵਾਲੇ ਕੇਸ ਦੇ ਵਿੱਚ ਕੀ ਬਣਿਆ, ਜਾਣੀ ਵਾਹਵਾ ਤੂੰ ਮੈਂ ਹੋ ਗਈ ਕਿ ਰੁਪਈਏ ਚੱਲਦੇ ਆ। ਵਿੱਚੇ ਬੀਬੀ ਰਜ਼ੀਆ ਸੁਲਤਾਨਾ ਦਾ ਜ਼ਿਕਰ ਚੱਲ ਪਿਆ, ਮੁੱਖ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਵੀ ਕੁਛ ਕਿਹਾ, ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਐਸਐਸਪੀ ਕਿਹੜਾ ਲੱਗਾ, ਤੁਹਾਡੇ ਕਹਿਣ ਤੇ ਨਹੀਂ ਲੱਗਾ। ਬੀਬੀ ਜੀ ਕਹਿੰਦੇ ਲੱਗਾ ਤਾਂ ਮੇਰੇ ਕਹਿਣ ਤੇ ਹੀ ਆ, ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਨੂੰ ਫਿਰ ਉਹਨਾਂ ਨੂੰ ਕਿਹਨੇ ਭੇਜਿਆ। ਤੁਸੀਂ ਇਹ ਦੇਖੋ, ਕੈਪਟਨ ਸਾਹਿਬ ਦਾ ਜ਼ਿਕਰ ਆ ਗਿਆ ਇਹਦੇ ਵਿੱਚ। ਤੇ ਸਭ ਤੋਂ ਸਿਰੇ ਦੀ ਗੱਲ ਜਿਹੜੀ ਹੋ ਗਈ, ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ। ਉਹ ਕਹਿੰਦੇ ਜੀ ਛੋਟੇ ਜ਼ਿਲ੍ਹੇ ਦੇ ਵਿੱਚ ਜੇ ਤੈਨਾਤ ਹੋਣਾ, ਬਦਲੀ ਕਰਾਉਣੀ 2 ਤੋਂ 3 ਕਰੋੜ ਲੱਗਦਾ, ਵੱਡਾ ਜ਼ਿਲ੍ਹਾ ਹੋਵੇ ਤਾਂ 5 ਕਰੋੜ ਲੱਗਦਾ। ਮੈਂ ਸੋਚਦਾ ਸੀ ਕਿ ਬੜੀ ਛੇਤੀ ਤਰੱਕੀ ਹੋਈ ਨਾ। ਮੁਹੰਮਦ ਮੁਸਤਫਾ ਸਾਹਿਬ ਤਾਂ 40 ਲੱਖ ਦਾ ਇੱਕ ਵਾਰੀ ਸ਼ਿਕਾਇਤ ਕਰਦੇ ਫਿਰਦੇ ਸੀ ਕਿ 40 ਲੱਖ ਲੱਗਦਾ ਹੈ, ਇਹ 2 ਕਰੋੜ ਤੋਂ 5 ਕਰੋੜ ਤੱਕ ਗੱਲ ਚਲ ਗਈ ਹੈ। ਪੰਜਾਬ ਤਰੱਕੀ ਦੀਆਂ ਲੀਹਾਂ ਦੇ ਉੱਤੇ ਬੋਰਡ ਵੱਡੇ ਵੱਡੇ ਲੱਗੇ ਹੋਆ। ਮੈਨੂੰ ਲੱਗਦਾ ਵੀ ਹੋਰ ਕੁਝ ਹੋਵੇ ਨਾ ਹੋਵੇ, ਕੈਪਟਨ ਸਾਹਿਬ ਨੇ ਮੁੱਦਾ ਚੁੱਕ ਲੈਣਾ। ਉਹ ਕਹਿਣਾ ਵੀ ਠੀਕ ਹੈ, ਚਿੱਠੀ ਪਾਈ ਸੀ ਉੱਥੇ ਮੈਨੂੰ ਬੰਦੇ ਨੇ, ਉਹ ਜਵਾਬ ਵਾਲੀ ਗੱਲ ਅਸੀਂ ਦਿਆਂਗੇ, ਕੋਈ ਗੱਲ ਨਹੀਂ, ਸਮਾਂ ਆ ਲੈਣ ਦਿਓ। ਸਿਰਫ 40 ਲੱਖ 'ਚ ਹੀ ਲਾਉਂਦੇ ਸੀ ਨਾ। ਆ ਮੇਰੇ ਤੋਂ ਮਗਰੋਂ ਜਿਹਨਾਂ ਨੂੰ ਸਰਕਾਰ ਦਿੱਤੀ ਹੈ 2, 2.5, 3, 4, 5 ਕਰੋੜ ਤੇ ਚੱਲ ਗਏ, ਦੱਸੋ ਕਿਹਨੇ ਕੀਤੀ ਤਰੱਕੀ? ਦਿਓ ਜਵਾਬ। ਇਹ ਹੈ ਤਾਂ ਲੀਹਾਂ ਦੇ ਆ ਬਈ ਇਹਦੇ ਵਿੱਚ ਪੂਰਾ ਪਰ ਕਾਰਨ ਇਹ ਆ, ਇਹ ਜਿੱਧਰ ਨੂੰ ਕੰਮ ਚੱਲਦਾ ਜਾਂ ਤਾਂ ਮੈਨੂੰ ਐਂ ਲੱਗਦਾ ਵੀ ਜਦੋਂ ਕਿਤੇ ਰੇਸ ਦਿੱਤੀ ਨਾ, ਉਦੋਂ ਕਿਤੇ ਪਹਿਲੇ ਗੇਅਰ 'ਚ ਜ਼ਿਆਦਾ ਦੇ ਦਿੱਤੀ, ਤੇ ਜਿੱਦਾਂ ਆਪਣਾ ਨਹੀਂ ਇੱਕ ਦਿਨ ਮੈਟ ਅੜ ਗਿਆ, ਉਹ ਰੇਸ ਥੱਲੇ ਕਿਤੇ ਮੈਟ ਅੜ ਗਿਆ। ਇਹ ਮੈਨੂੰ ਯਾਦ ਆ ਵੀ ਉਹੀ ਕਾਰਨ ਆ ਜਿਹਦਾ ਕਰਕੇ ਹੁਣ ਪਤਾ ਨਹੀਂ ਲੱਗਦਾ ਵੀ ਗੱਡੀ ਜਾਂਦੀ ਕਿਤੇ ਨੂੰ। ਗੱਡੀ ਜਾਂਦੀ ਜ਼ਰੂਰ ਆ। ਤੁਹਾਡੇ ਵਰਗੇ 2-3 ਸਲਾਹਕਾਰ ਉੱਥੇ ਹੋਣੇ ਆ। ਨਹੀਂ ਮੇਰੇ ਵਰਗਾ ਨਹੀਂ ਆ ਕੋਈ। ਮੈਂ ਦੱਸਣ ਲੱਗਿਆ ਨਾ, ਮੈਂ ਤੇ ਹੁੰਦਾ ਤੇ ਮੈਂ ਕਹਿਣਾ ਜੀ ਮਸਲਾ ਹੱਲ ਕਰੀਏ। ਇਹ ਮੈਨੂੰ ਲੱਗਦਾ ਇਸ ਵੇਲੇ ਗੱਡੀ ਮਸਲਾ ਬਣ ਗਈ। ਉਹ ਸਲਾਹਕਾਰਾਂ ਦਾ ਹੀ ਰੌਲਾ ਸੀ, ਕਿਉਂਕਿ ਰੇਸ ਥੱਲੇ ਮੈਟ ਨਹੀਂ ਸੀ ਅੜਿਆ, ਰੇਸ ਮੈਟ ਦੇ ਥੱਲੇ ਅੜ ਗਈ ਸੀ। ਐਦਾਂ ਹੀ ਮਾੜਾ ਜਿਹਾ ਫਰਕ ਪਿਆ ਤੇ ਉੱਥੇ ਆਹੋ ਮੈਂ ਇਦਾਂ ਕਿਹਾ ਦੇਖੋ ਮਹਾਰਾਜ ਦਾ ਹੀ ਆ, ਇਦਾਂ ਹੋ ਜਾਂਦਾ ਕਦੇ ਕਦੇ, ਵਾਧਾ ਘਾਟਾ ਚੱਲਦਾ ਹੀ ਰਹਿੰਦਾ। ਸਾਥੋਂ ਨਾ ਹੁਣ ਕਰਜ਼ਾ ਲੈਂਦਾ ਪੰਜਾਬ ਦਾ, ਕਹਿੰਦੇ ਵਾਧਾ ਘਾਟਾ ਚੱਲਦਾ ਹੀ ਰਹਿੰਦਾ। ਇਹ ਭਗਵੰਤ ਮਾਨ ਦੀ ਸਕਿੱਟ ਸੀ ਵੈ। ਨਹੀਂ ਸਹੀ, ਪਰ ਕਾਰਨ ਇਹ ਆ ਵੀ ਹੁਣ ਦੇਖੋ, ਇਹ ਜੇ ਤਾਂ ਇਦਾਂ ਦੇ ਰੌਲਾ ਪੈਂਦਾ ਰਿਹਾ ਵੀ ਮੰਨ ਲਓ ਅੱਜ ਆ ਤੇ ਕੱਲ ਨੂੰ ਆਓ ਤੇ ਪਰਸੋਂ ਕੁਛ ਨਾ ਕੁਛ ਹੋਰ ਹੈ ਨਾ, ਕੋਈ ਡੀਜੀ ਵਾਲੀਆਂ ਚਿੱਠੀਆਂ ਇਦਾਂ ਹੀ ਆਉਂਦੀਆਂ ਰਹੀਆਂ, ਕੋਈ 25,000 ਟਰਾਲੀ, ਕੋਈ ਵਿਰੋਧੀ ਦਿੰਦੇ ਰਹੇ ਵੀ ਭਾਈ ਸਾਡੇ ਲੈ ਲਓ 25,000,
ਫਿਰ ਮੈਨੂੰ ਇਹ ਆ ਵੀ ਇਹ ਨਾ ਹੋ ਵੀ ਹੁਣ ਤਾਂ ਕਹਿੰਦੇ ਵੀ ਉਹ ਰੱਬ ਸੱਚਾ ਕਿਤੇ ਚੋਣ ਜਾਬਤਾ ਲੱਗ ਨਾ ਜਾਵੇ, ਤੇ ਫਿਰ ਉਲਟਾ ਨਾ ਕਹਿਣ ਲੱਗ ਹੇ ਰੱਬ ਸੱਚਾ ਕਿਤੇ ਛੇਤੀ ਲਵਾ ਦੇਣਾ ਚੋਣ ਜਾਬਤਾ ਖਹਿੜਾ ਹੀ ਛੁੱਟ ਜਾਏ। ਬਾਕੀ ਸੰਧਾਲੀਆ ਸਾਹਿਬ ਪਿਛਲੇ ਦਿਨੀ ਨਾ ਇੱਕ ਚਰਚਾ ਬੜੀ ਚੱਲੀ ਸੀ, ਹੁਣ ਰੌਲਾ ਪੈ ਜਾਣਾ। ਲੁਧਿਆਣੇ ਅਰਵਿੰਦ ਕੇਜਰੀਵਾਲ ਨੇ ਆਉਣਾ ਸੀ, ਹਫ਼ਤਾ ਕੁ ਪਹਿਲਾਂ ਦਾ ਪ੍ਰੋਗਰਾਮ ਰੱਖਿਆ, ਪੋਸਟਰ ਲੱਗ ਗਿਆ ਜੀ ਆਟੋ ਵਾਲਿਆਂ ਨੂੰ ਮਿਲਣ ਆਉਣਗੇ, ਆਟੋ ਚਾਲਕ ਆਟੋ ਵਾਲਿਆਂ ਨੂੰ ਮਿਲਣ ਆਉਣਾ ਸੀ। ਹਜ਼ਾਰਾਂ ਆਟੋ ਨੇ ਉੱਥੇ, ਮਤਲਬ 25-30 ਹਜ਼ਾਰ ਲੁਧਿਆਣੇ 'ਚ। ਉਹਨਾਂ ਨੇ ਸ਼ਾਮ ਨੂੰ ਆਉਣਾ ਸੀ, ਪਹਿਲਾਂ ਉਹਨਾਂ ਦਾ ਪ੍ਰੋਗਰਾਮ ਮੇਰੇ ਖਿਆਲ ਮੋਗੇ ਰੱਖਿਆ ਸੀ ਉਦਣ, ਜੇ ਮੈਂ ਗਲਤ ਨਹੀਂ ਤਾਂ। ਉਹ ਅਜੇ ਮੋਗੇ ਹੀ ਪਹੁੰਚੇ ਆ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ FM ਸਾਹਿਬ ਨੂੰ, ਫਾਈਨਾਂਸ ਮਿਨਿਸਟਰ ਸਾਹਿਬ ਨੂੰ ਨਾਲ ਲੈ ਕੇ ਉਹ ਲੁਧਿਆਣੇ ਉਹਨਾਂ ਆਟੋ ਚਾਲਕਾਂ ਦੇ ਕੋਲੇ ਪਹਿਲਾਂ ਹੀ ਚਲ ਗਿਆ ਜੀ। ਮੈਂ ਸੋਚਿਆ ਚੱਲਦੇ ਆ, ਮਿਲ ਕੇ ਆਉਂਦੇ ਆ। ਉਦਣ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਟੋ ਚਾਲਕ ਖੜੇ ਆ ਤੇ ਬੈਂਚ ਤੇ ਖੜ ਕੇ ਕਿਹਾ ਸੀ, ਕੁਝ ਐਲਾਨ ਕੀਤੇ ਸੀ। ਉਦੋਂ ਆਟੋ ਚਾਲਕ ਕਹਿੰਦੇ, ਉਹ ਕਹਿੰਦੇ ਯਾਰ ਗੱਲ ਸੁਣ ਲੈ ਮੇਰੀ। ਉਹ ਕਹਿੰਦੇ ਜੀ ਜੁਰਮਾਨੇ ਹੋਏ ਆ, ਵੱਡੇ ਜੁਰਮਾਨੇ ਹੋਏ ਆ, ਮੈਂ ਤੁਹਾਨੂੰ ਸਰਟੀਫਿਕੇਟ ਦਿਆਂਗਾ, ਤੁਹਾਡੀ ਕਿਸੇ ਆਟੋ ਦਾ ਕੋਈ ਚਲਾਨ ਨਹੀਂ ਹੋਏਗਾ, ਉਹਦੇ ਤੇ ਮੇਰੇ ਦਸਤਖਤ ਹੋਣਗੇ, ਮੇਰੇ ਸਾਈਨ ਹੋਣਗੇ। ਨਵਜੋਤ ਸਿੰਘ ਸਿੱਧੂ ਮੇਰੇ ਖਿਆਲ ਨਾਲ ਖੜੇ ਸੀ ਉਦਣ। ਉਸ ਵੇਲੇ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੋਈ ਆਟੋ ਦਾ ਚਲਾਨ ਨਹੀਂ ਹੋਏਗਾ, ਮੈਂ ਕਹਿੰਦਾ ਉਹ ਮੇਰੇ ਦਸਤਖਤਾਂ ਵਾਲਾ ਉਹ ਸਰਟੀਫਿਕੇਟ ਹੀ ਮੰਨ ਲਓ, ਕੋਈ ਤੁਹਾਡਾ ਚਲਾਨ ਨਹੀਂ ਹੋਏਗਾ, ਪੁਰਾਣੇ ਜੁਰਮਾਨੇ ਤੁਹਾਡੇ ਸਾਰੇ ਮਾਫ, ਤੁਸੀਂ ਰੋਟੀ ਨਹੀਂ ਖਾਣੀ, ਮੈਨੂੰ ਪਤਾ ਸਾਰਾ ਕਿ ਗੁਜ਼ਾਰੇ ਕਿੰਨੇ ਔਖੇ ਚੱਲਦੇ ਆ। ਚਲੋ ਕੇਜਰੀਵਾਲ ਸਾਹਿਬ ਨੇ ਆ ਕੇ ਆਟੋ ਚਾਲਕਾਂ ਦੇ ਘਰ ਰੋਟੀ ਖਾਧੀ, ਕਈ ਕੁਛ ਹੋਇਆ। ਉਦਣ ਤੇ ਇਹ ਵੀ ਕੀਤਾ, ਉਹਨੇ ਕਿ ਚੈਲੰਜ ਵੀ ਸੀ, ਆਪਾਂ ਯਾਦ ਕਰਾ ਦੇ ਜੀ, ਕਿਸੇ ਨੂੰ ਨਹੀਂ ਆਉਂਦਾ। ਉਹ ਕਹਿੰਦੇ ਮੈਂ ਰਿਕਸ਼ਾ ਚਲਾਉਂਦਾ ਰਿਹਾ, ਹਾਂ ਜੇ ਬਹੁਤੀ ਗੱਲ ਆ ਕਿਸੇ ਨਾਲ ਤੇ ਮੇਰੇ ਨਾਲ ਰਿਕਸ਼ੇ ਦੀ ਰੇਸ ਲਾ ਕੇ ਦੇਖ ਲਓ। ਉਦਣ ਚੈਲੰਜ ਸੀਗਾ ਪੂਰਾ ਇਹ। ਨਹੀਂ ਪੂਰਾ ਮੈਨੂੰ ਕਹਾਂ ਵੀ ਆਪਾਂ ਚੇਤਾ ਕਰਾ ਦੇ। ਆਪਾਂ ਇਹ ਵੀ ਕਿਹਾ ਸੀ ਉਦਣ ਕਿ ਰਿਕਸ਼ਾ ਇੱਕ ਪਾਸੇ ਨੂੰ ਖਿੱਚਦਾ ਹੁੰਦਾ, ਕੋਈ ਐਵੇਂ ਨਾ ਲਾਪਿਓ ਸਾਈਕਲ ਦੇ ਹਿਸਾਬ ਨਾਲ ਕਿ ਮੈਂ ਵੀ ਸਾਈਕਲ ਚਲਾਉਂਦਾ ਰਿਹਾ, ਕਿਉਂਕਿ ਸਾਈਕਲ ਦੇ ਪਿੱਛੇ ਬਾਜਰੇ ਦੀ ਜਿਹੜੀ ਭਰੀ ਰੱਖਣੀ, ਪੰਡ ਰੱਖਣੀ ਹੋਰ ਗੱਲ ਹੈ ਕਿ ਆਪਾਂ ਮੁੱਢ ਥੋੜ੍ਹਾ ਜਿਹਾ ਘੱਟ ਰੱਖ ਕੇ ਦੂਜੇ ਪਾਸੇ ਨੂੰ ਥੋੜਾ ਵੱਧ ਰੱਖ ਦੇਣਾ, ਪਰ ਰਿਕਸ਼ਾ ਚਲਾਉਣਾ ਥੋੜਾ ਜਿਹਾ ਔਖਾ ਹੀ। ਤੇ ਜਦੋਂ ਉਹਦੀ ਬ੍ਰੇਕ ਲਾਉਣੀ ਆ, ਉਹਦੀ ਬ੍ਰੇਕ ਲਾਉਣੀ ਹੋਵੇ ਤੇ ਘਸੀ ਚੱਪਲ ਕੰਮ ਬਿਲਕੁਲ ਨਹੀਂ ਆਉਂਦੀ। ਦੇਖੋ ਜਦੋਂ ਉਹਨੂੰ ਖੜਾ ਕਰਨਾ ਤੇ ਉੱਥੇ ਇੱਕ ਰਬੜ ਜੀ ਪਾਈ ਹੁੰਦੀ ਜਾਂ ਲੀਰ ਹੁੰਦੀ ਜਿਹੜੀ ਐ ਬੰਨ ਕੇ ਰੇਸ ਨੂੰ ਪੱਕੀ ਐ ਕਰਕੇ ਰੱਖਣਾ। ਇੱਕ ਗੱਲ ਹੋਰ, ਰੌਲਾ ਤੇ ਹੈ ਨਾ ਕਿ ਹੁਣ ਆਟੋ ਚਾਲਕਾਂ ਨੇ ਕੀ ਕਿਹਾ, ਉਹ ਕਹਿੰਦੇ ਜੀ ਜੁਰਮਾਨੇ ਅਜੇ ਵੀ ਉਦਾਂ ਹੀ ਆ, 7-8 ਆਟੋ ਸਾਡੇ ਛੱਡੇ ਆ, ਤੇ ਜਿਹੜੇ ਆਫਿਸ ਵਾਲੇ ਆ ਟਰਾਂਸਪੋਰਟ ਅਧਿਕਾਰੀ ਉਹ ਕਹਿੰਦੇ ਕੋਈ ਜੁਰਮਾਨਾ ਮਾਫ ਨਹੀਂ, ਕੋਈ ਨੋਟੀਫਿਕੇਸ਼ਨ, ਭਾਜੋ ਇੱਥੋਂ। ਤੇ ਹੁਣ ਉਹਨਾਂ ਨੇ ਐਲਾਨ ਕਰਤਾ ਕਿ ਜੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਵਾਅਦਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਬੈਂਚ ਦੇ ਉੱਤੇ ਖੜ ਕੇ ਤੇ ਸਾਡੇ ਕੋਲੋਂ ਚਾਹ ਪੀ ਕੇ ਕਰਕੇ ਗਏ ਸੀ, ਜੇ ਉਹ ਵਾਅਦਾ ਪੂਰਾ ਨਾ ਹੋਇਆ ਤਾਂ ਅਸੀਂ ਜਾਮ ਲਾਉਣ ਲੱਗੇ ਆ। ਯਾਰ ਇਹ ਚੱਕਰ ਕੀ ਹੈ, ਕਿਤੇ ਤੇ ਗੜਬੜ ਹੈਗੀ ਹੈ ਯਾਰ ਬਾਟ ਸਾਹਿਬ। ਉਹ ਸਾਰਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਹੱਲ ਦੀ ਜਗ੍ਹਾ ਤੇ ਖਲਲ ਪਈ ਜਾਂਦਾ। ਇਹ ਕਿਉਂ ਇਦਾਂ ਹੁੰਦਾ ਵੀਰ ਜੀ? ਦੇਖੋ ਨਸ਼ਾ ਛਡਾਊ ਕੇਂਦਰ ਤੇ ਮੁੜ ਵਸੇਵਾ, ਤਿੰਨ ਸ਼ਬਦ ਬੜੇ ਚਰਚਾ 'ਚ ਆਏ ਸੀ ਜੀ। ਅਕਾਲੀ ਭਾਜਪਾ ਸਰਕਾਰ ਵੇਲੇ ਵੀ, ਕਾਂਗਰਸ ਸਰਕਾਰ ਵੇਲੇ ਵੀ। ਮੈਨੂੰ ਨਹੀਂ ਪਤਾ ਕਿ ਨਸ਼ਾ ਬੰਦ ਹੋਇਆ ਕਿ ਨਹੀਂ ਹੋਇਆ, ਨਸ਼ਾ ਛਡਾਊ ਕੇਂਦਰ ਵਧੀਆ ਚੱਲਦੇ ਕਿ ਨਹੀਂ ਚੱਲਦੇ, ਮੁੜ ਵਸੇਵੇ ਦੀ ਗੱਲ ਦੱਸ ਦਿੰਦਾ। ਫਾਜ਼ਿਲਕਾ ਅਬੋਹਰ ਵਾਲੀ ਸੜਕ ਤੇ ਜਾਮ ਲੱਗ ਗਿਆ ਅਚਾਨਕ। ਜਾ ਕੇ ਉੱਥੇ ਸਵਾਰੀਆਂ ਤੁਹਾਨੂੰ ਦੇਖਿਆ, ਪਤਾ ਕਰੀਏ ਜਾਮ ਕਿਹਨਾਂ ਲਾਇਆ। ਉਹ ਕਹਿੰਦੇ ਜੀ ਅਸੀਂ ਸਾਨੂੰ ਗੋਲੀਆਂ ਮਿਲਦੀਆਂ ਉੱਥੋਂ, ਅਸੀਂ ਨਸ਼ਾ ਛੱਡਦੇ ਹਾਂ, 2 ਦਿਨਾਂ ਦੀਆਂ ਦਿੰਦੇ ਆ। ਕਹਿੰਦੇ ਅਸੀਂ ਕਹਿੰਦੇ ਕਿ 15 ਦਿਨਾਂ ਦੀਆਂ ਘੱਟੋ ਘੱਟ ਇਕੱਠੀਆਂ ਤੇ ਰੋਜ਼ ਇੱਥੇ ਆਉਣਾ ਕਿਤੇ ਸੌਖਾ ਹੈ, ਉੱਥੋਂ ਕਹਿੰਦੇ ਸਾਨੂੰ ਗੋਲੀਆਂ ਦਿੰਦੇ, ਅਸੀਂ ਜਾਮ ਲਾਤਾ ਸੀ। ਨਹੀਂ ਚਾਹੀਦਾ ਯਾਰ, ਕਮਾਲ ਕਰਦੇ। ਪਰ ਵੈਸੇ ਇੱਕ ਗੱਲ ਹੈਗੀ ਆ, ਤੇ ਇਹ ਵੀ ਇੱਕ ਚੈੱਕ ਕਰ ਲੈਣ ਜ਼ਰੂਰ। ਦੇਖੋ ਜੋ ਰੌਲਾ ਪੈਂਦਾ ਪਹਿਲਾਂ ਤੇ ਇਹ ਸੀ, ਉਹ ਕਹਿੰਦੇ ਵੀ ਨਸ਼ੇ ਤੋਂ ਹਟਾ ਕੇ ਜਿਹੜੀ ਗੋਲੀ ਹੈ ਉਹ ਵੀ ਦਿੰਦੇ ਨਹੀਂ ਸੀ। ਉਹ ਕਹਿੰਦੇ ਵੀ ਆ ਕਰੋ, ਉਹ ਕਹਿੰਦੇ ਕੀਤਾ ਜੀ ਬੇਟੇ ਆ ਕਰੋ। ਫਿਰ ਡਾਕਟਰ ਸਾਹਿਬ ਖੁਦ ਰੱਖਦੇ ਸੀ ਮੂੰਹ ਵੀ ਆ ਲੈ ਗੋਲੀ, ਤੇਰਾ ਅੱਜ ਦਾ ਡੋਜ਼ ਕੰਮ ਮੁੱਕ ਗਿਆ, ਤੂੰ ਦੁਬਾਰਾ ਆ ਜੀ, ਹੈ ਨਾ, ਲੋੜ ਪਈ ਤੇ। ਉਹਨਾਂ ਨੂੰ ਇਹ ਸੀ ਵੀ ਚਲੋ ਆਪਣੇ ਹਿਸਾਬ ਨਾਲ ਥੋੜ੍ਹੀ ਜਿਹੀ ਦਿੱਤੀ, ਉਦੋਂ ਬਾਅਦ ਅਗਲੇ ਨੇ ਛੱਡਤੀ, ਹੈ ਨਾ ਗੋਲੀ। ਪਰ ਕਾਰਨ ਇਹ ਆ ਵੀ ਜਿਸ ਹਿਸਾਬ ਨਾਲ ਹੁਣ ਸ਼ੁਰੂ ਹੋ ਗਿਆ ਕੰਮ, ਅਗਲਾ ਕਹਿੰਦਾ 15 ਦਿਨਾਂ ਦੀਆਂ ਲੈ ਕੇ ਮੁੜ ਕੇ ਕਿਹੜਾ ਡਾਕਟਰ ਨੂੰ ਚੇਤੇ ਰਹਿਣਾ। ਕਹਿੰਦਾ ਯਾਰ ਇਹ ਬੰਦਾ ਕਿੱਦਾਂ ਅੱਜ ਕੱਲ੍ਹ ਮੁੱਦਾ ਕਿਉਂ ਪਿਆ, ਕਹਿੰਦਾ ਇਹਨੂੰ ਅਜੇ ਸਵੇਰੇ ਹੀ ਗੋਲੀਆਂ ਦਿੱਤੀਆਂ 15 ਦਿਨਾਂ ਦੀਆਂ। ਇਹ ਇੱਥੇ ਬੈਂਚ ਦਾ ਹੀ ਆ ਸਵੇਰ ਦਾ। ਦੇਖੋ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਛੱਡਣ ਵਾਲੇ ਹੋਣਗੇ, ਉਹ ਕੋਸ਼ਿਸ਼ ਕਰਦੇ ਹੋਣਗੇ। ਅਸੀਂ ਤਾਂ ਕਹਿੰਦੇ ਕਿ ਉਹ ਨਸ਼ਾ ਛੱਡਣ, ਅੱਗੇ ਨੂੰ ਵਧਣ, ਬਹੁਤ ਵਧੀਆ ਗੱਲ ਹੈ। ਪਰ ਕਹਿਣ ਦਾ ਭਾਵ ਹੈ ਕਿ ਜੇ ਨਸ਼ਾ ਬੰਦ ਹੋ ਗਿਆ, ਜੇ ਉਹਨਾਂ ਦੇ ਮੁੜ ਵਸੇਵੇ ਦੀ ਯੋਜਨਾਵਾਂ ਚੱਲੀਆਂ, ਜੀ ਇਹਨਾਂ ਦਾ ਮੁੜ ਵਸੇਵਾ ਵੀ ਕਰਾਂਗੇ, ਇਹਨਾਂ ਨੂੰ ਕੰਮਾਂ ਤੇ ਲਾਵਾਂਗੇ, ਇਹਨਾਂ ਨੂੰ ਲੋਨ ਦੇਵਾਂਗੇ, ਕਿਤੇ ਨਾ ਕਿਤੇ ਤੋਂ ਕੋਈ ਰੌਲਾ ਕਿ ਜੋ 36,000 ਕਿਹੜਾ ਕੱਚਾ ਬੰਦਾ ਪੱਕਾ ਹੋਇਆ ਨੋਟੀਫਿਕੇਸ਼ਨ ਉਡੀਕਦੇ ਆ ਨਿਆਣਿਆਂ ਦੇ ਕੁੱਟ ਪਈ ਆ। ਇਹਦੇ ਤੋਂ ਇਲਾਵਾ ਆਟੋ ਵਾਲੇ ਕਹਿੰਦੇ ਜੀ ਸਾਡਾ ਆਹ ਕੰਮ ਨਹੀਂ ਹੋਇਆ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਰੇਤਾ ਮਹਿੰਗਾ ਹੈ। ਕਿਤੇ ਨਾ ਕਿਤੇ ਤਾਂ ਕੋਈ ਘਾਟ ਕਮਜ਼ੋਰੀ ਕਿਤੇ ਹੈਗੀ ਆ, ਭਰਾ ਨੂੰ ਸਲਾਹ ਕਰ ਲਵਾਉਂਦੇ ਆ। ਨਹੀਂ ਮੈਨੂੰ ਬਿਲਕੁਲ ਨਾ ਲਾਓ, ਕਿਉਂਕਿ ਮੇਰੀ ਸਲਾਹ ਵੀ ਹੁਣ ਕੰਮ ਨਹੀਂ ਆਉਣੀ ਜਿੱਥੇ ਕੰਮ ਚੱਲ ਗਏ ਨੇ। ਕਿਸੇ ਵੇਲੇ ਉਹਨਾਂ ਦਾ ਵੀ ਡਾਕਟਰ ਖੁਦ ਕਹਿੰਦੇ ਵੀ ਹੁਣ ਤੇ ਸੇਵਾ ਹੀ ਹੈ ਜੀ, ਲੈ ਜਾਓ ਕਹਿੰਦੇ ਹੁਣ ਤਾਂ ਬਾਪੂ ਨੂੰ, ਹੈ ਨਾ, ਉਹ ਕੰਮ ਹੋਇਆ ਪਿਆ। ਤਲੀਆਂ ਤੁਲੀਆਂ ਚੱਸੋ, ਵੀ ਵੇਖੋ ਕਿਤੇ ਘਿਓ ਦਾ ਚਮਚਾ ਮੂੰਹ 'ਚ ਪਾ ਕੇ ਕੋਈ ਗੱਲ ਬਣ ਜਵੇ।
ਪਰ ਦੇਖੋ ਜੇ ਵਿਰੋਧੀਆਂ ਦੀ ਗੱਲ ਕਰੀਏ ਤੇ ਵਿਰੋਧੀਆਂ ਵਾਲੇ ਪਾਸਿਓਂ ਸੁਖਬੀਰ ਬਾਦਲ ਸਾਹਿਬ ਨੇ ਵਿਰੋਧ ਕੀਤਾ, ਕਿਉਂਕਿ ਡੀਜ਼ਲ ਵਾਲੀ ਚਿੱਠੀ ਸੀ ਨਾ, ਹਾਲਾਂਕਿ ਚਲੋ ਵਾਪਸ ਹੋ ਗਈ। ਉਹ ਕਹਿੰਦੇ ਆਹ ਦੇਖ ਲਓ ਵੀ ਕਿੱਡੀ ਬੇਅਦਬੀ ਹੈ, ਵੀ ਮਤਲਬ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਲੋਕਾਂ ਦੀ ਆਵਾਜ਼ ਉੱਚੀ ਆਵਾਜ਼ ਦੇ ਵਿੱਚ ਗੁਰਬਾਣੀ ਵਜਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਵਾਹ ਜੀ ਵਾਹ। ਕਹਿੰਦੇ ਵੀ ਇਹ ਇਨਸਾਫ ਦਊਗੀ ਇਹ ਸਰਕਾਰ। ਨਹੀਂ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦੇਖੋ ਕਹਿੰਦੇ ਹੈ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ। ਨਹੀਂ ਹੈ ਤਾਂ ਇਦਾਂ ਹੀ ਆ। ਦੇਖੋ ਨਿਆਣੇ ਜਿਹੜੇ ਆ ਉਹਨਾਂ ਦੀ ਆਵਾਜ਼ ਤੁਸੀਂ ਦਬਾਓਗੇ ਜਾਂ ਬੇਅਦਬੀ ਦਾ ਇਨਸਾਫ ਮੰਗਣਾ ਦੀ ਔਖਾ ਹੈ। ਚਲੋ ਉਹ ਤਾਂ ਮਿਸਟੇਕ ਸੀ ਨਾ, ਟੈਕਨੀਕਲ ਮਿਸਟੇਕ ਸੀ, ਕਲੈਰੀਕਲ ਮਿਸਟੇਕ ਸੀ ਚਿੱਠੀ ਦੀ। ਮੈਂ ਕੱਲ ਵੀ ਕਿਹਾ ਸੀ ਕਿ ਭਾਈ ਇਦਾਂ ਦੀ ਮਿਸਟੇਕ ਹੁੰਦੀ ਹੈ। ਪਰ ਉਧਰ SIT ਗਈ ਆ ਡੇਰਾ ਸਿਰਸਾ, PR ਨੈਨ ਜਿਹੜੇ ਕਿ ਵਾਈਸ ਚੇਅਰਪਰਸਨ ਨੇ ਡੇਰਾ ਸਿਰਸਾ ਦੇ, ਉਹਨਾਂ ਨੂੰ ਕਹਿੰਦੇ ਆ ਕਿ 125 ਸਵਾਲ ਕੀਤਾ, 125 75 ਦੇ ਜਵਾਬ ਦਿੱਤੇ, ਬਾਕੀ ਕਹਿੰਦੇ ਸਿਹਤ ਨਹੀਂ, ਹੁਣ ਨਹੀਂ, ਬੱਤ ਜਾਂਦੇ ਆ। ਆਹੋ, ਹਨਾ, ਡਾਕਟਰ ਨੇ ਕਿਹਾ ਗੋਲੀ ਦਾ ਟਾਈਮ ਹੋ ਗਿਆ। ਵਕੀਲ ਨਾਲ ਬੈਠੇ ਉਹਨਾਂ ਦੇ, ਤੇ ਉਹਨਾਂ ਨੂੰ ਫਿਰ ਇਹਨਾਂ ਨੇ ਕਿਹਾ ਕਿ ਠੀਕ ਹੈ ਭਾਈ 75 ਸਵਾਲਾਂ ਦੇ ਜਵਾਬ ਮਿਲ ਗਿਆ, 50 ਦੇ ਹੋਰ 48 ਘੰਟਿਆਂ ਦੇ ਵਿੱਚ ਲਿਖਤੀ ਭੇਜ ਦਿਓ। ਤੇ ਵਾਪਸ ਉਹ ਆ ਗਿਆ। ਤੇ ਬੀਬੀ ਵਿਪਾਸਨਾ ਇੰਸਾ ਉਹ ਮਿਲੇ ਨਹੀਂ ਅਜੇ, ਉਹ ਨਹੀਂ ਸੀਗੇ ਉੱਥੇ। ਉਹਨਾਂ ਲਈ ਹੁਣ ਦੂਜੀ ਵਾਰੀ ਜਾਣਾ ਪਊਗਾ। ਮੈਨੂੰ ਲੱਗਦਾ ਕੋਡ ਆਫ ਕੰਡਕਟ ਤਾਂ ਇਹਨਾਂ ਦੇ ਗੇੜਿਆਂ 'ਚ ਹੀ ਲੱਗ ਜਾਣਾ। ਹਾਂ ਨਹੀਂ, ਪਰ ਜਿੱਥੇ ਜਾ ਕੇ ਪੇਚ ਫਸ ਗਿਆ, ਇਹ ਤੇ ਗੱਲ ਬੜੀ ਕਲੀਅਰ ਆ। ਆਪਾਂ ਮੇਰਾ ਖਿਆਲ ਰੋਜ਼ ਹੀ ਕਹਿੰਦੇ ਆ, ਤੇ ਹੁਣ ਫਿਰ ਚਲੋ ਅੱਜ ਵੀ ਕਹਿ ਦਿੰਦੇ ਵੀ ਜਿੱਧਰ ਨੂੰ ਪੰਜਾਬ ਹੁਣ ਖਿਲਰ ਗਿਆ ਨਾ ਜੀ, ਇਹ ਹੁਣ ਹੋ ਸਕਦਾ ਵੀ ਇਕੱਲੇ ਲੀਡਰ ਸਾਹਿਬ ਹੀ ਆਪਸ 'ਚ ਸ਼ਾਮ ਨੂੰ ਭਾਵੇਂ ਅਲੱਗ-ਅਲੱਗ ਪਾਰਟੀਆਂ ਦੇ ਬਹਿ ਕੇ ਗੱਲਾਂ ਕਰਦੇ ਹੋਣ, ਯਾਰ ਕੀ ਬਣੂ ਫੈਦ ਕੀ ਪੰਜਾਬ ਦਾ। ਉਹ ਕਹਿੰਦਾ ਯਾਰ ਹੁਣ ਤੁਹਾਡੀ ਪਾਰਟੀ ਦਾ, ਕਹਿੰਦਾ ਯਾਰ ਨਹੀਂ ਮੈਨੂੰ ਲੱਗਦਾ ਤੁਹਾਡੀ ਪਾਰਟੀ ਦਾ ਵੀ। ਜੀ, ਉਹ ਕਹਿੰਦੇ ਨਹੀਂ ਮੈਨੂੰ ਲੱਗਦਾ ਵੀ ਆਪਾਂ ਉਹਨਾਂ ਦੀ ਪਾਰਟੀ ਦਾ। ਉਹ ਸਲਾਮਾਂ ਹੁੰਦੀਆਂ ਜਾਂਦੀਆਂ। ਨਹੀਂ ਬਿਲਕੁਲ ਹੁੰਦੀਆਂ। ਤੇ ਸੰਧਾਲੀਆ ਸਾਹਿਬ ਸਮਾਂ ਮੁੱਕ ਚੱਲਿਆ। ਸੋ ਹੁਣ ਤੋਂ ਥੋੜ੍ਹੇ ਸਮੇਂ ਬਾਅਦ ਹੀ, ਕੁਝ ਮਿੰਟਾਂ ਬਾਅਦ ਹੀ ਫਤਿਹ ਮਾਰਚ ਜਿਹੜਾ ਦਿੱਲੀ ਦੀਆਂ ਬਰੂਹਾਂ ਤੋਂ ਪੰਜਾਬ ਵੱਲ ਨੂੰ ਚੱਲਣਾ। ਆਰਾਮ ਨਾਲ ਆਇਓ, ਹੌਲੀ ਆਇਓ, ਸਤਿਕਾਰ ਕਰਦੇ ਆਇਓ ਸਾਰਿਆਂ ਦਾ ਜਿੰਨੇ ਆ, ਤੇ ਕੋਈ ਮਾੜਾ ਸ਼ਬਦ ਕਿਸੇ ਨੂੰ ਨਹੀਂ ਬੋਲਣਾ, ਹੱਥ ਜੋੜਦੇ ਹੀ ਆਉਣਾ। ਤੇ ਪਿੰਡ ਆ ਕੇ ਆਪਣਾ ਏਕਾ ਭਾਈਚਾਰਕ ਸਾਂਝ ਜਿਹੜੀ ਕਾਇਮ ਰੱਖਿਓ। ਅੱਜ ਸਹੀ ਅਰਥਾਂ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਕਿਸਾਨਾਂ ਨੇ ਖਾਲੀ ਕਰ ਦੇਣੀਆਂ। 378 ਦਿਨ ਲਗਾਤਾਰ ਮੋਰਚਾ ਚੱਲਿਆ। ਚਲਿਏ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਲਾਈਕ ਵਾਲਾ ਬਟਨ ਤੁਸੀਂ ਨੱਪਦੇ ਹੋ YouTube ਤੇ, ਉਹਦੇ ਲਈ ਧੰਨਵਾਦ। ਅੱਗੇ ਸ਼ੇਅਰ ਵਾਲਾ ਵੀ ਦੱਬ ਦਿਆ ਕਰੋ, ਉਹਦੇ ਲਈ ਵੀ ਸ਼ੁਕਰੀਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।